Yes, please. Let us start. Good morning, everyone. Good morning, sir. Good Good morning. morning, sir. Good morning, Good ji. morning, sir. Good morning. Good morning, sir. Good morning. Good morning. Let us start. Today we will discuss NAB seal examination, paper number 3, Punjab Tenancy Act 1887. ਅਸੀਂ ਸੈਕਸ਼ਨ 1 ਤੋਂ ਲੈ ਕੇ 28 ਤੱਕ ਪੜ੍ਹ ਚੁੱਕੇ ਸੀਗੇ। ਅੱਜ ਅਸੀਂ ਡਿਸਕਸ ਕਰਾਂਗੇ ਫਰੋਮ ਸੈਕਸ਼ਨ 29 onwards। ਮੇਰੇ ਖਿਆਲ ਸਾਰੇ ਕਲਾਸਿਸ ਸ਼ੁਰੂ ਤੋਂ ਲਗਾ ਰਹੇ ਹੋ ਟੈਨੈਂਸੀ ਐਕਟ ਦੀਆਂ। ਟੈਨੈਂਸੀ ਐਕਟ ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਹੁੰਦੀ ਹੈ ਟੈਨੈਂਸੀ। ਟੈਨੈਂਸੀ ਜਿਹੜਾ ਪਾਰਟ ਕਿਸੇ ਮਾਲਕ ਨੇ ਕਿਸੇ ਕਿਰਾਏਦਾਰ ਨੂੰ ਠੇਕੇ ਤੇ ਵਾਹਣ ਦੇ ਲਈ ਕਿਸੇ ਵੀ ਐਗਰੀਮੈਂਟ ਦੇ ਤਹਿਤ ਦਿੱਤਾ ਹੁੰਦਾ ਉਸ ਨੂੰ ਅਸੀਂ ਟੈਨੈਂਸੀ ਕਹਿੰਦੇ ਆ। ਠੀਕ ਹੈ, ਇਹਦੇ ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਆਪਸੀ ਕੋਈ ਡਿਸਪਿਊਟ ਚੱਲਦੇ ਰਹਿੰਦੇ ਸੀਗੇ ਕਿਰਾਏ ਨੂੰ ਲੈ ਕੇ, ਰੈਂਟ ਨੂੰ ਲੈ ਕੇ। ਤਾਂ ਉਹਨਾਂ ਡਿਸਪਿਊਟਸ ਨੂੰ ਰੈਗੂਲੇਟ ਕਰਨ ਦੀ ਖਾਤਰ, ਨਿਪਟਾਉਣ ਦੀ ਖਾਤਰ ਜਿਹੜਾ ਇਹ ਐਕਟ ਬਣਿਆ ਸੀਗਾ 1880। ਪਹਿਲਾਂ ਇਹ ਐਕਟ ਬਣਿਆ ਸੀ 1868 ਦੇ ਵਿੱਚ, ਫਿਰ ਇਹ ਉਹਦੇ ਵਿੱਚ ਕਾਫੀ ਅਮੈਂਡਮੈਂਟਸ ਹੁੰਦੀਆਂ ਰਹੀਆਂ ਸਮੇਂ ਦੇ ਨਾਲ। ਦੈਨ ਜਿਹੜੀਆਂ ਅਮੈਂਡਮੈਂਟਸ ਨੂੰ ਇਨਕਲੂਡ ਕਰਕੇ ਜਿਹੜਾ ਐਕਟ ਬਣ ਗਿਆ 1887। ਸੈਕਸ਼ਨ 29 ਕੀ ਕਹਿੰਦੀ ਹੈ? Remission of rent by courts decreeing the arrears. Remission of rent by courts decreeing the arrears. Arrear ਕੀ ਹੁੰਦਾ ਹੈ? ਜਦੋਂ ਕੋਈ ਟਾਈਮ ਸਿਰ ਕੋਈ ਪੇਮੈਂਟ ਕਿਸੇ ਦੀ ਬਣਦੀ ਹੋਵੇ, ਡਿਊ ਹੋ ਜਾਵੇ, ਨਾ ਦੇ ਪਾਏ, ਤਾਂ ਉਸ ਨੂੰ ਅਸੀਂ ਏਰੀਅਰ ਕਹਿ ਰਹੇ ਹਾਂ। ਏਰੀਅਰ ਆਫ ਰੈਂਟ ਕੀ ਹੋ ਗਿਆ? ਜੋ ਸਮੇਂ ਸਿਰ ਰੈਂਟ ਅਦਾ ਨਹੀਂ ਕੀਤਾ ਕਿਸੇ ਕਿਰਾਏਦਾਰ ਨੇ ਕਿਸੇ ਮਾਲਕ ਨੂੰ, ਤਾਂ ਉਹ ਏਰੀਅਰ ਆਫ ਰੈਂਟ ਬਣ ਗਿਆ। ਠੀਕ ਹੈ, ਉਹ ਏਰੀਅਰ ਆਫ ਰੈਂਟ ਲੈਣ ਦੀ ਖਾਤਰ ਜਦੋਂ ਕੋਈ ਵਿਅਕਤੀ, ਕੋਈ ਲੈਂਡ ਓਨਰ ਕਿਸੇ ਕੋਰਟ ਦੇ ਵਿੱਚ ਜਾਂਦਾ ਹੈ। ਕੋਰਟ ਜਾਣ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਜਿਹੜਾ ਟੇਨੈਂਟ ਹੈਗਾ ਉਹ ਸਿੱਧੇ ਤੌਰ ਤੇ ਜਿਹੜਾ ਹੈਗਾ ਰੈਂਟ ਅਦਾ ਨਾ ਕਰੇ, ਤਾਂ ਜਿਹੜਾ ਲੈਂਡ ਓਨਰ ਹੁੰਦਾ ਆਪਦਾ ਰੈਂਟ ਲੈਣ ਦੀ ਖਾਤਰ ਉਹ ਕੋਰਟ ਦੇ ਵਿੱਚ ਕੋਰਟ ਦਾ ਸਹਾਰਾ ਲੈਂਦਾ ਹੈ। ਸਪੋਜ਼ ਕੋਈ ਲੈਂਡ ਓਨਰ ਕੋਰਟ ਦੇ ਵਿੱਚ ਗਿਆ ਆਪਦਾ ਏਰੀਅਰ ਆਫ ਰੈਂਟ ਲੈਣ ਦੀ ਖਾਤਰ ਟੇਨੈਂਟ ਦੇ ਅਗੇਂਸਟ। ਠੀਕ ਹੈ, ਤਾਂ ਕੋਰਟ ਨੇ ਦੇਖਿਆ, ਜਿਹੜੀ ਕੋਰਟ ਨੇ ਡਿਗਰੀ ਪਾਸ ਕਰਨੀ ਸੀਗੀ, ਉਹਨੇ ਦੇਖਿਆ when it appears to the court making decree area of the rent, ਜਦੋਂ ਕੋਰਟ ਨੇ ਰੈਂਟ ਦੀ ਡਿਗਰੀ ਪਾਸ ਕਰਨੀ ਹੈ, ਕੋਰਟ ਕਿਹੜੀ ਹੁੰਦੀ ਹੈ? ਰੈਵਨਿਊ ਕੋਰਟ, ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ। ਠੀਕ ਹੈ, ਮੇ ਵੀ ਐਸਟੀਮ ਹੋ ਸਕਦੇ ਆ। ਜਦੋਂ ਕੋਰਟ ਨੇ ਏਰੀਆ ਦੀ ਡਿਗਰੀ ਪਾਸ ਕਰਨੀ ਹੈ, ਰੈਂਟ ਦੀ ਡਿਗਰੀ ਪਾਸ ਕਰਨੀ ਹੈ ਟੇਨੈਂਟ ਦੇ ਅਗੇਂਸਟ, ਯਾਨੀ ਕਿ ਲੈਂਡਲੌਰਡ ਦੇ ਹੱਕ ਦੇ ਵਿੱਚ, ਤਾਂ ਕੋਰਟ ਨੇ ਦੇਖਣਾ ਹੈ, ਜੇ ਕੋਰਟ ਨੂੰ ਇਹ ਲੱਗਦਾ ਹੈ, ਦੂਜੀ ਪਾਰਟੀ ਜਦੋਂ ਟੇਨੈਂਟ ਹੈ ਆਪਦੀ ਜਾ ਕੇ ਪੱਖ ਪੇਸ਼ ਕਰਦਾ ਹੈ ਵੀ ਜੇ ਮੇਰੀ ਜਿਹੜੀ ਲੈਂਡ ਹੈਗੀ ਹੈ ਇਹ ਤਾਂ ਸਾਰੀ ਜਿਹੜੀ ਹੈਗੀ ਹੈ ਬੁਰਦਗੀ ਹੋ ਚੁੱਕੀ ਹੈ, ਦਰਿਆ 'ਚ ਰੁੜ ਚੁੱਕੀ ਹੈ, ਮੇਰੇ ਕੋਲੇ ਪੈਦਾਵਾਰ ਨਹੀਂ ਹੋਈ, ਮੈਂ ਰੈਂਟ ਕਿੱਥੋਂ ਅਦਾ ਕਰਾਂ। ਠੀਕ ਹੈ, ਜਾਂ ਫਿਰ ਟੇਨੈਂਟ ਕਹਿੰਦਾ ਹੈ ਵੀ ਸੋਕਾ ਪੈ ਗਿਆ ਸੀਗਾ ਲੈਂਡ ਨੂੰ ਸਾਰੀ ਨੂੰ ਉਸ ਪੀਰੀਅਡ ਦੇ ਵਿੱਚ, ਜਿਸ ਪੀਰੀਅਡ ਦਾ ਜਿਹੜਾ ਰੈਂਟ ਹੈ ਮੈਂ ਨਹੀਂ ਦੇ ਸਕਿਆ, ਉਸ ਸਮੇਂ ਦੇ ਵਿੱਚ ਸੋਕਾ ਪੈ ਗਿਆ ਸੀਗਾ, ਇਰੀਗੇਸ਼ਨ ਦੇ ਕੋਈ ਸਾਧਨ ਨਹੀਂ ਸੀਗੇ, ਪਾਣੀ ਦਾ ਕੋਈ ਸਾਧਨ ਨਹੀਂ ਸੀਗਾ, ਖੇਤ ਕੋਈ ਟਿਊਬਵੈਲ ਨਹੀਂ ਸੀ, ਕੋਈ ਖੂਹ ਨਹੀਂ ਸੀਗਾ। ਠੀਕ ਹੈ, ਲਵਣ ਦੀ ਕੋਈ ਨਹਿਰ ਨਹੀਂ ਸੀ ਲੰਘਦੀ, ਕੋਈ ਨਦੀ ਨਹੀਂ ਸੀ ਲੰਘਦੀ ਜਿੱਥੋਂ ਮੈਂ ਖੇਤ ਨੂੰ ਪਾਣੀ ਦੇ ਕੇ ਆਪਦੀ ਪੈਦਾਵਾਰ ਪ੍ਰੋਡਿਊਸ ਲੈ ਸਕਦਾ। ਜਾਂ ਫਿਰ ਟੇਨੈਂਟ ਹੈ ਇਹ ਸਾਬਤ ਕਰਦਾ ਹੈ ਵੀ ਉਸ ਟਾਈਮ ਦੇ ਵਿੱਚ, ਉਸ ਪੀਰੀਅਡ ਦੇ ਵਿੱਚ, ਜਿਸ ਪੀਰੀਅਡ ਦਾ ਮੈਂ ਰੈਂਟ ਨਹੀਂ ਦੇ ਪਾਇਆ, ਉਸ ਵੇਲੇ ਗੜੇ ਪੈ ਗਏ ਸੀਗੇ। ਗੜੇ ਪੈਣ ਦੇ ਨਾਲ ਜਿਹੜੀ ਸਾਰੀ ਫਸਲ ਸੀ ਉਹ ਬਰਬਾਦ ਹੋ ਚੁੱਕੀ ਸੀਗੀ। ਬਰਬਾਦ ਹੋਣ ਦੇ ਕਰਕੇ ਜਿਹੜਾ ਮੇਰੇ ਕੋਲ ਪ੍ਰੋਡਿਊਸ ਨਹੀਂ ਹੋਈ, ਜਿਸ ਕਰਕੇ ਮੈਂ ਰੈਂਟ ਨਹੀਂ ਅਦਾ ਕਰ ਸਕਿਆ। ਜਾਂ ਫਿਰ ਉਹ ਇਹ ਸਾਬਤ ਕਰ ਦੇਵੇ ਵੀ ਹਨੇਰੀਆਂ ਚੱਲੀਆਂ, ਤੂਫਾਨ ਚੱਲੇ, ਮੇਰੀ ਜ਼ਮੀਨ ਦੇ ਉੱਪਰ, ਜਿਵੇਂ ਪਹਿਲਾਂ ਆਪਾਂ ਦੇਖਦੇ ਆ ਰਹੇ ਹਾਂ ਅੱਜ ਤੋਂ 20-30 ਸਾਲ ਪਹਿਲਾਂ, 40 ਸਾਲ ਪਹਿਲਾਂ ਟਿੱਬੇ ਹੁੰਦੇ ਸੀਗੇ, ਮੇਰੀ ਜ਼ਮੀਨ ਟਿੱਬੇ ਦੇ ਰੂਪ 'ਚ ਚੇਂਜ ਹੋ ਗਈ, ਰੇਤਾ ਚੜ੍ਹ ਗਿਆ ਜ਼ਮੀਨ ਦੇ ਉੱਪਰ। ਠੀਕ ਹੈ, ਮੈਂ ਕੋਈ ਫਸਲ ਪੈਦਾਵਾਰ ਨਹੀਂ ਕਰ ਸਕਿਆ, ਜਿਸ ਕਰਕੇ ਮੈਂ ਰੈਂਟ ਵੀ ਅਦਾ ਨਹੀਂ ਕਰ ਸਕਿਆ। ਜਾਂ ਕੋਈ ਹੋਰ ਨੈਚੁਰਲ ਕਲੈਮਿਟੀ ਆ ਗਈ, ਇੱਦਾਂ ਦੀ ਕੋਈ ਕਲੈਮਿਟੀ ਆ ਗਈ ਜਿਸ ਕਰਕੇ ਜਿਹੜਾ ਹੈਗਾ ਸੀਗਾ, ਕੋਈ ਮੌਸਮ ਦੇ ਵਿੱਚ ਤਬਦੀਲੀ ਆਈ, ਕੋਈ ਵੀ ਰੀਜ਼ਨ ਹੋਇਆ ਜਿਸ ਕਰਕੇ ਜਿਹੜੀ ਪੈਦਾਵਾਰ ਸੀਗੀ ਉਹ ਨਹੀਂ ਹੋਈ, ਪੈਦਾਵਾਰ ਨਾ ਹੋਣ ਦੇ ਕਾਰਨ ਹੀ ਜਿਹੜਾ ਰੈਂਟ ਹੈਗਾ ਉਹ ਅਦਾ ਨਹੀਂ ਕੀਤਾ ਜਾ ਸਕਿਆ। ਜੇ ਕੋਰਟ ਨੂੰ ਇਹ ਸਾਬਤ ਕਰ ਦੇਵੇ ਟੇਨੈਂਟ ਵੀ ਇੱਦਾਂ ਦੇ ਕੋਈ ਹਾਲਾਤ ਸੀਗੇ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ, ਤਾਂ ਜਿਹੜੀ ਕੋਰਟ ਹੈਗੀ ਹੈ, the court with the provisions of the sanction of the collector, ਜਿਹੜੀ ਕੋਰਟ ਹੈਗੀ ਹੈ, ਕੋਰਟ ਕਿਹੜੀ? ਤਹਿਸੀਲਦਾਰ, ਰੈਵਨਿਊ ਆਫੀਸਰ ਦੀ ਕੋਰਟ ਜਿਹੜੀ ਹੋਏਗੀ, ਉਹ ਕੋਰਟ ਕਲੈਕਟਰ ਤੋਂ ਪਰਮਿਸ਼ਨ ਲੈ ਕੇ ਉਸ ਪੀਰੀਅਡ ਦਾ ਜਿਹੜਾ ਰੈਂਟ ਹੈਗਾ ਉਹ ਸਾਰਾ ਰਿਮਿਟ ਕਰ ਸਕਦੀ ਹੈ, ਮਤਲਬ ਮਾਫ ਕਰ ਸਕਦੀ ਹੈ। ਜਦੋਂ ਕੋਰਟ ਨੇ ਰਿਮਿਸ਼ਨ ਦਾ ਆਰਡਰ ਕਰਤਾ
then ਜਿਹੜਾ tenant ਮਾਲ ਓਨਰ ਹੈਗਾ he is not entitled to get the rent from the tenant। ਸੈਕਸ਼ਨ 29 ਇਹ ਕਹਿੰਦਾ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਕੋਰਟ ਹੈ ਵਿਦ ਦਾ ਪ੍ਰੀਵੀਅਸ ਪ੍ਰੋਵੀਜ਼ਨ ਆਫ ਦਾ ਕਲੈਕਟਰ ਜਿਹੜਾ ਰੈਂਟ ਹੈਗਾ ਉਹ ਮਾਫ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 30 remission suspension of rent consequent like treatment of the land revenue। ਦੇਖੋ ਉੱਪਰ ਆਪਾਂ ਪੜ੍ਹੇ ਹੈ ਹਾਲਾਤ, ਕਿਹੜੇ ਹਾਲਾਤ? ਬੁਰਦਗੀ ਹੋ ਜਾਵੇ, ਬੁਰਦਗੀ ਹੋ ਜਾਏ, ਅਲੂਵੀਅਨ ਡਲੂਵੀਅਨ ਜਿਹਨੂੰ ਅਸੀਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਡਲੂਵੀਅਨ ਹੋ ਜਾਵੇ, ਸੋਕਾ ਪੈ ਜਾਵੇ, ਗੜੇ ਪੈ ਜਾਣ, ਰੇਤਾ ਚੜ ਜਾਏ ਜ਼ਮੀਨ ਦੇ ਉੱਪਰ, ਸਲਾਬ ਚੜ ਜਾਵੇ ਜ਼ਮੀਨ ਦੇ ਉੱਪਰ, ਕੋਈ ਵੀ ਨੈਚੁਰਲ ਕਲੈਮਿਟੀ ਹੋ ਜਾਵੇ। ਠੀਕ ਹੈ, ਚਾਹੇ ਤਾਂ ਜ਼ਮੀਨ ਹੀ ਘਟ ਜਾਵੇ ਬੁਰਦਗੀ ਹੋਣ ਦੇ ਨਾਲ, ਚਾਹੇ ਜ਼ਮੀਨ ਨਾ ਘਟੇ ਬੇਸ਼ੱਕ, ਪਰ ਐਸੀ ਨੈਚੁਰਲ ਕਲੈਮਿਟੀ ਕੋਈ ਹੋਣ ਦੇ ਕਰਕੇ ਪੈਦਾਵਾਰ ਨਾ ਹੋਵੇ, ਜਿਸ ਕਰਕੇ ਕੀ ਹੈਗਾ ਲੋਕ ਇਕੱਠੇ ਹੋ ਕੇ ਕਲੈਕਟਰ ਦੇ ਕੋਲੇ ਜਾਣ, ਕਲੈਕਟਰ ਦੇ ਕੋਲੇ ਜਾ ਕੇ ਆਪਦਾ ਪੱਖ ਪੇਸ਼ ਕਰਨ ਵੀ ਇਸ ਸਮੇਂ ਦਾ ਜਿਹੜਾ ਲੈਂਡ ਰੈਵਨਿਊ ਹੈ ਉਹ ਮਾਫ ਕੀਤਾ ਜਾਵੇ ਜਾਂ ਸਸਪੈਂਡ ਕੀਤਾ ਜਾਵੇ। ਜਿਸ ਪੀਰੀਅਡ ਦੇ ਵਿੱਚ ਐਸੀ ਕੋਈ ਕਲੈਮਿਟੀ ਆਈ, ਚਾਹੇ ਬੁਰਦਗੀ ਹੋਈ, ਚਾਹੇ ਗੜੇ ਪੈ ਗਏ, ਸੋਕਾ ਪੈ ਗਿਆ, ਠੀਕ ਹੈ, ਮੇਬੀ ਕੋਈ ਵੀ ਕਾਰਨ ਹੋਇਆ ਹੋਵੇ ਨੈਚੁਰਲ ਕਲੈਮਿਟੀ ਦਾ, ਤਾਂ ਲੋਕ ਇਕੱਠੇ ਹੋ ਕੇ ਕਲੈਕਟਰ ਕੋਲ ਜਾਣ ਵੀ ਸਾਡਾ ਜਿਹੜਾ ਮਾਮਲਾ ਹੈਗਾ, ਮਾਮਲਾ ਲੈਂਡ ਰੈਵਨਿਊ ਇਸ ਸਮੇਂ ਦਾ ਹੈਗਾ ਉਹ ਰਿਮਿਟ ਕਰ ਦਿੱਤਾ ਜਾਵੇ ਜਾਂ ਸਸਪੈਂਡ ਕਰ ਦਿੱਤਾ ਜਾਵੇ। ਰੈਂਟ ਸਸਪੈਂਸ਼ਨ ਆਫ ਰੈਂਟ ਕੰਸੀਕੁਐਂਟ ਲਾਈਕ ਟ੍ਰੀਟਮੈਂਟ ਆਫ ਦਾ ਲੈਂਡ ਰੈਵਨਿਊ। ਜੇ ਸਰਕਾਰ ਉਸ ਪੀਰੀਅਡ ਦਾ, ਉਸ ਪਿੰਡ ਦਾ, ਉਸ ਏਰੀਏ ਦਾ ਕੋਈ ਜਿਹੜਾ ਲੈਂਡ ਰੈਵਨਿਊ ਹੈ ਉਹ ਮਾਫ ਕਰਦੀ ਹੈ ਜਾਂ ਸਸਪੈਂਡ ਕਰਦੀ ਹੈ, ਠੀਕ ਹੈ, ਤਾਂ ਉਹ ਲੈਂਡ ਰੈਵਨਿਊ ਦਾ ਮਾਫ ਹੋਣਾ ਜਾਂ ਲੈਂਡ ਰੈਵਨਿਊ ਦਾ ਸਸਪੈਂਡ ਹੋਣਾ ਸੇਮ ਜਿਹੜੀ ਰੇਸ਼ੋ ਹੈਗੀ ਹੈ ਉਹ ਰੈਂਟ ਦੇ ਉੱਪਰ ਲੱਗ ਜਾਂਦੀ ਹੈ। ਜੇ ਸਰਕਾਰ ਨੇ ਲੈਂਡ ਰੈਵਨਿਊ 50% ਮਾਫ ਕਰ ਦਿੱਤਾ, ਠੀਕ ਹੈ, ਤਾਂ ਜਿਹੜਾ ਰੈਂਟ ਹੋਏਗਾ ਉਹ ਵੀ ਉਸੇ ਤਰੀਕੇ ਨਾਲ ਮਾਫ, ਉਨੀ ਪ੍ਰਪੋਰਸ਼ਨਲੀ ਮਾਫ ਹੋ ਜਾਏਗਾ। ਜੇਕਰ ਸਰਕਾਰ ਨੇ ਜਿਹੜਾ ਲੈਂਡ ਰੈਵਨਿਊ ਹੈਗਾ ਉਹਨੂੰ 1 ਸਾਲ ਦੇ ਲਈ ਜਾਂ 6 ਮਹੀਨਿਆਂ ਦੇ ਲਈ ਸਸਪੈਂਡ ਕਰ ਦਿੱਤਾ, ਤਾਂ ਜਿਹੜਾ ਰੈਂਟ ਹੈ ਉਹ ਵੀ 6 ਮਹੀਨਿਆਂ ਲਈ ਜਾਂ ਸਾਲ ਦੇ ਲਈ ਸਸਪੈਂਡ ਹੋ ਜਾਏਗਾ। ਠੀਕ ਹੈ ਜੀ। ਇਹ ਸੇਮ ਜੋ ਲੈਂਡ ਰੈਵਨਿਊ ਤੇ ਹੋਇਆ ਵਾਪਰਿਆ ਉਹੀ ਰੈਂਟ ਦੇ ਉੱਪਰ ਵਾਪਰੇਗਾ। ਸੈਕਸ਼ਨ 30 ਕਹਿੰਦਾ ਹੈਗਾ no suit against order passed under subsection 1। ਜੇ ਕੋਈ ਏਦਾਂ ਦਾ ਆਰਡਰ ਕਰ ਦਿੱਤਾ ਕੋਰਟ ਨੇ ਵੀ ਤੁਹਾਡਾ ਹੁਣ ਜਿਹੜਾ ਰੈਂਟ ਹੈਗਾ ਉਹ ਵੀ ਇਸੇ ਲੈਂਡ ਰੈਵਨਿਊ ਦੀ ਤਰ੍ਹਾਂ ਸਸਪੈਂਡ ਹੋਏਗਾ ਜਾਂ ਰਿਮਿਸ਼ਨ ਹੋਏਗੀ, ਰੈਂਟ ਜਾਂ ਮਾਫ ਹੋਏਗਾ ਪਰਮਾਨੈਂਟ ਤੌਰ ਤੇ, ਏਦਾਂ ਦਾ ਕੋਈ ਆਰਡਰ ਐਸਾ ਮਤਲਬ ਕਿ ਅੰਡਰ ਸਬਸੈਕਸ਼ਨ 1 ਰੈਵਨਿਊ ਕੋਰਟ ਵੱਲੋਂ ਕਰ ਦਿੱਤਾ ਜਾਂਦਾ ਹੈ, ਤਾਂ ਉਸ ਆਰਡਰ ਦੇ ਖਿਲਾਫ ਨੋ ਸੂਟ, ਕੋਈ ਸੂਟ ਫਾਈਲ ਨਹੀਂ ਕੀਤਾ ਜਾ ਸਕੇਗਾ ਲੈਂਡਲੌਰਡ। ਠੀਕ ਹੈ ਜੀ। ਇਹ ਸੂਟ ਸ਼ੈਲ ਨਾਟ ਲਾਈ ਫਾਰ ਦਾ ਰਿਕਵਰੀ ਆਫ ਦਾ ਰੈਂਟ। ਇਦਾਂ ਦੇ ਕੇਸ ਦੇ ਵਿੱਚ ਜਿਹੜੀ ਰੈਂਟ ਦੀ ਰਿਕਵਰੀ ਵੀ ਨਹੀਂ ਕੀਤੀ ਜਾ ਸਕਦੀ। ਰੈਂਟ ਦੀ ਰਿਕਵਰੀ ਕਰਨ ਵਾਸਤੇ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ ਜਿੱਥੇ ਲੈਂਡ ਰੈਵਨਿਊ ਦੇ ਕਾਰਨ, ਲੈਂਡ ਰੈਵਨਿਊ ਦੇ ਘਟਣ ਜਾਂ ਵਧਣ ਦੇ ਕਾਰਨ, ਸਸਪੈਂਡ ਜਾਂ ਰਿਮਿਟ ਹੋਣ ਦੇ ਕਾਰਨ ਟੇਨੈਂਟ ਦੇ ਜਿਹੜੇ ਟੇਨੈਂਟ ਨੇ ਜੋ ਰੈਂਟ ਦੇਣਾ ਸੀਗਾ ਉਹ ਰੈਂਟ ਦੇ ਵਿੱਚ ਘਾਟਾ ਵਾਧਾ ਕੀਤਾ ਗਿਆ ਹੈ। ਤਾਂ ਇੱਦਾਂ ਦੇ ਜਿਹੜੇ ਘਾਟਾ ਵਾਧਾ ਕਰਨ ਦੇ ਨਾਲ ਕੋਈ ਵੀ ਜਿਹੜਾ ਲੈਂਡ ਓਨਰ ਹੈਗਾ ਉਹ ਕਿਸੇ ਵੀ ਕੋਰਟ ਦੇ ਵਿੱਚ ਉਸ ਪੀਰੀਅਡ ਦੀ ਰੈਂਟ ਦੀ ਰਿਕਵਰੀ ਕਰਨ ਦੀ ਲੈਣ ਦੇ ਖਾਤਰ ਸੂਟ ਫਾਈਲ ਨਹੀਂ ਕਰ ਸਕਦਾ। ਜਿਹੜਾ ਇਹੀ ਸਸਪੈਂਸ਼ਨ ਪੀਰੀਅਡ ਹੋਏਗਾ, ਮੰਨ ਲਓ ਜਿਹੜਾ ਲੈਂਡ ਰੈਵਨਿਊ ਮਾਫ ਸਸਪੈਂਡ ਕਰ ਦਿੱਤਾ ਕੁਝ ਸਮੇਂ ਦੇ ਲਈ, ਠੀਕ ਹੈ, ਸਸਪੈਂਸ਼ਨ ਪੀਰੀਅਡ ਐਕਸਕਲੂਡਡ ਫਾਰ ਦਾ ਲਿਮਿਟੇਸ਼ਨ ਇਨ ਦਾ ਰਿਕਵਰੀ ਆਫ ਦਾ ਸੂਟ ਆਫ ਰੈਂਟ। ਅਸੀਂ ਕਹਿੰਦੇ ਹਾਂ ਵੀ ਜਿਹੜਾ ਟੇਨੈਂਟ ਹੈਗਾ ਉਸਨੇ ਕਿਸੇ ਲਿਮਿਟਡ ਟਾਈਮ ਦੇ ਵਿੱਚ ਜਿਹੜੀ ਰਿਕਵਰੀ ਦੇਣੀ ਸੀਗੀ, ਉਹਦੀ ਕੋਈ ਡਿਗਰੀ ਪਾਸ ਹੋਈ ਸੀਗੀ ਕਿਸੇ ਟੇਨੈਂਟ ਦੇ ਖਿਲਾਫ, ਲੈਂਡਲੌਰਡ ਦੇ ਹੱਕ ਦੇ ਵਿੱਚ ਕੋਈ ਡਿਗਰੀ ਪਾਸ ਹੋਈ ਸੀਗੀ। ਕਾਹਦੀ ਡਿਗਰੀ ਪਾਸ ਹੋਈ ਸੀ? ਕੋਈ ਏਰੀਅਰ ਦੇਣੇ ਸੀ ਉਸਨੇ ਲੈਂਡਲੌਰਡ ਤੇ। ਉਹ ਜਿਹੜੀ ਡਿਗਰੀ ਦੇ ਵਿੱਚ ਸਮਾਂ ਨਿਯਤ ਕੀਤਾ ਗਿਆ ਸੀ ਕਿ ਤੁਸੀਂ 1 ਸਾਲ ਦੇ ਅੰਦਰ ਅੰਦਰ ਜਿਹੜਾ ਹੈਗਾ ਰੈਂਟ ਅਦਾ ਕਰੋਗੇ, ਨਹੀਂ ਤਾਂ ਤੁਹਾਨੂੰ ਜਿਹੜਾ ਹੈਗਾ ਬੇਦਖਲ ਕਰ ਦਿੱਤਾ ਜਾਵੇਗਾ। ਪਰ ਇਨ ਬਿਟਵੀਨ ਜੇ ਕੋਈ ਐਸਾ ਆਰਡਰ ਆ ਗਿਆ, ਕਿਹੜਾ ਲੈਂਡ ਰੈਵਨਿਊ ਰਿਮਿਟ ਕਰ ਦਿੱਤਾ ਜਾਂ ਲੈਂਡ ਰੈਵਨਿਊ ਮਾਫ ਕਰ ਦਿੱਤਾ, ਤਾਂ ਜਿਹੜੀ ਉਹ ਡਿਗਰੀ ਹੈਗੀ ਹੈ, ਡਿਗਰੀ ਦੇ ਲਈ ਉਹ ਜਿਹੜਾ ਪੀਰੀਅਡ ਹੈਗਾ ਉਹਨਾਂ ਪੀਰੀਅਡ ਡਿਗਰੀ ਦੇ ਸਮੇਂ ਦੇ ਵਿੱਚੋਂ ਵੀ ਐਕਸਕਲੂਡ ਕੀਤਾ ਜਾਵੇਗਾ। ਮੰਨ ਲਓ ਕੋਰਟ ਨੇ ਕਿਹਾ ਸੀ ਵੀ 1 ਸਾਲ ਦੇ ਅੰਦਰ ਅੰਦਰ ਤੁਹਾਨੂੰ ਜਿਹੜਾ ਰੈਂਟ ਅਦਾ ਕਰਨਾ ਪਏਗਾ, ਨਹੀਂ ਤੁਹਾਨੂੰ ਬੇਦਖਲ ਕਰ ਦਿੱਤਾ ਜਾਵੇਗਾ। ਹੁਣ 6 ਮਹੀਨੇ ਦਾ ਜਿਹੜਾ ਸਮਾਂ ਹੈਗਾ, 6 ਮਹੀਨੇ ਦੇ ਲਈ ਜਿਹੜਾ ਲੈਂਡ ਰੈਵਨਿਊ ਹੈ ਜਾਂ ਰੈਂਟ ਹੈ 6 ਮਹੀਨੇ ਦੇ ਲਈ ਸਸਪੈਂਡ ਕੀਤਾ ਗਿਆ।
ਹੁਣ ਇਹ ਜਿਹੜਾ 6 ਮਹੀਨੇ ਦਾ ਸਮਾਂ ਹੈਗਾ ਇਹਨੂੰ ਕੱਢ ਕੇ ਹੀ 1 ਸਾਲ ਦਾ ਸਮਾਂ ਫਿਰ ਗਿਣਿਆ ਜਾਏਗਾ, ਜਿਵੇਂ 6 ਮਹੀਨੇ ਦਾ ਸਮਾਂ ਵਿੱਚੋਂ ਕੱਢ ਦਿੱਤਾ ਜਾਵੇਗਾ ਉਸ ਪੀਰੀਅਡ ਦੇ ਵਿੱਚ। ਜੇ ਕੋਈ ਅੰਡਰ ਸੈਕਸ਼ਨ 5 ਦੇ ਵਿੱਚ ਹੈਗਾ, ਸਬ ਸੈਕਸ਼ਨ 5 ਦੇ ਵਿੱਚ ਜੇ ਕੋਈ ਲੈਂਡਲੋਰਡ ਫਿਰ ਵੀ ਆਪਣੇ ਟੈਨੈਂਟ ਤੋਂ ਉਸ ਸਸਪੈਂਡਡ ਪੀਰੀਅਡ ਦਾ ਜਾਂ ਉਸ ਰਿਮਿਟ ਹੋਏ ਪੀਰੀਅਡ ਦਾ, ਰਿਮਿਟ ਕੀਤੇ ਹੋਏ ਰੈਂਟ ਦਾ ਜਿਹੜਾ ਹੈਗਾ ਰੈਂਟ ਹੈ ਫਿਰ ਵੀ ਵਸੂਲ ਕਰ ਲੈਂਦਾ ਹੈ, ਤਾਂ ਜਿਹੜਾ ਹੈਗਾ ਉਹ ਇਫ ਲੈਂਡਲੋਰਡ collects any rent of suspended or remission, revenue officer recovery and penalty, ਤਾਂ revenue officer ਵੱਲੋਂ ਦੁਬਾਰਾ ਉਹ ਰਿਕਵਰੀ ਕਰਕੇ ਲੈਂਡਲੋਰਡ ਤੋਂ ਟੈਨੈਂਟ ਨੂੰ ਦਿੱਤੀ ਜਾ ਸਕਦੀ ਹੈ ਤੇ ਜਿਹੜਾ ਲੈਂਡਲੋਰਡ ਹੈਗਾ ਉਸ ਨੂੰ ਪੈਨਲਟੀ ਵੀ ਲਗਾਈ ਜਾ ਸਕਦੀ ਹੈ। ਨੈਕਸਟ ਹੈਗਾ ਸਬਸੈਕਸ਼ਨ 7 ਦੇ ਵਿੱਚ ਕੀ ਹੈਗਾ, ਐਨੀ ਸਮ ਰਿਕਵਰੀ ਅੰਡਰ ਸੈਕਸ਼ਨ 5 ਏਰੀਆ ਫॉर ਲੈਂਡ ਰੈਵਨਿਊ, ਜੇ ਕੋਈ ਇਦਾਂ ਦੀ ਕੋਈ ਜਿਹੜਾ ਲੈਂਡਲੋਰਡ ਹੈਗਾ ਕੋਈ ਆਪਣੇ ਟੈਨੈਂਟ ਤੋਂ ਕਿਸੇ ਧੋਖੇ ਨਾਲ ਜਾਂ ਪ੍ਰੈਸ਼ਰ ਦੇ ਨਾਲ, ਠੀਕ ਹੈ, ਲੈਂਡ ਰੈਵਨਿਊ ਫਿਰ ਵੀ ਲੈ ਲੈਂਦਾ ਪਰ ਸਰਕਾਰ ਨੇ ਮਾਫ ਕੀਤਾ ਹੋਇਆ ਹੁੰਦਾ ਹੈ, ਜਿਹੜੀ ਇਹਦੀ ਇਸ ਲੈਂਡ ਰੈਵਨਿਊ ਲਏ ਹੋਏ ਦੀ ਜਿੱਦਾਂ ਆਪਸੀ ਐਡਜਸਟਮੈਂਟ ਹੋ ਜਾਂਦੀ ਹੈ ਉਹਨਾਂ ਦੀ, ਠੀਕ ਹੈ, ਲੈਂਡਲੋਰਡ ਤੇ ਟੈਨੈਂਟ ਦੀ ਨਹੀਂ, ਇਹ ਵਾਲੀ ਜਿਹੜੀ ਰਿਕਵਰੀ ਹੈਗੀ ਹੈ ਉਹ ਵਾਪਸ ਲਈ ਜਾ ਸਕਦੀ ਹੈ ਲੈਂਡਲੋਰਡ ਤੋਂ ਐਜ਼ ਏ ਏਰੀਅਰ ਆਫ ਲੈਂਡ ਰੈਵਨਿਊ, ਜਿਵੇਂ ਕਿ ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 90 ਹੈਗੇ ਆ ਉਸ ਐਕਟ ਦੇ ਸੈਕਸ਼ਨ ਦੇ ਤਹਿਤ, ਜਿਵੇਂ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ ਆਪਾਂ ਗੱਲ ਪਹਿਲਾਂ ਪੜ੍ਹ ਕੇ ਗਏ ਸੀਗੇ, ਠੀਕ ਹੈ, ਉਸ ਐਕਟ ਦੇ ਤਹਿਤ ਜਿਹੜੀ ਰਿਕਵਰੀ ਕੀਤੀ ਜਾ ਸਕਦੀ। ਨੈਕਸਟ ਆ ਗਿਆ ਸੈਕਸ਼ਨ 31 ਪਾਵਰ ਟੂ ਡਿਪੋਜ਼ਿਟ ਰੈਂਟਸ ਵਿਦ ਰੈਵਨਿਊ ਆਫਿਸਰ। ਕੁਝ ਕਾਰਨ ਆਪਾਂ ਦੇਖਦੇ ਹਾਂ, ਆਪਾਂ ਪਿੰਡਾਂ ਜਦੋਂ ਮਾਮਲਾ ਤੁਸੀਂ ਇਕੱਠੇ ਕਰਦੇ ਸੀਗੇ ਦੇਖਦੇ ਸੀ ਕੁਝ ਮਾਲਕਾਂ ਦੀ ਜਿਹੜੀ ਹੈਗੀ ਹੈ ਨੰਬਰਦਾਰ ਦੇ ਨਾਲ ਕੋਈ ਅਣਬਣ ਹੋ ਜਾਂਦੀ ਸੀ ਕਿਸੇ ਕਾਰਨ, ਜਾਂ ਨੰਬਰਦਾਰ ਕਹਿੰਦਾ ਸੀ ਮਾਮਲਾ ਮੈਂ ਇੰਨਾ ਲੈਣਾ ਹੈ ਤੇ ਮਾਲਕ ਕਹਿੰਦਾ ਸੀ ਮਾਮਲਾ ਇੰਨਾ ਦੇਣਾ ਹੈ, ਠੀਕ ਹੈ, ਐਸੇ ਕੁਝ ਰੀਜਨ ਹੋ ਸਕਦੇ ਹੈ। ਜੇਕਰ ਕੋਈ ਲੈਂਡਲੋਰਡ ਹੈ ਜਾਂ ਅਸਲੀ ਲੈਂਡਲੋਰਡ ਦੀ ਡੈਥ ਹੋ ਗਈ ਤੇ ਉਹ ਇਹ ਸਪੈਸੀਫਾਈ ਨਹੀਂ ਕਰ ਸਕਦਾ ਟੈਨੈਂਟ ਵੀ ਮੈਂ ਮਾਮਲਾ ਦੇਵਾਂ ਕਿਹਨੂੰ, ਅਜਿਹੇ ਕੁਝ ਰੀਜ਼ਨ ਹੁੰਦੇ ਆ ਜਿੱਥੇ ਕੀ ਹੈ ਪਾਵਰ ਹੈਗੀ ਤੇ ਰੈਵਨਿਊ ਆਫਿਸਰ ਨੂੰ ਜਿਹੜਾ ਹੈਗਾ ਰੈਵਨਿਊ ਆਫਿਸਰ ਕੋਲ ਜਿਹੜਾ ਰੈਂਟ ਹੈਗਾ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਸੈਕਸ਼ਨ 31 ਚ ਹੈਗਾ ਪਾਵਰ ਟੂ ਡਿਪੋਜ਼ਿਟ ਰੈਂਟ ਵਿਦ ਰੈਵਨਿਊ ਆਫਿਸਰ, ਠੀਕ ਹੈ, ਕਿਵੇਂ ਕਿਹੜੇ ਹਾਲਾਤਾਂ ਚ ਲੈਂਡਲੋਰਡ ਰਿਫਿਊਜ਼ਸ ਟੂ ਰਿਸੀਵ ਨਾਟ ਗਿਵ ਦਾ ਰਸੀਟ, ਜਦ ਤੱਕ ਲੈਂਡਲੋਰਡ ਜਿਹੜਾ ਹੈਗਾ ਉਹ ਰੈਂਟ ਲਵੇ ਨਾ ਜਾਂ ਰੈਂਟ ਲਵੇ ਤੇ ਉਹਦੀ ਰਸੀਦ ਨਾ ਦੇਵੇ, ਅਜਿਹੇ ਕੇਸ ਦੇ ਵਿੱਚ ਜੇਕਰ ਟੈਨੈਂਟ ਚਾਹੁੰਦਾ ਹੈ ਤਾਂ ਉਹ ਰੈਵਨਿਊ ਆਫਿਸਰ ਕੋਲੇ ਜਿਹੜਾ ਰੈਂਟ ਹੈਗਾ ਜਮ੍ਹਾਂ ਕਰਵਾ ਸਕਦਾ ਹੈ। ਜਿੱਦਾਂ ਰੈਵਨਿਊ ਆਫਿਸਰ ਕੋਲੇ ਰੈਂਟ ਜਮ੍ਹਾਂ ਹੋ ਗਿਆ ਤਾਂ ਉਹਦੀ ਜਿਹੜੀ ਲਾਇਬਿਲਿਟੀ ਹੈ ਉਹ ਖਤਮ ਹੋ ਜਾਂਦੀ ਹੈ। ਟੈਨੈਂਟ ਹੈਜ਼ ਡਾਊਟ ਆਫ ਦਾ ਪਰਸਨ, ਦੂਜਾ ਕੇਸ, ਪਹਿਲਾ ਕੇਸ ਇਹ ਹੈ ਜਿੱਥੇ ਲੈਂਡਲੋਰਡ ਰੈਂਟ ਲਵੇ ਨਾ ਜਾਂ ਰੈਂਟ ਲਵੇ ਤਾਂ ਰਸੀਦਾਂ ਦੇਵੇ, ਦੂਜਾ ਕੇਸ ਇਹ ਹੈ ਵੀ ਜੇਕਰ ਜਦੋਂ ਟੈਨੈਂਟ ਨੂੰ ਇਹ ਡਾਊਟ ਹੋ ਜਾਵੇ ਵੀ ਮੈਂ ਮਾਮਲਾ ਕਿਹੜੇ ਲੈਂਡਲੋਰਡ ਨੂੰ ਦੇਵਾਂ, ਲੈਂਡਲੋਰਡ ਹੁਣ 2 3 4 ਕਲੇਮ ਕਰ ਰਹੇ ਨੇ, ਅਸਲ ਲੈਂਡਲੋਰਡ ਦੀ ਡੈਥ ਹੋ ਗਈ, ਠੀਕ ਹੈ, ਹੁਣ 2 3 ਬੰਦੇ ਕਲੇਮ ਕਰ ਰਹੇ ਨੇ ਵੀ ਮੈਂ ਮਾਲਕਾਂ ਤੇ ਉਸ ਇਸ ਗੱਲ ਦਾ ਉਹਨੂੰ ਡਾਊਟ ਹੈਗਾ ਟੈਨੈਂਟ ਨੂੰ, ਤਦ ਵੀ ਉਹ ਜਿਹੜਾ ਹੈਗਾ ਰੈਵਨਿਊ ਆਫਿਸਰ ਕੋਲ ਜਾ ਕੇ ਰੈਂਟ ਜਮ੍ਹਾਂ ਕਰਵਾ ਸਕਦਾ ਹੈ। ਟੈਨੈਂਟ ਮੇ ਅਪਲਾਈ ਟੂ ਦਾ ਰੈਵਨਿਊ ਆਫਿਸਰ, ਜਦੋਂ ਜਮ੍ਹਾਂ ਕਰਵਾਉਣਾ ਹੈ ਤਾਂ ਉਹਦਾ ਪ੍ਰੋਸੀਜਰ ਕੀ ਹੈ, ਤਾਂ ਐਪਲੀਕੇਸ਼ਨ ਦਿੱਤੀ ਜਾਵੇਗੀ ਰੈਵਨਿਊ ਆਫਿਸਰ ਕੋਲੇ, ਰੈਵਨਿਊ ਆਫਿਸਰ ਕੀ ਕਰੇਗਾ ਉਹ ਐਪਲੀਕੇਸ਼ਨ ਲਏਗਾ ਤੇ ਨਾਲ ਹੀ ਉਹਦੀ ਕਾਸਟ ਜਿਹੜੀ ਹੋਏਗੀ ਸਮਨ ਜਾਰੀ ਕਰਨ ਵਗੈਰਾ ਦੀ ਜਿਹੜੀ ਕਾਸਟ ਹੈਗੀ ਹੈ, ਠੀਕ ਹੈ, ਉਹ ਵੀ ਨਾਲ ਤੋਂ ਜਮ੍ਹਾਂ ਕਰਵਾਏਗਾ। ਇਹ ਲੈ ਕੇ ਉਸ ਤੋਂ ਬਾਅਦ ਰੈਵਨਿਊ ਆਫਿਸਰ ਵਿਲ ਡਿਪੋਜ਼ਿਟ ਇਟ ਇਫ ਸੈਟਿਸਫਾਈਡ ਔਨ ਦਾ ਐਪਲੀਕੇਸ਼ਨ ਆਫਟਰ ਗੈਟਿੰਗ ਦਾ ਫੀ, ਠੀਕ ਹੈ, ਫੀਸ ਵਗੈਰਾ ਲੈ ਕੇ ਰੈਵਨਿਊ ਆਫਿਸਰ ਤੋਂ ਜਮ੍ਹਾਂ ਕਰਵਾ ਲਏਗਾ ਜਿਹੜਾ ਰੈਂਟ ਹੋਏਗਾ। ਫਿਰ ਕੀ ਹੈ ਸੈਕਸ਼ਨ 32 ਚ ਕੀ ਕਿਹਾ ਹੈ, ਇਫੈਕਟ ਆਫ ਦਾ ਡਿਪੋਜ਼ਿਟ ਰੈਂਟ ਵਿਦ ਰੈਵਨਿਊ ਆਫਿਸਰ, ਰੈਵਨਿਊ ਆਫਿਸਰ ਕੋਲੇ ਜਿਹੜਾ ਰੈਂਟ ਜਮ੍ਹਾਂ ਕਰਾਉਂਦਾ ਉਹਦਾ ਇਫੈਕਟ ਕੀ ਹੋਏਗਾ, ਕੀ ਇਫੈਕਟ ਹੋਏਗਾ, ਇਟ ਸ਼ੈਲ ਬੀ ਡੀਮਡ ਟੂ ਬੀ ਪੇਮੈਂਟ ਮੇਡ ਬਾਈ ਦਾ ਟੈਨੈਂਟ ਟੂ ਦਾ ਲੈਂਡਲੋਰਡ। ਇਹ ਪ੍ਰਜ਼ੂਮ ਕੀਤਾ ਜਾਵੇਗਾ ਵੀ ਜਿਹੜੀ ਇਹ ਰੈਂਟ ਹੈ ਜੇ ਟੈਨੈਂਟ ਨੇ ਰੈਂਟ ਤਹਿਸੀਲਦਾਰ ਕੋਲੇ ਜਮ੍ਹਾਂ ਕਰਾ ਦਿੱਤਾ, ਠੀਕ ਹੈ, ਤਾਂ ਇਹ ਸਮਝ ਲਿਆ ਜਾਵੇਗਾ ਵੀ ਇਹ ਰੈਂਟ ਟੈਨੈਂਟ ਨੇ ਮਾਲਕ ਨੂੰ ਦੇ ਦਿੱਤਾ। ਸਬਸੈਕਸ਼ਨ 32 ਦਾ 1 ਸਬਸੈਕਸ਼ਨ 2 ਦੇ ਵਿੱਚ ਕੀ ਹੋਏਗਾ, ਨੋਟਿਸ ਆਫ ਦਾ ਲੈਂਡਲੋਰਡ, ਨੋਟਿਸ ਟੂ ਦਾ ਲੈਂਡਲੋਰਡ ਔਰ ਦਾ ਸ਼ੇਅਰ ਹੋਲਡਰ, ਜਿਹੜਾ ਫਿਰ ਕੀ ਹੋਏਗਾ ਮਾਮਲਾ ਜਮ੍ਹਾਂ ਹੋ ਗਿਆ, ਸੌਰੀ ਰੈਂਟ ਜਮ੍ਹਾਂ ਹੋ ਗਿਆ ਤਹਿਸੀਲਦਾਰ ਦੇ ਕੋਲੇ, ਤਹਿਸੀਲਦਾਰ ਵੱਲੋਂ ਨੋਟਿਸ ਭੇਜਿਆ ਜਾਵੇਗਾ ਲੈਂਡਲੋਰਡ ਨੂੰ
ਜਾਂ ਸ਼ੇਅਰ ਹੋਲਡਰ ਨੂੰ ਨੋਟਿਸ ਭੇਜਿਆ ਜਾਵੇਗਾ, ਤੂੰ ਆ ਕੇ ਆਪਣੀ ਜਿਹੜੀ ਪੇਮੈਂਟ ਹੈਗੀ ਹੈ ਉਹ ਲੈ ਸਕਦਾ ਹੈ। ਜਾਂ ਫਿਰ ਇਹ ਵੀ ਹੋ ਸਕਦਾ ਹੈ ਵੀ ਜੇਕਰ ਕੋਈ ਉਹਨਾਂ ਦਾ ਸਿਵਲ ਸੂਟ ਚੱਲਦਾ ਹੋਏਗਾ, ਓਨਰਸ਼ਿਪ ਨੂੰ ਲੈ ਕੇ ਕੁਝ ਡਿਸਪਿਊਟ ਚੱਲਦਾ ਹੈ, ਤਾਂ ਸਿਵਲ ਸੂਟ ਦੇ ਜਿਹੜੇ ਫੈਸਲਾ ਹੈਗਾ ਉਹਦੇ ਪੈਂਡਿੰਗ ਫੈਸਲਾ ਹੋਣ ਤੱਕ ਜਿਹੜਾ ਹੈਗਾ ਇਹ ਰੈਂਟ ਹੈ ਜਿਹੜਾ ਉਹ ਆਪਦੇ ਕੋਲੇ ਵੀ ਰਿਟੇਨ ਰੱਖ ਸਕਦਾ ਹੈ ਰੈਵਨਿਊ ਆਫੀਸਰ। ਨੋ ਸੂਟ ਅਗੇਂਸਟ ਰੈਵਨਿਊ ਆਫੀਸਰ, ਇਸ ਸੈਕਸ਼ਨ 32 ਦੇ ਵਿੱਚ ਜਿਹੜਾ ਸਬਸੈਕਸ਼ਨ 3 ਹੈਗਾ, ਇਹਦੇ ਵਿੱਚ ਪ੍ਰੋਟੈਕਟ ਕੀਤਾ ਗਿਆ ਰੈਵਨਿਊ ਆਫੀਸਰ ਨੂੰ। ਨੋ ਸੂਟ ਅਗੇਂਸਟ ਰੈਵਨਿਊ ਆਫੀਸਰ ਔਰ ਗਵਰਨਮੈਂਟ ਲਾਈਜ਼ ਅਗੇਂਸਟ ਪਰਸਨ ਫਾਰ ਦਾ ਰੈਂਟ। ਅਜਿਹੀ ਸਥਿਤੀ ਦੇ ਵਿੱਚ ਜਦੋਂ ਰੈਂਟ ਰੈਵਨਿਊ ਆਫੀਸਰ ਕੋਲ ਜਮ੍ਹਾਂ ਹੋ ਜਾਂਦਾ ਹੈ, ਠੀਕ ਹੈ, ਰੈਂਟ ਉਸ ਤੋਂ ਬਾਅਦ ਕਿਸੇ ਵਿਅਕਤੀ ਨੂੰ, ਜਿਹੜਾ ਲੈਂਡ ਓਨਰ ਜਿਹਨੂੰ ਰੈਵਨਿਊ ਆਫੀਸਰ ਠੀਕ ਸਮਝਦਾ ਹੈ, ਉਹਨੂੰ ਰੈਂਟ ਅਦਾ ਵੀ ਕਰ ਦਿੰਦਾ ਹੈ, ਠੀਕ ਹੈ। ਮੇ ਵੀ ਰੈਂਟ ਗਲਤ ਵਿਅਕਤੀ ਨੂੰ ਅਦਾ ਕਰ ਦਿੱਤਾ ਗਿਆ ਹੋਵੇ ਕਿਸੇ ਕਾਰਨ, ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਹੈਗਾ ਨੋ ਸੂਟ ਰੈਵਨਿਊ ਆਫੀਸਰ ਦੇ ਖਿਲਾਫ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ, ਸਰਕਾਰ ਦੇ ਖਿਲਾਫ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ। ਬਟ ਜਿਹੜਾ ਉਹ ਅਸਲੀ ਮਾਲਕ ਹੈਗਾ, ਜਿਹੜਾ ਰੈਂਟ ਦਾ ਮਤਲਬ ਕਿ ਇੰਟਾਈਟਲ ਬਣਦਾ ਹੈਗਾ, ਉਹ ਉਸ ਵਿਅਕਤੀ ਦੇ ਖਿਲਾਫ ਦਾਅਵਾ ਦਾਇਰ ਕਰ ਸਕਦਾ ਹੈ ਜਿਸ ਵਿਅਕਤੀ ਕੋਲੇ ਰੈਂਟ ਚਲਾ ਗਿਆ, ਰੈਵਨਿਊ ਆਫਿਸਰ ਵੱਲੋਂ ਦਿੱਤਾ ਗਿਆ, ਗੁੱਡ ਫੇਥ ਦੇ ਵਿੱਚ ਦਿੱਤਾ ਗਿਆ, ਠੀਕ ਹੈ। ਉਸ ਵਿਅਕਤੀ ਤੋਂ ਰੈਂਟ ਵਾਪਸ ਲੈਣ ਦੀ ਖਾਤਰ ਦਾਅਵਾ ਉਹਦੇ ਖਿਲਾਫ ਤਾਂ ਦਾਇਰ ਕੀਤਾ ਜਾ ਸਕਦਾ ਹੈ, ਪਰ ਸਰਕਾਰ ਦੇ ਖਿਲਾਫ ਜਾਂ ਰੈਵਨਿਊ ਆਫਿਸਰ ਦੇ ਕਿਸੇ ਅਧਿਕਾਰੀ ਦੇ ਖਿਲਾਫ ਜਿਹੜਾ ਹੈਗਾ ਸੂਟ ਹੈ ਉਹ ਫਾਈਲ ਨਹੀਂ ਕੀਤਾ ਜਾ ਸਕਦਾ। Then as section 33, recovery of rent from a attached produce. ਕਿਸੇ ਕੋਰਟ ਨੇ section 33 ਕਿਸੇ ਕੋਰਟ ਨੇ ਕਿ ਕੋਈ ਜਿਹੜੀ ਲੈਂਡ ਹੈਗੀ ਹੈ, ਲੈਂਡ ਦੇ ਉੱਪਰ ਕੋਈ ਫਸਲ ਖੜੀ ਹੈ, ਖੜੀ ਫਸਲ ਨੂੰ ਅਟੈਚ ਕੀਤਾ ਹੋਇਆ ਹੈ, ਠੀਕ ਹੈ। ਖੜੀ ਫਸਲ ਨੂੰ ਅਟੈਚ ਕਰਕੇ ਕਿਸੇ ਰੈਵਨਿਊ ਆਫਿਸਰ ਦੀ ਜਿਹੜੀ ਰਿਸਪੌਂਸਿਬਿਲਿਟੀ ਫਿਕਸ ਹੋਈ ਵੀ ਹੈ ਵੀ ਉਹਨੇ ਖੜੀ ਫਸਲ ਨੂੰ ਜਿਹੜਾ ਹੈਗਾ ਕਟਵਾ ਕੇ ਜਿਹੜਾ ਹੈਗਾ ਚੜਾ ਕੇ ਉਸ ਨੂੰ ਬਦਲ ਕੇ ਸਟੋਰ ਕਰਨਾ ਹੈ। ਤਾਂ ਕੀ ਹੈਗਾ ਰਿਕਵਰੀ ਆਫ ਰੈਂਟ ਫਰੋਮ ਏ ਅਟੈਚਡ ਪ੍ਰੋਡਿਊਸ। ਕੋਰਟ ਆਰਡਰ ਟੂ ਅਟੈਚਮੈਂਟ ਆਫ ਦਾ ਪ੍ਰੋਡਿਊਸ ਆਫ ਟੈਨੈਂਸੀ। ਤਾਂ ਲੈਂਡਲੌਰਡ ਨੂੰ ਕੀ ਹੈਗਾ, ਇੱਥੇ ਆਪਾਂ ਪਹਿਲਾਂ ਪੜ੍ਹ ਕੇ ਹਟੇ ਸੀ ਵੀ ਜਿਹੜਾ ਰੈਂਟ ਹੈਗਾ ਉਹ ਫਸਟ ਚਾਰਜ ਹੈਗਾ ਔਨ ਦਾ ਪ੍ਰੋਡਿਊਸ, ਠੀਕ ਹੈ। ਜਿਹੜਾ ਲੈਂਡਲੌਰਡ ਹੈਗਾ ਉਹ ਰੈਵਨਿਊ ਆਫਿਸਰ ਕੋਲੇ ਅਪਲਾਈ ਕਰ ਸਕਦਾ ਹੈ ਵੀ ਮੈਂ ਇਸ ਫਸਲ ਦਾ ਜਿਹੜਾ ਹੈਗਾ ਇਸ ਤੋਂ ਜਾਂ ਜਿਹੜੀ ਪ੍ਰੋਸੀਡਿੰਗ ਈਅਰ ਹੈਗਾ, ਜਿਹੜਾ ਚੱਲ ਰਿਹਾ ਸਾਲ ਹੈਗਾ, ਪ੍ਰੋਸੀਡਿੰਗ ਜਿਹੜਾ ਨਿਕਲ ਚੁੱਕਿਆ ਸਾਲ ਹੈ ਉਹ, ਜਾਂ ਫਿਰ ਜਿਹੜੀ ਉਹ ਫਸਲ ਕੱਟੀ ਜਾਣੀ ਹੈ, ਫਸਲ ਕੱਟਣ ਤੋਂ ਬਾਅਦ ਮੈਂ ਇਸ ਜਿਹੜਾ ਵਿਅਕਤੀ ਹੈਗਾ, ਇਹ ਜਿਹੜਾ ਟੇਨੈਂਟ ਹੈਗਾ, ਇਸ ਤੋਂ ਇੰਨੀ ਪੇਮੈਂਟ ਜਿਹੜਾ ਰੈਂਟ ਐਜ਼ ਏ ਰੈਂਟ ਹੈਗਾ ਮੈਂ ਲੈਣਾ ਹੈਗਾ, ਠੀਕ ਹੈ। ਤਾਂ ਉਹ ਰੈਵਨਿਊ ਕੋਰਟ ਨੂੰ ਐਪਲੀਕੇਸ਼ਨ ਦੇ ਸਕਦਾ ਹੈ ਵੀ ਇਹ ਫਸਲ ਨੂੰ, ਇਸ ਫਸਲ ਦੇ ਵਿੱਚੋਂ ਜਿਹੜਾ ਮੇਰਾ ਰੈਂਟ ਹੈ ਉਹ ਦਿੱਤਾ ਜਾਵੇ। ਪਹਿਲਾਂ ਉਹਨਾਂ ਪਾਰਟ ਜਿੰਨੇ ਕੁ ਦਾ ਮੇਰਾ ਰੈਂਟ ਬਣਦਾ ਉਹਨਾਂ ਪਾਰਟ ਨੂੰ ਸੇਲ ਕਰਕੇ ਜਿਹੜਾ ਮੇਰੇ ਰੈਂਟ ਦੀ ਅਦਾਇਗੀ ਕੀਤੀ ਜਾਵੇ। ਐਨੀ ਰੈਂਟ ਡਿਊ ਵਿਦਿਨ ਦਾ ਈਅਰ ਜਾਂ ਰੈਂਟ ਡਿਊ ਆਫਟਰ ਹਾਰਵੈਸਟਿੰਗ ਦਾ ਪ੍ਰੋਡਿਊਸ, ਜਾਂ ਉਸ ਸਾਲ ਦਾ ਕੋਈ ਬਕਾਇਆ ਖੜਾ ਹੋਵੇ, ਜਾਂ ਫਿਰ ਇਹ ਫਸਲ ਕੱਟਣ ਤੋਂ ਬਾਅਦ ਉਹਦਾ ਜਿਹੜਾ ਕੋਈ ਡਿਊ ਬਣਦਾ ਹੋਵੇ ਟੇਨੈਂਟ ਲੈਂਡਲੌਰਡ ਦਾ ਟੇਨੈਂਟ ਦੇ ਅਗੇਂਸਟ। ਰੈਵਨਿਊ ਆਫਿਸਰ ਗਿਵ ਓਪਰਚੁਨਿਟੀ। ਤਾਂ ਜਦੋਂ ਇਦਾਂ ਦੀ ਕੋਈ ਐਪਲੀਕੇਸ਼ਨ ਆਏਗੀ ਰੈਵਨਿਊ ਆਫਿਸ ਕੋਲੇ, ਤਾਂ ਰੈਵਨਿਊ ਆਫਿਸਰ ਜਿਹੜਾ ਟੇਨੈਂਟ ਨੂੰ ਹੈਗਾ, ਟੇਨੈਂਟ ਨੂੰ ਨੋਟਿਸ ਭੇਜੇਗਾ ਵੀ ਜੇ ਤੇਰੇ ਕੋਲੇ ਕੋਈ ਤੂੰ ਕੁਝ ਕਹਿਣਾ ਇਸ ਗੱਲ ਦੇ ਸੰਬੰਧ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਵੀ ਕਿਉਂ ਨਾ ਤੇਰਾ ਜਿਹੜਾ ਇਹਦਾ ਰੈਂਟ ਹੈ ਜਿਹੜਾ ਇਹਦੀ ਐਪਲੀਕੇਸ਼ਨ ਦੇ ਮੁਤਾਬਕ ਇਸ ਨੂੰ ਦੇ ਦਿੱਤਾ ਜਾਵੇ। ਜੇ ਇਹਦੇ ਖਿਲਾਫ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ, ਠੀਕ ਹੈ। ਰੈਵਨਿਊ ਆਫਿਸਰ ਗਿਵ ਓਪਰਚੁਨਿਟੀ ਟੂ ਡਿਕਰੀ ਹੋਲਡਰ pay amount of rent from the sale produce। ਤਾਂ ਫਿਰ ਕੀ ਹੈਗਾ, ਜਦੋਂ ਰੈਵਨਿਊ ਆਫਿਸਰ ਸੈਟੀਸਫਾਈ ਹੋ ਜਾਂਦਾ ਹੈ ਵੀ ਹਾਂ ਠੀਕ ਹੈ ਇਹਦਾ ਰੈਂਟ ਦੇਣਾ ਬੰਦ ਹੈ, ਤਾਂ ਉਹਦਾ ਕੁਝ ਪੋਰਸ਼ਨ ਸੇਲ ਕਰਕੇ ਜਿਹੜਾ ਹੈਗਾ ਉਹ ਲੈਂਡ ਓਨਰ ਨੂੰ ਦੇ ਦਿੱਤਾ ਜਾਂਦਾ ਹੈ। ਫਾਈਂਡਿੰਗ ਆਫ ਰੈਵਨਿਊ ਆਫਿਸਰ ਅੰਡਰ ਸਬਸੈਕਸ਼ਨ 2 ਇਜ਼ ਇਕੁਅਲ ਟੂ ਦ ਡਿਕਰੀ ਬਿਟਵੀਨ ਦਾ ਲੈਂਡਲੌਰਡ ਐਂਡ ਟੇਨੈਂਟ। ਜਦੋਂ ਰੈਵਨਿਊ ਆਫਿਸਰ ਡਿਟਰਮਿਨ ਕਰਦਾ ਹੈ ਵੀ ਹਾਂ ਇਹਦੀ ਪੈਸੇ ਕਿੰਨੇ ਦੇਣੇ ਬਣਦੇ ਹੈ, ਦੈਟ ਇਜ਼ ਪ੍ਰਜ਼ੂਮ ਟੂ ਬੀ ਡਿਕਰੀ, ਤਾਂ ਉਸ ਨੂੰ ਇੱਕ ਡਿਕਰੀ ਦਾ ਰੂਪ ਬਣ ਲਿਆ ਜਾਂਦਾ ਹੈਗਾ, ਠੀਕ ਹੈ। ਲੈਂਡਲੌਰਡ ਨੇ ਅਪਲਾਈ ਕੀਤਾ ਟੇਨੈਂਟ ਦੇ ਖਿਲਾਫ, ਟੇਨੈਂਟ ਡਿਕਰੀ ਹੋਲਡਰ ਨੂੰ ਜਾਂ ਟੇਨੈਂਟ ਨੂੰ ਮਤਲਬ ਕਿ ਨੋਟਿਸ ਭੇਜਿਆ ਰੈਵਨਿਊ ਕੋਰਟ ਵੱਲੋਂ ਵੀ ਇਦਾਂ ਦੇ ਕਰਕੇ ਕਲੇਮ ਹੈਗਾ ਇਸ ਵਿਅਕਤੀ ਦਾ ਜਿਹੜਾ ਲੈਂਡ ਓਨਰ ਹੈਗਾ, ਠੀਕ ਹੈ। ਜਦੋਂ ਉਹਨੂੰ ਡਿਟਰਮਿਨ ਕੀਤਾ ਰੈਵਨਿਊ ਆਫਿਸਰ ਨੇ ਵੀ ਇੰਨੀ ਪੇਮੈਂਟ ਇਹਨੂੰ ਦੇਣੀ ਬਣਦੀ ਹੈ, ਦੈਟ ਇਜ਼ ਪ੍ਰਜ਼ੂਮ ਟੂ ਬੀ ਡਿਕਰੀ। ਜਿਹੜੀ ਫਾਈਂਡਿੰਗ ਹੋਏਗੀ ਰੈਵਨਿਊ ਆਫਿਸਰ ਦੀ ਅੰਡਰ ਸਬਸੈਕਸ਼ਨ 2, ਉਹਨੂੰ ਡਿਕਰੀ ਇਕੁਅਲ ਟੂ ਡਿਕਰੀ ਬਣਾਇਆ ਜਾਏਗਾ, ਠੀਕ ਹੈ। ਸੈਕਸ਼ਨ ਹੈਗਾ 34। ਸੈਕਸ਼ਨ 34 ਹੈਗਾ ਲੀਜ਼ਸ
for the period exceeding term of assessment of the land revenue। ਅਸੀਂ ਅਸੈਸਮੈਂਟ ਦਾ ਚੈਪਟਰ ਪੜ੍ਹ ਕੇ ਗਏ ਸੀਗੇ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਸੈਕਸ਼ਨ 59 ਤੋਂ ਸਟਾਰਟ ਹੁੰਦਾ ਸੀਗਾ ਅਸੈਸਮੈਂਟ। ਅਸੈਸਮੈਂਟ 'ਚ ਅਸੀਂ ਕੀ ਪੜ੍ਹਿਆ ਸੀਗਾ ਵੀ ਅਸੈਸਮੈਂਟ ਦਾ ਕੁਛ ਲਿਮਟਡ ਟਾਈਮ ਹੁੰਦਾ। ਅਸੈਸਮੈਂਟ ਇਹ 10 ਸਾਲ ਲਈ ਹੈ, ਅਸੈਸਮੈਂਟ ਇਹ 20 ਈਅਰਲੀ ਹੈ, 30 ਈਅਰਲੀ ਹੈ। ਜਨਰਲੀ ਜਿਹੜੀ ਅਸੈਸਮੈਂਟ ਹੈ ਉਹ 40 ਈਅਰਲੀ ਹੁੰਦੀ ਹੈ, ਠੀਕ ਹੈ। 40 ਈਅਰ ਦੀ ਅਸੈਸਮੈਂਟ ਤੋਂ ਬਾਅਦ ਫਿਰ ਦੁਬਾਰਾ ਅਸੈਸਮੈਂਟ ਰਿਵਾਈਜ਼ ਹੁੰਦੀ ਹੈ, ਬਟ ਕਿਸੇ ਸਮੇਂ ਤੇ ਜਿਹੜੀ ਅਸੈਸਮੈਂਟ ਹੈ ਉਹ ਸਪੈਸ਼ਲ ਅਸੈਸਮੈਂਟ ਜਿਹੜੀ ਹੈਗੀ ਹੈ ਦੁਬਾਰਾ ਵੀ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਜਿਹੜੀ ਫਰਟਾਈਲ ਪਾਵਰ ਜਿਹੜੀ ਵੱਧ ਜਾਂਦੀ ਹੈ, ਠੀਕ ਹੈ, ਤਾਂ ਅਸੈਸਮੈਂਟ ਦੁਬਾਰਾ ਹੋ ਜਾਂਦੀ ਹੈ। ਜੇ ਘਟ ਜਾਵੇ ਤਾਂ ਅਸੈਸਮੈਂਟ ਘਟ ਜਾਂਦੀ ਹੈ, ਯਾਨੀ ਕਿ ਜੇ ਫਰਟਾਈਲ ਪਾਵਰ ਵੱਧ ਜਾਂਦੀ ਹੈ ਤਾਂ ਲੈਂਡ ਰੈਵਨਿਊ ਵਧਾ ਦਿੱਤਾ ਜਾਂਦਾ ਸਰਕਾਰ ਵੱਲੋਂ। ਜੇ ਫਰਟਾਈਲ ਪਾਵਰ ਘਟ ਜਾਂਦੀ ਹੈ ਕਿਸੇ ਕਾਰਨ ਤਾਂ ਜਿਹੜਾ ਲੈਂਡ ਰੈਵਨਿਊ ਸਰਕਾਰ ਵੱਲੋਂ ਘਟਾ ਦਿੱਤਾ ਜਾਂਦਾ ਹੈ। ਇਟ ਇਜ਼ ਅਸੈਸਮੈਂਟ ਆਫ ਦਾ ਲੈਂਡ ਰੈਵਨਿਊ। ਇਹ ਜਿਹੜਾ ਸੈਕਸ਼ਨ 34 ਹੈ, ਠੀਕ ਹੈ, ਇਹ ਅਸੈਸਮੈਂਟ ਦੇ ਬੇਸ ਤੇ ਹੈਗਾ। ਕਈ ਵਾਰੀ ਕੀ ਹੁੰਦਾ ਹੈ, ਜਿਹਦੀ ਸਾਡੀ ਜਿਵੇਂ ਲੀਜ਼ ਹੈਗੀ ਹੈ, ਲੀਜ਼ ਹੈ, ਅਸੈਸਮੈਂਟ ਸਾਡੀ ਹੈਗੀ 10 ਸਾਲ ਦੀ ਲੈਂਡ ਰੈਵਨਿਊ ਦੀ, ਜਿਹੜੀ ਲੀਜ਼ ਹੈ ਉਹ 15 ਸਾਲ ਦੇ ਲਈ ਕੀਤੀ ਗਈ ਹੈ, ਠੀਕ ਹੈ ਜੀ। ਔਨ ਦਾ ਐਕਸਪਾਇਰੀ ਆਫ ਦਾ ਅਸੈਸਮੈਂਟ ਟਰਮ, ਅਸੈਸਮੈਂਟ ਦੀ ਟਰਮ ਖਤਮ ਹੋ ਗਈ 10 ਸਾਲ ਦੀ ਬਾਅਦ, ਪਰ ਲੀਜ਼ ਦੀ ਟਰਮ ਅਜੇ 5 ਸਾਲ ਹੋਰ ਚੱਲ ਰਹੀ ਹੈ, ਠੀਕ ਹੈ। ਰੀਅਸੈਸਮੈਂਟ ਹੋ ਗਈ। ਰੀਅਸੈਸਮੈਂਟ ਹੋਣ ਦੇ ਕਾਰਨ ਕੀ ਹੋਇਆ, ਜਿਹੜਾ ਲੈਂਡ ਰੈਵਨਿਊ ਵੱਧ ਗਿਆ। ਲੈਂਡ ਰੈਵਨਿਊ ਕਿਉਂ ਵਧਾਇਆ ਗਿਆ? ਜੇ ਫਰਟਾਈਲ ਪਾਵਰ ਵਧੀ ਤਾਂ ਲੈਂਡ ਰੈਵਨਿਊ ਵਧਾਇਆ ਗਿਆ। ਜੇ ਲੈਂਡ ਰੈਵਨਿਊ ਵਧੇਗਾ ਤਾਂ ਇਟ ਮੀਨਸ ਰੈਂਟ ਵੀ ਵਧਣਾ ਚਾਹੀਦਾ ਹੈ, ਠੀਕ ਹੈ। ਹੁਣ ਜਿਹੜੇ ਪਿਛਲੇ ਅਗਲੇ 5 ਸਾਲ ਨੇ ਉਹਦੇ ਲਈ ਜੇ ਮਾਲਕ ਕਹੇ ਕਿਰਾਏਦਾਰ ਨੂੰ ਵੀ ਰੈਂਟ ਵਧਾ, ਕਿਉਂਕਿ ਲੈਂਡ ਰੈਵਨਿਊ ਵਧਿਆ ਤਾਂ ਰੈਂਟ ਵੀ ਵਧਾ। ਜੇ ਰੈਂਟ ਜਿਹੜਾ ਟੇਨੈਂਟ ਹੈ ਉਹ ਰੈਂਟ ਨਹੀਂ ਵਧਾਉਂਦਾ, then it is the optional, it is the option by the landlord, ਜਿਹੜੀ ਹੈਗੀ ਹੈ ਟੈਨੈਂਸੀ ਹੈਗੀ ਹੈ ਉਹਨੂੰ ਖਤਮ ਕਰ ਸਕਦਾ ਹੈਗਾ। ਜਿਹੜੀ ਟੈਨੈਂਸੀ ਦੇ ਜਿਹੜੇ 5 ਸਾਲ ਅਗਲੇ 5 ਸਾਲ ਨੇ ਉਹ ਵਾਇਡ ਹੋ ਸਕਦੇ ਨੇ, ਵਾਇਡੇਬਲ ਹੋ ਸਕਦੇ ਨੇ ਔਨ ਦਾ ਪਾਰਟ ਆਫ ਦਾ ਲੈਂਡਲੌਰਡ। ਜੇ ਲੈਂਡਲੌਰਡ ਦੀ ਗੱਲ ਟੈਨੈਂਟ ਨਹੀਂ ਮੰਨਦਾ ਤਾਂ ਲੈਂਡਲੌਰਡ ਉਸ ਨੂੰ ਟੈਨੈਂਸੀ ਨੂੰ ਅਗਲੇ 5 ਸਾਲ ਦੇ ਜਿਹੜੀ ਟੈਨੈਂਸੀ ਹੈਗੀ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਜਿਹੜਾ ਉਹਦਾ ਐਗਰੀਮੈਂਟ ਹੈ ਔਨ ਦਾ ਪਾਰਟ ਆਫ ਦਾ ਲੈਂਡਲੌਰਡ ਵਾਇਡੇਬਲ ਸਾਬਤ ਕੀਤਾ ਜਾ ਸਕਦਾ ਹੈ ਕੋਰਟ ਦੇ ਵਿੱਚ ਕਹਿ ਕੇ ਵੀ ਨਹੀਂ ਜੀ ਇਹ ਜਿਹੜੀ ਰੈਂਟ ਸੀ ਸਾਡੀ ਐਗਰੀਮੈਂਟ ਪਹਿਲਾਂ ਹੋਈ ਸੀਗੀ 15 ਸਾਲ ਦੀ ਐਗਰੀਮੈਂਟ ਹੋਈ ਸੀਗੀ, ਬਟ ਜਿਹੜੀ ਅਸੈਸਮੈਂਟ ਪੀਰੀਅਡ ਸੀਗਾ ਉਹ 10 ਸਾਲ ਦਾ ਸੀਗਾ। 10 ਸਾਲਾਂ ਬਾਅਦ ਸਰਕਾਰ ਨੇ ਦੁਬਾਰਾ ਅਸੈਸਮੈਂਟ ਕੀਤੀ ਹੈ। ਅਸੈਸਮੈਂਟ ਹੋਣ ਦੇ ਕਾਰਨ ਜ਼ਮੀਨ ਦੀ ਜਿਹੜੀ ਫਰਟਾਈਲ ਪਾਵਰ ਸੀ ਵਧਣ ਕਾਰਨ ਜਿਹੜਾ ਲੈਂਡ ਰੈਵਨਿਊ ਵਧਾ ਦਿੱਤਾ ਗਿਆ ਗਵਰਨਮੈਂਟ ਵੱਲੋਂ। ਇਸ ਕਰਕੇ ਜਿਹੜਾ ਮੇਰਾ ਜਿਹੜਾ ਰੈਂਟ ਸੀ ਉਹ ਵੀ ਵਧਣਾ ਚਾਹੀਦਾ, ਆਪਾਂ ਜਿਹੜਾ ਕਿਰਾਏਦਾਰ ਹੈ ਉਹ ਰੈਂਟ ਨਹੀਂ ਵਧਾਉਂਦਾ ਹੈਗਾ। ਇਸ ਕਰਕੇ ਜਿਹੜਾ ਹੈਗਾ ਇਹ ਲੀਜ਼ ਜਿਹੜੀ ਅਗਲੇ 5 ਸਾਲ ਦੀ ਜਿਹੜੀ ਲੀਜ਼ ਹੈ ਉਹ ਟਰਮੀਨੇਟ ਕਰਵਾਈ ਜਾ ਸਕਦੀ ਹੈ ਔਨ ਦਾ ਪਾਰਟ ਆਫ ਦਾ ਲੈਂਡਲੌਰਡ। ਬਟ ਦੂਜਾ ਕੇਸ ਇਹ ਵੀ ਹੈਗਾ, ਜੇਕਰ ਫਰਟਾਈਲ ਪਾਵਰ ਘਟ ਗਈ ਹੋਵੇ, ਜ਼ਮੀਨ ਸਲਾਬ ਗਈ ਹੋਵੇ, ਰੇਤਲੀ ਹੋ ਗਈ ਹੋਵੇ, ਕਿਸੇ ਵੀ ਕਾਰਨ ਜ਼ਮੀਨ ਖਰਾਬ ਹੋ ਗਈ ਹੋਵੇ, ਅਸੈਸਮੈਂਟ ਦਾ ਪੀਰੀਅਡ ਜਿਹੜਾ 10 ਸਾਲ ਦਾ ਸੀ ਉਹ ਖਤਮ ਹੋ ਗਿਆ, ਐਗਰੀਮੈਂਟ ਜਿਹੜਾ ਹੈਗਾ ਲੀਜ਼ ਦਾ ਹੈਗਾ ਉਹ 15 ਸਾਲ ਦਾ ਹੈਗਾ, ਅਜੇ ਉਹ ਖਤਮ ਨਹੀਂ ਹੋਇਆ, ਠੀਕ ਹੈ। 10 ਸਾਲਾਂ ਬਾਅਦ ਅਸੈਸਮੈਂਟ ਦੁਬਾਰਾ ਜਦੋਂ ਹੋਈ ਜਿਹੜਾ ਲੈਂਡ ਰੈਵਨਿਊ ਘਟਾ ਦਿੱਤਾ ਸਰਕਾਰ ਨੇ। ਕਿਉਂ ਘਟਾ ਦਿੱਤਾ? ਜ਼ਮੀਨ ਦੀ ਪਾਵਰ ਘਟ ਗਈ। ਫਿਰ ਹੁਣ ਟੈਨੈਂਟ ਕਹੇਗਾ ਲੈਂਡਲੌਰਡ ਨੂੰ ਵੀ ਮੇਰਾ ਰੈਂਟ ਘਟਾਓ, ਜੋ 10 ਸਾਲ ਤੋਂ ਰੈਂਟ ਮੈਂ ਦਿੰਦਾ ਆ ਰਿਹਾ ਹੁਣ ਮੇਰਾ ਰੈਂਟ ਘਟਾਓ, ਠੀਕ ਹੈ। ਜੇ ਲੈਂਡਲੌਰਡ ਰੈਂਟ ਘਟਾ ਦੇਵੇ ਫਿਰ ਤਾਂ ਗੱਲ ਠੀਕ ਹੈ, ਪਰ ਜੇਕਰ ਲੈਂਡਲੌਰਡ ਰੈਂਟ ਨਹੀਂ ਘਟਾਉਂਦਾ ਤਾਂ ਟੈਨੈਂਟ ਦੀ ਮਰਜ਼ੀ ਹੈ, ਟੈਨੈਂਟ ਦੀ ਵਿਲ ਹੈਗੀ ਹੈ, ਟੈਨੈਂਟ ਦੀ ਆਪਸ਼ਨ ਹੈਗੀ ਹੈ, ਉਹ ਆਪਣੇ ਇਸ ਐਗਰੀਮੈਂਟ ਨੂੰ ਵਾਇਡੇਬਲ ਡਿਕਲੇਅਰ ਕਰ ਸਕਦਾ ਹੈ, ਠੀਕ ਹੈ। ਉਹ ਐਪਲੀਕੇਸ਼ਨ ਦੇਵੇਗਾ ਵੀ ਜਿਹੜਾ ਰੈਂਟ ਮੇਰਾ ਹੈਗਾ ਮੈਂ ਨਹੀਂ ਦੇ ਪਾਉਂਦਾ, ਜਿਹੜਾ ਲੈਂਡਲੌਰਡ ਹੈ ਉਹ ਰੈਂਟ ਨਹੀਂ ਘਟਾਉਂਦਾ ਹੈਗਾ, ਮੇਰਾ ਰੈਂਟ ਘਟਣਾ ਚਾਹੀਦਾ। ਜਿਹੜਾ ਹੁਣ 5 ਸਾਲ ਦੀ ਜਿਹੜੀ ਮੇਰੀ ਇਹ ਐਗਰੀਮੈਂਟ ਹੈਗੀ ਹੈ ਇਹ ਟਰਮੀਨੇਟ ਕਰ ਦਿੱਤੀ ਜਾਵੇ, ਖਤਮ ਕਰ ਦਿੱਤੀ ਜਾਵੇ। ਜਿਵੇਂ ਕਿ ਸੈਕਸ਼ਨ 34 ਦੇ ਵਿੱਚ ਦੋਨਾਂ ਮਾਲਕ ਕੋਲੇ ਵੀ ਟੈਨੈਂਟ ਕੋਲੇ ਵੀ ਐਜ਼ ਪਰ ਦਾ ਅਸੈਸਮੈਂਟ, ਠੀਕ ਹੈ। ਅਸੈਸਮੈਂਟ ਤੋਂ ਜਿਹੜਾ ਅਗਲਾ ਪੀਰੀਅਡ ਹੈਗਾ, ਜਿਹੜਾ ਐਕਸੀਡਿੰਗ ਪੀਰੀਅਡ ਹੈਗਾ, ਉਸ ਨੂੰ ਟਰਮੀਨੇਟ ਕਰਨ ਦੀ ਪਾਵਰ ਦੋਨਾਂ ਕੋਲੇ ਹੈਗੀ, ਠੀਕ ਹੈ ਜੀ। ਨੈਕਸਟ ਹੈ ਪਾਰਟ 3। ਪਾਰਟ 3 है सेक्शन 35 रिलिंक्विशमेंट बाय टेनेंट फॉर ए फिक्स टर्म। ਫਿਕਸ ਟਰਮ ਦੇ ਲਈ ਜਦੋਂ ਕਿਸੇ ਟੈਨੈਂਟ ਕੋਲੇ ਕਿਸੇ ਦੀ ਮਾਲਕ ਦੀ ਜ਼ਮੀਨ ਹੈਗੀ ਹੈ, ਠੀਕ ਹੈ, ਉਹ ਉਸ ਨੂੰ ਛੱਡ ਸਕਦਾ ਹੈ। ਇਹ ਟੈਨੈਂਟ ਹੋਲਡਿੰਗ ਫਿਕਸ ਟਰਮ may relinquish his tenancy without notice at the end of the agriculture। ਐਗਰੀਕਲਚਰ ਦਾ ਈਅਰ ਦਾ ਜਿਹੜਾ ਜਦੋਂ ਐਂਡ ਹੁੰਦਾ ਹੈ ਕੋਈ ਨੋਟਿਸ ਦੇਣ ਦੀ ਲੋੜ ਨਹੀਂ ਉਸ ਨੂੰ। ਉਹ ਜਦੋਂ ਫਿਕਸ ਟਰਮ ਸੀ ਮਤਲਬ 1 ਸਾਲ ਦੇ ਲਈ ਦਿੱਤਾ ਹੋਇਆ ਸੀਗਾ, ਐਗਰੀਕਲਚਰ ਈਅਰ ਦੇ ਖਤਮ ਹੁੰਦੇ ਹੀ ਯਾਨੀ ਕਿ
ਅਪਰੋਕਸੀਮੇਟਲੀ ਮਈ ਦੇ ਵਿੱਚ ਮਹੀਨੇ ਦੇ ਵਿੱਚ ਜਿਹੜੀ ਹੈਗੀ ਹੈ ਉਸ ਕੇਸ ਨੂੰ ਉਹ ਟੈਨੈਂਸੀ ਨੂੰ ਛੱਡ ਸਕਦਾ ਹੈਗਾ, ਫਿਕਸ ਟਰਮ ਵਾਲਾ ਜਿਹੜਾ ਟੈਨੈਂਟ ਹੈ। ਨੈਕਸਟ ਹੈ ਸੈਕਸ਼ਨ 36 ਰਿਲਿੰਕੁਇਸ਼ਮੈਂਟ ਬਾਈ ਐਨੀ ਅਦਰ ਟੈਨੈਂਟ। ਇਹ ਤਾਂ ਕਿ ਅਸੀਂ ਫਿਕਸ ਟਰਮ ਵਾਲਾ ਟੈਨੈਂਟ, ਕੋਈ ਹੋਰ ਟੈਨੈਂਟ ਜਿਹੜੇ ਹੈਗੇ ਆ ਜਿਹਦੇ ਵਿੱਚ ਅਲੱਗ-ਅਲੱਗ ਟਰਮਸ ਫਿਕਸ ਕੀਤੇ ਹੋਏ ਹੁੰਦੀਆਂ ਨੇ, ਉਹਨੂੰ ਜੇ ਉਹ ਜ਼ਮੀਨ ਨੂੰ ਛੱਡਣਾ ਚਾਹੇ ਤਾਂ ਉਹਦੇ ਲਈ ਕੁਝ ਥੋੜ੍ਹੀਆਂ ਪਾਬੰਦੀਆਂ ਹੈਗੀਆਂ ਨੇ। ਕੀ ਹੈਗੀਆਂ ਨੇ? ਕਿਉਂਕਿ ਉਹਦੇ ਲਈ ਉਹਦੇ ਪਾਸ ਕਿਸੇ ਫਿਕਸ ਟਰਮ ਦੇ ਲਈ ਜਿਹੜੀ ਟੈਨੈਂਸੀ ਹੈ ਨਹੀਂ ਹੈਗੀ, ਠੀਕ ਹੈ। ਐਨੀ ਟੈਨੈਂਟ ਮੇ ਰਿਲਿੰਕੁਇਸ਼ ਹਿਜ਼ ਟੈਨੈਂਸੀ ਬਾਈ ਗਿਵਿੰਗ ਵਰਬਲੀ ਔਰ ਰਾਈਟਿੰਗ ਨੋਟਿਸ ਟੂ ਦਾ ਲੈਂਡਲॉर्ड ਔਰ ਹਿਜ਼ ਏਜੰਟ, ਠੀਕ ਹੈ। ਨੋਟਿਸ ਦੇਵੇਗਾ, ਉਹ ਵਰਬਲੀ ਦੇਵੇਗਾ, ਰਾਈਟਿੰਗ ਦੇਵੇਗਾ ਲੈਂਡਲॉर्ड ਨੂੰ ਜਾਂ ਉਹਦੇ ਕਿਸੇ ਏਜੰਟ ਨੂੰ, ਜਿਸੇ ਲੈਂਡਲॉर्ड ਨਹੀਂ ਹੁੰਦਾ ਉਹਦਾ ਕੋਈ ਆਥੋਰਾਈਜ਼ਡ ਪਰਸਨ ਹੈਗਾ, ਉਹਨੂੰ ਨੋਟਿਸ ਦੇਵੇਗਾ ਔਨ ਔਰ ਬਿਫੋਰ 15 ਜਨਵਰੀ ਇਨ ਐਨੀ ਈਅਰ। ਜਦੋਂ ਵੀ ਉਹ ਛੱਡਣਾ ਚਾਹੁੰਦਾ ਹੈ, ਛੱਡੇਗਾ ਤਾਂ ਐਗਰੀਕਲਚਰ ਈਅਰ ਦੇ ਐਂਡ ਤੇ, ਠੀਕ ਹੈ, ਪਰ ਨੋਟਿਸ ਕਦੋਂ ਦੇਗਾ? 15 ਜਨਵਰੀ ਤੋਂ ਪਹਿਲਾਂ ਨੋਟਿਸ ਦੇਵੇਗਾ, ਠੀਕ ਹੈ। ਐਟ ਦਾ ਐਂਡ ਆਫ ਦਾ ਐਗਰੀਕਲਚਰ ਈਅਰ ਟੂ ਰਿਲਿੰਕੁਇਸ਼ ਦਾ ਟੈਨੈਂਸੀ। ਨੋਟਿਸ ਦੇਣ ਤੋਂ ਬਾਅਦ ਉਹ ਜਿਹੜੀ ਹੈਗੀ ਹੈ ਐਗਰੀਕਲਚਰ ਦੇ ਈਅਰ ਦੇ ਐਂਡ ਹੋਣ ਤੇ ਜਿਹੜੀ ਹੈਗੀ ਟੈਨੈਂਸੀ ਛੱਡ ਸਕਦਾ ਹੈ। ਜੇਕਰ ਨੋਟਿਸ ਉਹ ਸਮਝਦਾ ਹੈ, ਮਾਲਕ ਹੈ ਜਿਹੜਾ ਉਹਦੀ ਗੱਲ ਨਹੀਂ ਸੁਣਦਾ ਹੈਗਾ, ਤਾਂ ਜਿਹੜਾ ਅਪਲਾਈ ਟੂ ਦਾ ਰੈਵਨਿਊ ਆਫਿਸਰ ਫਾਰ ਨੋਟਿਸ ਟੂ ਦਾ ਲੈਂਡਲॉर्ड, ਤਾਂ ਉਹ ਜਿਹੜਾ ਨੋਟਿਸ ਆਏਗਾ ਤਾਂ ਉਹ ਰੈਵਨਿਊ ਆਫਿਸਰ ਦੇ ਰਾਹੀਂ ਵੀ ਦੇ ਸਕਦਾ ਹੈ। ਐਪਲੀਕੇਸ਼ਨ ਦੇਵੇਗਾ ਰੈਵਨਿਊ ਆਫਿਸਰ ਕੋਲੇ ਫਾਰ ਦਾ ਨੋਟਿਸ ਟੂ ਦਾ ਲੈਂਡਲॉर्ड। ਕੀ ਕਹੇਗਾ ਵੀ ਜਿਹੜਾ ਨੋਟਿਸ ਹੈ ਉਹ ਰੈਵਨਿਊ ਆਫਿਸਰ ਭੇਜੇ ਲੈਂਡਲॉर्ड ਨੂੰ। ਨਹੀਂ ਤਾਂ ਜਿਵੇਂ ਉਹਨੂੰ ਲੱਗਦਾ ਹੈ ਵੀ ਜੇ ਮੈਂ ਨੋਟਿਸ ਆਪ ਦੇ ਰਿਹਾ ਤਾਂ ਉਸਨੇ ਮੰਨਣਾ ਹੀ ਨਹੀਂ ਵੀ ਮੈਂ ਤਾਂ ਨੋਟਿਸ ਦਿੱਤਾ ਸੀ ਜਾਂ ਨਹੀਂ ਦਿੱਤਾ ਸੀਗਾ। ਇਸ ਕਰਕੇ ਪੱਕਾ ਕੰਮ ਕਰਨ ਦੀ ਖਾਤਰ ਉਹ ਰੈਵਨਿਊ ਆਫਿਸਰ ਨੂੰ ਅਰਜ਼ੀ ਦੇ ਸਕਦਾ ਹੈ। ਰੈਵਨਿਊ ਆਫਿਸਰ ਨੂੰ ਕਹਿ ਸਕਦਾ ਹੈ ਆਪਣੀ ਅਰਜ਼ੀ ਦੇ ਵਿੱਚ ਵੀ ਲੈਂਡਲॉर्ड ਨੂੰ ਨੋਟਿਸ ਭੇਜਿਆ ਜਾਵੇ ਵੀ ਮੈਂ ਜਿਹੜੀ ਉਹਦੀ ਟੈਨੈਂਸੀ ਹੈਗੀ ਹੈ ਉਹ ਇਸ ਐਗਰੀਕਲਚਰ ਈਅਰ ਦੇ ਐਂਡ ਹੋਣ ਤੇ ਮੈਂ ਖਤਮ ਛੱਡਾਂਗਾ। ਉਹਦੀ ਜਿਹੜਾ ਨੋਟਿਸ ਹੈਗਾ, ਨੋਟਿਸ ਦੀ ਜਿਹੜੀ ਪੇ ਹੈ ਉਹ ਕੋਸਟ ਪੇ ਕਰੇਗਾ ਰੈਵਨਿਊ ਆਫਿਸਰ ਨੂੰ। ਰੈਵਨਿਊ ਆਫਿਸਰ ਸਰਵ ਨੋਟਿਸ ਟੂ ਦਾ ਲੈਂਡਲॉर्ड, ਫਿਰ ਰੈਵਨਿਊ ਆਫਿਸਰ ਵੱਲੋਂ ਲੈਂਡਲॉर्ड ਨੂੰ ਜਿਹੜਾ ਨੋਟਿਸ ਹੈ ਉਹ ਸਰਵ ਕਰ ਦਿੱਤਾ ਜਾਂਦਾ ਹੈ। ਜੇਕਰ ਇਫ ਟੈਨੈਂਟ not give the notice, ਹੁਣ ਟੈਨੈਂਟ ਹੈ ਨੋਟਿਸ ਨਹੀਂ ਦਿੰਦਾ, ਐਗਰੀਕਲਚਰ ਖਤਮ ਹੋਣ ਤੇ ਐਗਰੀਕਲਚਰ ਈਅਰ ਖਤਮ ਹੋਣ ਤੇ ਜ਼ਮੀਨ ਛੱਡ ਕੇ ਚਲਾ ਜਾਂਦਾ ਹੈ, ਠੀਕ ਹੈ। ਤੇ ਪਰ ਜਿਵੇਂ ਕਿ ਹੁਣ ਆਪਾਂ ਕੋਈ ਵੀ ਗਵਰਨਮੈਂਟ EMPLOYE ਨੇ ਨੋਟਿਸ ਦੇ ਕੇ ਹੀ ਜੌਬ ਨੂੰ ਇਮੀਡੀਏਟਲੀ ਛੱਡਣਾ ਹੁੰਦਾ ਹੈ ਜਾਂ ਫਿਰ ਸੈਲਰੀ ਜਮ੍ਹਾਂ ਕਰਾਉਣੀ ਹੁੰਦੀ ਹੈ, ਜੋ ਵੀ ਪ੍ਰਸਕ੍ਰਾਈਬ ਉਸ ਡਿਪਾਰਟਮੈਂਟ ਵੱਲੋਂ ਹੁੰਦਾ ਵੀ ਕਿੰਨੇ ਸਮੇਂ ਲਈ ਸੈਲਰੀ ਜਮ੍ਹਾਂ ਕਰਾਉਣੀ ਹੈ, ਜਾਂ ਫਿਰ ਮਹੀਨੇ ਦਾ ਜਾਂ 2 ਮਹੀਨੇ ਦਾ ਜੋ 3 ਮਹੀਨੇ ਦਾ ਜੋ ਨੋਟਿਸ ਹੈਗਾ ਤਾਂ ਨੋਟਿਸ ਦੇਣਾ ਪੈਂਦਾ ਹੈ, ਠੀਕ ਹੈ। ਇਸੇ ਤਰੀਕੇ ਜੇ ਉਹ ਨੋਟਿਸ ਨਹੀਂ ਦਿੰਦਾ ਤਾਂ ਇਫ ਦਾ ਟੈਨੈਂਟ ਨਾਟ ਗਿਵ ਦਾ ਨੋਟਿਸ ਹੀ ਸ਼ੈਲ ਬੀ ਲਾਇਬਲ ਟੂ ਪੇ ਦਾ ਰੈਂਟ, ਤਾਂ ਉਸਨੂੰ ਰੈਂਟ ਪੇ ਕਰਨਾ ਪਏਗਾ। ਕਿਹੜੇ ਪੀਰੀਅਡ ਦਾ? ਜਿਸ ਪੀਰੀਅਡ ਦੇ ਲਈ ਉਹ ਛੱਡ ਕੇ ਚਲਾ ਗਿਆ ਅਗਲੇ ਸਾਲ ਦਾ ਰੈਂਟ ਪੇ ਕਰਨਾ ਪਏਗਾ। ਫਾਰ ਦਾ ਪੀਰੀਅਡ ਟੈਨੈਂਸੀ ਨਾਟ ਲੈਟ, ਉਹਨੇ ਸਮੇਂ ਦੇ ਲਈ ਮੰਨ ਲਓ ਜਿਹੜੀ ਟੈਨੈਂਸੀ ਹੈ ਉਹਦੀ 6 ਮਹੀਨੇ ਕਿਰਾਏ ਤੇ ਚੜ੍ਹਨ ਤੋਂ ਰਹਿ ਗਈ, ਠੀਕ ਹੈ, 6 ਮਹੀਨੇ ਕਿਰਾਏ ਤੇ ਚੜ੍ਹਨ ਤੋਂ ਰਹਿ ਗਈ ਤਾਂ 6 ਮਹੀਨੇ ਦਾ ਜਿਹੜਾ ਰੈਂਟ ਹੈ ਉਹ ਪੇ ਕਰੇਗਾ। ਫਾਰ ਦਾ ਪੀਰੀਅਡ ਟੈਨੈਂਸੀ ਨਾਟ ਲੈਟ ਔਰ ਨਾਟ ਕਲਟੀਵੇਟਡ ਬਾਈ ਦਾ ਲੈਂਡਲॉर्ड, ਜਾਂ ਫਿਰ ਲੈਂਡਲॉर्ड ਨੇ ਨਹੀਂ ਕਲਟੀਵੇਟ ਉਹ ਜ਼ਮੀਨ ਦੀ ਖੇਤੀ ਕੀਤੀ 6 ਮਹੀਨੇ ਜਾਂ 4 ਮਹੀਨੇ ਜਾਂ 5 ਮਹੀਨੇ, ਉਹਦੇ ਕੋਲ ਕੋਈ ਸਾਧਨ ਨਹੀਂ ਸੀ, ਅਚਾਨਕ ਛੱਡ ਕੇ ਚਲਾ ਗਿਆ ਟੈਨੈਂਟ ਬਿਨਾਂ ਦੱਸੇ ਬਗੈਰ ਨੋਟਿਸ ਦਿੱਤੇ, ਠੀਕ ਹੈ, ਉਹਦੇ ਕੋਲ ਆਪਦੇ ਕੋਈ ਇੰਨੇ ਸਾਧਨ ਨਹੀਂ ਸੀਗੇ, ਇਸ ਕਰਕੇ ਜਿਹੜਾ ਉਹ ਲੇਟ ਹੋ ਗਿਆ ਤਾਂ ਉਸ ਪੀਰੀਅਡ ਦਾ ਜਿਹੜਾ ਰੈਂਟ ਹੈਗਾ ਉਹ ਟੈਨੈਂਟ ਲੈਂਡਲॉर्ड ਨੂੰ ਅਦਾ ਕਰੇਗਾ। ਨੈਕਸਟ ਹੈ ਸੈਕਸ਼ਨ 37 ਚ ਕੀ ਹੈਗਾ? ਰਿਲਿੰਕੁਇਸ਼ਮੈਂਟ ਆਫ ਪਾਰਟ ਓਨਲੀ ਆਫ ਦਾ ਟੈਨੈਂਸੀ। ਕੀ ਟੈਨੈਂਸੀ ਹੈ 5 ਕਿੱਲਿਆਂ ਦੀ ਜਾਂ 10 ਕਿੱਲਿਆਂ ਦੀ, ਉਹਦਾ ਕੋਈ ਪਾਰਟ ਹੈ ਜਿਹੜਾ ਵਿੱਚੋਂ 2 ਕਿੱਲੇ 3 ਕਿੱਲੇ 4 ਕਿੱਲੇ, ਕੀ ਟੈਨੈਂਟ ਉਹ ਛੱਡ ਸਕਦਾ ਹੈ? ਇਹ ਸੈਕਸ਼ਨ 37 ਹੈਗਾ। ਇਹ ਟੈਨੈਂਟ ਕੈਨ ਨਾਟ ਵਿਦਆਊਟ ਦਾ ਕੰਸੈਂਟ ਆਫ ਦਾ ਲੈਂਡਲॉर्ड, ਜਿਹੜਾ ਟੈਨੈਂਟ ਹੈਗਾ ਲੈਂਡਲॉर्ड ਦੀ ਕੰਸੈਂਟ ਤੋਂ ਬਗੈਰ ਉਹਦਾ ਟੈਨੈਂਸੀ ਦਾ ਕੋਈ ਪਾਰਟ, ਕੋਈ ਚੌਥਾ ਹਿੱਸਾ, ਤੀਜਾ ਹਿੱਸਾ, ਪੰਜਵਾਂ ਹਿੱਸਾ ਜਿਹੜਾ ਉਹ ਕਹੇ ਵੀ ਮੇਰਾ ਵਾਹਨਯੋਗ ਨਹੀਂ ਹੈਗਾ ਜਾਂ ਮੇਰੇ ਕੋਲ ਸਾਧਨ ਨਹੀਂ ਕੋਈ ਹੈਗੇ, ਨਹੀਂ ਛੱਡਿਆ ਜਾ ਸਕਦਾ। ਰਿਲਿੰਕੁਇਸ਼ ਪਾਰਟ ਆਫ ਓਨਲੀ ਆਫ ਹਿਸ ਟੈਨੈਂਸੀ ਦਾ ਜਿਹੜਾ ਪਾਰਟ ਹੈ ਨਹੀਂ ਛੱਡ ਸਕਦੇ ਸੈਕਸ਼ਨ 37 ਦੇ ਵਿੱਚ। ਨੈਕਸਟ ਹੈ ਸੈਕਸ਼ਨ 38 ਅਮੈਂਡਮੈਂਟ ਆਫ ਟੈਨੈਂਸੀ ਬਾਈ ਆਕੂਪੈਂਸੀ ਟੈਨੈਂਟ। ਅਮੈਂਡਮੈਂਟ ਮਤਲਬ ਐਵੇਂ ਛੱਡ ਦੇਣਾ, ਵਾਹਣਾ ਨਾ ਉਸਨੂੰ, ਠੀਕ ਹੈ। ਇਫ ਏ ਆਕੂਪੈਂਸੀ ਟੈਨੈਂਟ, ਦੇਖੋ ਆਕੂਪੈਂਸੀ ਟੈਨੈਂਟ ਦੀ ਗੱਲ ਕੀਤੀ ਗਈ ਹੈ। ਆਕੂਪੈਂਸੀ ਟੈਨੈਂਟ ਕੌਣ ਹੁੰਦੇ ਨੇ ਆਪਾਂ ਪਹਿਲਾਂ ਪੜ੍ਹ ਕੇ ਗਏ, ਸੈਕਸ਼ਨ 5 ਦੇ ਵਿੱਚ ਦਰਸਾਇਆ ਗਿਆ ਹੈ। ਟੈਨੈਂਸੀ ਐਕਟ ਦੇ ਸੈਕਸ਼ਨ 5 ਚ ਮਤਲਬ ਕਿ ਦਾਦੇ ਤੋਂ, ਠੀਕ ਹੈ, 20 ਸਾਲ ਤੋਂ ਲਗਾਤਾਰ 20 ਈਅਰ
हाँ 20 ਸਾਲ 2 ਪੀੜ੍ਹੀਆਂ ਤੋਂ ਜਿਹੜੇ ਵਿਅਕਤੀ ਰੈਂਟ ਨਾ ਅਦਾ ਕਰਦੇ ਹੋਣ, ਪਰ ਜੇ ਰੈਂਟ ਅਦਾ ਕਰਦੇ ਹੋਣ ਤਾਂ ਉਹਨਾਂ ਕੁ ਰੈਂਟ ਅਦਾ ਕਰਦੇ ਹੋਣ ਜਿੰਨਾ ਕੁ ਉਹਦਾ ਰੈਂਟ ਜਿਹੜਾ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੁੰਦਾ ਹੈ ਲੈਂਡ ਰੈਵਨਿਊ ਦੇ ਮਤਲਬ ਇਕੁਅਲ ਟੂ ਲੈਂਡ ਰੈਵਨਿਊ। ਠੀਕ ਹੈ, ਇੱਥੇ ਗੱਲ ਕੀਤੀ ਗਈ ਅਮੈਂਡਮੈਂਟ ਆਫ ਟੈਨੈਂਸੀ। ਤਾਂ ਕੁਝ ਕੰਡੀਸ਼ਨਸ ਹੁੰਦੀਆਂ ਨੇ, ਕਿਸ ਕੰਡੀਸ਼ਨ ਦੇ ਬੇਸਿਸ ਤੇ ਉਸ ਆਕੂਪੈਂਸੀ ਟੈਨੈਂਟ ਨੂੰ ਤੁਸੀਂ ਬੇਦਖਲ ਕਰਵਾ ਸਕਦੇ ਹੋ, ਜਿਹੜਾ ਲੈਂਡਲੌਰਡ ਹੈਗਾ। ਅਦਰਵਾਈਜ਼ ਤਾਂ ਆਕੂਪੈਂਸੀ ਟੈਨੈਂਟ ਨੂੰ ਬੇਦਖਲ ਨਹੀਂ ਕਰ ਸਕਦਾ। ਠੀਕ ਹੈ, ਪਰ ਕੁਝ ਸ਼ਰਤਾਂ ਹੁੰਦੀਆਂ ਨੇ, ਜੇ ਉਹ ਸ਼ਰਤਾਂ ਹੁੰਦੀਆਂ ਪੂਰੀਆਂ ਨਹੀਂ ਕਰਦਾ ਜਿਹੜਾ ਆਕੂਪੈਂਸੀ ਟੈਨੈਂਟ ਹੈ, ਤਾਂ ਲੈਂਡਲੌਰਡ ਕੋਲੇ ਕੁਝ ਅਧਿਕਾਰ ਆ ਜਾਂਦੇ ਨੇ, ਜਦੋਂ ਉਹ ਜਿਸ ਹਾਲਾਤ ਦੇ ਵਿੱਚ ਉਹ ਆਕੂਪੈਂਸੀ ਟੈਨੈਂਟ ਨੂੰ ਬੇਦਖਲ ਕਰ ਸਕਦਾ ਹੈ। ਇਫ ਏ ਆਕੂਪੈਂਸੀ ਟੈਨੈਂਟ ਫੇਲਸ ਫਾਰ ਮੋਰ ਦੈਨ 1 ਈਅਰ, ਜੇ ਆਕੂਪੈਂਸੀ ਟੈਨੈਂਟ ਹੈ ਲਗਾਤਾਰ 1 ਸਾਲ ਤੋਂ ਜ਼ਮੀਨ ਨੂੰ ਛੱਡੀ ਬੈਠਾ ਹੈ, ਵਾਹ ਨਹੀਂ ਰਿਹਾ, ਰੀਜ਼ਨ ਕੋਈ ਵੀ ਹੋ ਸਕਦਾ ਹੈ। ਠੀਕ ਹੈ, ਟੂ ਕਲਟੀਵੇਟ ਹਿਸ ਟੈਨੈਂਸੀ ਵਿਦਾਊਟ ਸਫੀਸ਼ੀਐਂਟ ਰੀਜ਼ਨ, ਕੋਈ ਸਫੀਸ਼ੀਐਂਟ ਰੀਜ਼ਨ ਨਹੀਂ ਹੈਗਾ। ਇਹ ਦੇਖੋ, ਜੇ ਤਾਂ ਸਫੀਸ਼ੀਐਂਟ ਰੀਜ਼ਨ ਹੋਏਗਾ ਫਿਰ ਤਾਂ ਛੱਡ ਸਕਦਾ ਹੈ, ਉਹ ਤਾਂ ਸਾਨੂੰ ਪਤਾ ਲੱਗਦਾ ਹੈ। ਬਟ ਜੇ ਕੋਈ ਵਿਦਾਊਟ ਐਨੀ ਸਫੀਸ਼ੀਐਂਟ ਰੀਜ਼ਨ, ਬਿਨਾਂ ਕਿਸੇ ਮਤਲਬ ਤੋਂ ਲਾਪਰਵਾਹੀ ਕਰਕੇ ਕਹਿ ਲਈਏ, ਅਣਗਹਿਲੀ ਕਰਕੇ ਕਹਿ ਲਈਏ, ਠੀਕ ਹੈ, ਜ਼ਮੀਨ ਨੂੰ ਨਾ ਤਾਂ ਆਪ ਬਾਹੇ ਨਾ ਕਿਸੇ ਹੋਰ ਤੋਂ ਬਹਾਏ, ਨਾਟ ਗਿਵ ਦਾ ਰੈਂਟ ਇਫ ਫਾਲਸ ਡਿਊ, ਤੇ ਨਾ ਹੀ ਉਹ ਰੈਂਟ ਪਤਾ ਕਰੇ। ਰੈਂਟ ਹੁਣ ਆਪਾਂ ਕਹਾਂਗੇ ਰੈਂਟ ਕਿਹੜਾ, ਜਿਹੜਾ ਉਹ ਲੈਂਡ ਰੈਵਨਿਊ ਵਗੈਰਾ ਪੇ ਕਰਨਾ ਹੁੰਦਾ ਹੈ, ਸਰਕਾਰ ਦੇ ਖਾਤੇ 'ਚ ਜਾਂਦਾ ਹੁੰਦਾ ਹੈ, ਅੱਗੇ ਮਾਲਕ ਨੇ ਭਰਨਾ ਹੁੰਦਾ ਸਰਕਾਰ ਦੇ ਖਾਤੇ ਦੇ ਵਿੱਚ। ਨਾਟ ਗਿਵ ਦਾ ਰੈਂਟ ਇਫ ਫਾਲਸ ਡਿਊ, ਦਾ ਰਾਈਟ ਆਫ ਆਕੂਪੈਂਸੀ ਸ਼ੈਲ ਬੀ ਐਕਸਟਿੰਗੁਇਸ਼ਡ ਫਰੋਮ ਦਾ ਐਂਡ ਆਫ ਦੈਟ ਈਅਰ। ਜਿਹੜੇ ਉਹਦੇ ਰਾਈਟ ਆਫ ਆਕੂਪੈਂਸੀ ਦੇ ਜਿਹੜੇ ਰਾਈਟ ਨੇ ਉਹ ਖਤਮ ਹੋ ਸਕਦੇ ਨੇ। ਠੀਕ ਹੈ, ਫਰੋਮ ਦਾ ਐਂਡ ਆਫ ਦੈਟ ਈਅਰ, ਉਸ ਈਅਰ ਦੇ ਖਤਮ ਹੋਣ ਤੇ ਹੀ ਜਿਹੜੇ ਆਕੂਪੈਂਸੀ ਦੇ ਜਿਹੜੇ ਰਾਈਟਸ ਨੇ ਉਹ ਖਤਮ ਹੋ ਸਕਦੇ ਨੇ। ਅੱਗੇ ਸੈਕਸ਼ਨ 39 ਹੈਗਾ। 39 ਕੀ ਹੈ, ਗਰਾਊਂਡਸ ਆਫ ਐਜੈਕਟਮੈਂਟ ਆਫ ਆਕੂਪੈਂਸੀ ਟੈਨੈਂਟ। ਆਕੂਪੈਂਸੀ ਟੈਨੈਂਟ ਨੂੰ ਕਿਹੜੇ ਗਰਾਊਂਡਾਂ ਦੇ ਬੇਸ ਤੇ ਉਸ ਨੂੰ ਐਜੈਕਟਮੈਂਟ ਕੀਤੀ ਜਾ ਸਕਦੀ ਹੈ, ਬੇਦਖਲੀ ਕੀਤੀ ਜਾ ਸਕਦੀ ਹੈ। ਦੇਖੋ, ਆਕੂਪੈਂਸੀ ਰਾਈਟ ਜਿਹੜੇ ਹੈਗੇ ਆ, ਆਕੂਪੈਂਸੀ ਰਾਈਟ ਜਿਹੜੇ ਹੈਗੇ ਸੀ, ਇਹਨਾਂ ਲੋਕਾਂ ਨੂੰ ਸਰਕਾਰ ਨੇ ਪ੍ਰੋਪਰਾਈਟਰੀ ਰਾਈਟਸ ਦਿੱਤੇ ਸੀਗੇ, ਮਾਲਕੀ ਦੇ ਹੱਕ ਦਿੱਤੇ ਸੀਗੇ। ਠੀਕ ਹੈ, ਪਰ ਕੁਝ ਕਾਰਨ ਐਸੇ ਹੁੰਦੇ ਨੇ ਜਦੋਂ ਆਕੂਪੈਂਸੀ ਟੈਨੈਂਟ ਨੂੰ ਵੀ ਬੇਦਖਲ ਕੀਤਾ ਜਾ ਸਕਦਾ ਹੈ। ਉਹ ਸੈਕਸ਼ਨ 39 ਚ ਗਰਾਊਂਡਸ ਦਿੱਤੀਆਂ ਗਈਆਂ ਨੇ। ਕਿਹੜੇ ਗਰਾਊਂਡ ਨੇ? ਲਾਈਬਲ ਟੂ ਬੀ ਐਜੈਕਟਡ ਔਨ ਦਾ ਫੋਲੋਇੰਗ ਗਰਾਊਂਡਸ। ਕਿਹੜੀਆਂ? ਯੂਜ਼ ਲੈਂਡ ਇਨ ਏ ਮੈਨਰ ਮੇਕ ਇਟ ਅਨਫਿਟ। ਲੈਂਡ ਨੂੰ ਇਸ ਤਰੀਕੇ ਯੂਜ਼ ਕਰ ਰਿਹਾ ਹੈ ਟੈਨੈਂਟ, ਲੈਂਡ ਨੂੰ ਅਨਫਿਟ ਕਰ ਰਿਹਾ ਹੈ। ਫਰਦਰ ਇਨ ਫਿਊਚਰ ਜਿਹੜੀ ਲੈਂਡ ਹੈਗੀ ਹੈ ਉਹ ਕਲਟੀਵੇਸ਼ਨ ਦੇ ਯੋਗ ਨਹੀਂ ਰਹਿ ਜਾਂਦੀ, ਯਾਨੀ ਕਿ ਵੱਡੇ ਖੱਡੇ ਪੱਟ ਦਿੱਤੇ ਉਹਦੇ ਵਿੱਚ। ਠੀਕ ਹੈ, ਮਿੱਟੀ ਪਟਵਾ ਦਿੱਤੀ, ਮਿੱਟੀ ਵੇਚ ਦਿੱਤੀ, ਟੋਇਟ ਬਣਾ ਦਿੱਤੇ, ਜਿਹੜੀ ਲੈਂਡ ਹੈ ਉਹ ਅਨਫਿਟ ਕਰ ਦਿੱਤੀ। ਇਸ ਤਰੀਕੇ ਨਾਲ ਖੇਤੀ ਕਰ ਰਿਹਾ ਉਹ, ਜਿਹੜੀ ਲੈਂਡ ਹੈਗੀ ਆ ਉਹ ਵਾਹੀਯੋਗ ਇਨ ਫਿਊਚਰ ਨਹੀਂ ਰਹਿੰਦੀ, ਲੈਂਡ ਖਰਾਬ ਕਰ ਦਿੱਤੀ। ਜਦੋਂ ਇਹ ਮਾਲਕ ਸਾਬਤ ਕਰ ਦੇਵੇ ਇਦਾਂ ਦਾ ਰੀਜ਼ਨ, ਤਾਂ ਜਿਹੜਾ ਆਕੂਪੈਂਸੀ ਟੈਨੈਂਟ ਹੈਗਾ ਉਸ ਨੂੰ ਉਹਦੀ ਐਜੈਕਟਮੈਂਟ ਕੀਤੀ ਜਾ ਸਕਦੀ ਹੈ। ਜਾਂ ਫਿਰ ਇਫ ਰੈਂਟ ਪੇਬਲ ਇਨ ਕਾਈਂਡ ਫੇਲ ਟੂ ਕਲਟੀਵੇਟ, ਜਾਂ ਫਿਰ ਜਦੋਂ ਜਿਹੜਾ ਰੈਂਟ ਹੈਗਾ ਉਹ ਇਨ ਕਾਈਂਡ ਪੇਬਲ ਹੋਵੇ ਲੈਂਡਲੌਰਡ ਨੂੰ, ਪਰ ਜਿਹੜਾ ਟੈਨੈਂਟ ਹੈਗਾ ਉਹ ਖੇਤੀ ਕਰਦਾ ਹੋਵੇ ਕਿਸ ਤਰੀਕੇ ਦੇ ਨਾਲ? ਅਨਕਸਟਮਰੀ ਮੀਨਸ ਉਸ ਇਲਾਕੇ ਦੇ ਵਿੱਚ ਜਿਸ ਤਰੀਕੇ ਦੀ ਖੇਤੀ ਹੁੰਦੀ ਹੈ, ਠੀਕ ਹੈ, ਉਹ ਉਸ ਨੂੰ ਛੱਡ ਕੇ ਐਵੇਂ ਬੇਤੁਕੇ ਤਰੀਕੇ ਦੇ ਨਾਲ ਖੇਤੀ ਕਰਦਾ ਹੋਵੇ। ਇਫ ਰੈਂਟ ਪੇਬਲ ਇਨ ਕਾਈਂਡ fail to cultivate in a manner or to the extent customary, ਉਸ ਇਲਾਕੇ ਦੇ ਜਿਹੜਾ ਢੰਗ ਤਰੀਕਾ ਹੈਗਾ ਉਹਨੂੰ ਨਾ ਵਰਤਦਾ ਹੋਵੇ, ਐਵੇਂ ਕਿਸੇ ਬੇਕਾਰ ਤਰੀਕੇ ਦੇ ਨਾਲ ਖੇਤੀ ਕਰਦਾ ਹੋਵੇ ਜਿਸ ਕਰਕੇ ਜਿਹੜੀ ਪੈਦਾਵਾਰ ਵਗੈਰਾ ਹੈਗੀ ਆ ਉਹ ਨਾ ਹੁੰਦੀ ਹੋਵੇ। ਠੀਕ ਹੈ, ਰੈਂਟ ਅਦਾ ਨਾ ਕਰਦਾ ਹੋਵੇ ਇਸੇ ਕਰਕੇ। ਜਾਂ ਫਿਰ ਡਿਗਰੀ, ਉਹਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਵੀ ਹੈ, ਆਕੂਪੈਂਸੀ ਟੈਨੈਂਟ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੈ। ਡਿਗਰੀ ਕਾਹਦੀ ਹੁੰਦੀ ਹੈ? ਡਿਗਰੀ ਆਮ ਤੌਰ ਤੇ ਰੈਂਟ ਦੀ ਹੀ ਹੁੰਦੀ ਹੈ। ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਰੈਂਟ ਦੀ ਡਿਗਰੀ ਹੁੰਦੀ ਹੈ। ਰੈਂਟ ਦੀ ਡਿਗਰੀ ਕੋਈ ਪਾਸ ਹੋਈ ਹੋਵੇ, ਉਹਦੇ ਵੱਲ ਕੋਈ ਏਰੀਅਰ ਬਕਾਇਆ ਹੋਣ, ਠੀਕ ਹੈ, ਉਹ ਬਕਾਇਆ ਏਰੀਅਰ ਦੀ ਜਿਹੜੀ ਡਿਗਰੀ ਹੈ ਉਹਦੇ ਅਕੋਰਡਿੰਗ ਜਿਹੜੀ ਪੇਮੈਂਟ ਹੈ ਲੈਂਡਲੌਰਡ ਨੂੰ ਨਾ ਅਦਾ ਕਰਦਾ ਹੋਵੇ। ਠੀਕ ਹੈ, ਇਹ 3 ਕਾਰਨ ਨੇ ਜਿਹਦੇ ਬੇਸਿਸ ਤੇ ਜਿਹੜਾ ਆਕੂਪੈਂਸੀ ਟੈਨੈਂਟ ਹੈ ਉਸ ਨੂੰ ਬੇਦਖਲ ਕੀਤਾ ਜਾ ਸਕਦਾ ਹੈ ਲੈਂਡਲੌਰਡ ਵੱਲੋਂ। Then ਹੈ section 40 grounds of ejectment tenant for the fixed term। ਜੇ ਕੋਈ ਫਿਕਸ ਟਰਮ ਦੇ ਲਈ ਟੈਨੈਂਟ ਹੈਗਾ, ਜੇ ਕੋਈ ਟੈਨੈਂਸੀ ਦਿੱਤੀ ਹੋਈ 4 ਸਾਲ ਦੇ ਲਈ, ਠੀਕ ਹੈ, ਵੈਸੇ ਤਾਂ ਦੇਖੋ 4 ਸਾਲਾਂ ਬਾਅਦ ਜਾ ਕੇ ਤਾਂ ਆਪਦੇ ਆਪ ਹੀ ਟੈਨੈਂਸੀ ਖਤਮ ਹੋ ਜਾਏਗੀ, ਪਰ ਜੇਕਰ ਸਾਲ ਬਾਅਦ ਜਾਂ 2 ਸਾਲ ਬਾਅਦ ਲੈਂਡਲੌਰਡ ਨੂੰ ਲੱਗੇ ਵੀ ਜਿਹੜਾ ਇਹ ਟੈਨੈਂਟ ਹੈਗਾ
ਇਹ ਵਧੀਆ ਤਰੀਕੇ ਨਾਲ ਖੇਤੀ ਨਹੀਂ ਕਰ ਰਿਹਾ ਹੈਗਾ, ਗਲਤ ਤਰੀਕੇ ਨਾਲ ਖੇਤੀ ਕਰ ਰਿਹਾ ਹੈ। ਕਿਹੜੇ ਕਾਰਨ ਨੇ ਇਹ ਜਿਹੜੇ ਆਪਾਂ ਉੱਪਰ ਪੜ੍ਹ ਕੇ ਗਏ ਹਾਂ। ਔਨ ਦਾ ਐਕਸਪੈਰੀਸ਼ਨ ਆਫ ਦਾ ਫਸਟ ਐਨੀ ਫੋਲੋਇੰਗ ਗਰਾਊਂਡਸ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਆਪਾਂ ਪੜ੍ਹ ਕੇ ਗਏ ਸੀ ਉੱਪਰ, ਜ਼ਮੀਨ ਨੂੰ ਅਨਫਿਟ ਕਰ ਦੇਵੇ, ਠੀਕ ਹੈ, ਜਾਂ ਰੋਂਗ ਮੈਨਰ ਤਰੀਕੇ ਦੇ ਨਾਲ ਜਿਹੜੀ ਖੇਤੀ ਕਰੇ, ਉਸ ਇਲਾਕੇ ਦੇ ਵਿੱਚ ਲੋਕ ਜਿਵੇਂ ਖੇਤੀ ਕਰਦੇ ਨੇ ਉਸ ਤਰੀਕੇ ਖੇਤੀ ਨਾ ਕਰਦਾ, ਕਿਸੇ ਬੇਤੁਕੇ ਤਰੀਕੇ ਨਾਲ ਖੇਤੀ ਕਰਦਾ ਹੋਵੇ। ਐਨੀ ਗਰਾਊਂਡ ਜਸਟੀਫਾਈਡ ਡਿਗਰੀ ਔਰ ਆਰਡਰ, ਜਾਂ ਫਿਰ ਕੋਰਟ ਨੇ ਕੋਈ ਡਿਗਰੀ ਪਾਸ ਕੀਤੀ ਹੈ, ਕੋਈ ਆਰਡਰ ਪਾਸ ਕੀਤਾ ਹੈਗਾ, ਠੀਕ ਹੈ, ਰੈਂਟ ਦੇ ਸੰਬੰਧੀ, ਉਹ ਜਿਹੜਾ ਰੈਂਟ ਹੈ ਉਹ ਪੇ ਨਾ ਕਰੇ, ਡਿਗਰੀ ਦੇ ਮੁਤਾਬਕ ਡਿਗਰੀ ਦੀ ਪਾਲਣਾ ਨਾ ਕਰੇ, ਹੁਕਮ ਦੀ ਪਾਲਣਾ ਨਾ ਕਰੇ, ਕੋਰਟ ਦੇ ਆਰਡਰ ਦੀ ਪਾਲਣਾ ਨਾ ਕਰੇ, ਤਦ ਵੀ ਹੈਗਾ ਜਿਹੜਾ ਉਸ ਨੂੰ ਫਿਕਸ ਟਰਮ ਤੋਂ ਪਹਿਲਾਂ, ਠੀਕ ਹੈ, ਉਹਨੂੰ ਐਜੈਕਟਮੈਂਟ ਕੀਤੀ ਜਾ ਸਕਦੀ ਹੈ, ਉਹਦੀ ਬੇਦਖਲੀ ਕੀਤੀ ਜਾ ਸਕਦੀ ਹੈ ਟੇਨੈਂਟ ਫਿਕਸ ਟਰਮ ਤੋਂ ਪਹਿਲਾਂ। ਨੈਕਸਟ ਹੈ ਸੈਕਸ਼ਨ 41 ਐਜੈਕਟਮੈਂਟ ਆਫ ਟੇਨੈਂਟ ਈਅਰ ਟੂ ਈਅਰ ਐਟ ਵਿਲ। ਜਦੋਂ ਕੋਈ ਜਿਹੜਾ ਟੈਨੈਂਸੀ ਹੈਗੀ ਹੈ ਲੈਂਡਲੌਰਡ ਤੇ ਟੇਨੈਂਟ ਦਾ ਆਪਸੀ ਐਗਰੀਮੈਂਟ ਹੈਗਾ, ਈਅਰ ਟੂ ਈਅਰ ਐਗਰੀਮੈਂਟ ਚੱਲਦਾ ਆ ਰਿਹਾ ਹੈ, ਜਿਵੇਂ ਅੱਜ ਦੇ ਜ਼ਮਾਨੇ ਚੱਲਦਾ ਆ ਰਿਹਾ ਹੈਗਾ, ਠੀਕ ਹੈ। ਕਿਸੇ ਵੀ ਐਗਰੀਕਲਚਰ ਈਅਰ ਦੀ ਖਤਮ ਹੋਣ ਤੋਂ ਬਾਅਦ ਜਿਹੜਾ ਹੈਗਾ ਉਹਦੀ ਐਜੈਕਟਮੈਂਟ ਜਿਹੜਾ ਟੇਨੈਂਟ ਹੈ ਕੀਤੀ ਜਾ ਸਕਦੀ ਹੈ। ਪ੍ਰੋਸੀਜਰ ਔਨ ਐਜੈਕਟਮੈਂਟ ਸੈਕਸ਼ਨ 42 ਕੁਝ ਰਿਸਟ੍ਰਿਕਸ਼ਨਸ ਵੀ ਹੁੰਦੀਆਂ ਨੇ ਐਜੈਕਟਮੈਂਟ ਦੀਆਂ। ਇਹ ਨਹੀਂ ਹੈਗਾ ਵੀ ਮਤਲਬ ਕਿ ਅੱਖਾਂ ਮਿਟ ਕੇ ਕਿਸੇ ਨੂੰ ਬੇਦਖਲ ਕਰ ਦਿਓ, ਠੀਕ ਹੈ। ਕੁਝ ਐਜੈਕਟਮੈਂਟ ਦੀਆਂ ਕੁਝ ਪ੍ਰੋਸੀਜਰ ਵੀ ਹੁੰਦੀਆਂ ਨੇ, ਕੁਝ ਕੰਡੀਸ਼ਨਸ ਵੀ ਹੁੰਦੀਆਂ ਨੇ, ਉਹ ਸੈਕਸ਼ਨ 42 ਦੇ ਵਿੱਚ ਦਰਸਾਈਆਂ ਗਈਆਂ ਨੇ। ਪਹਿਲਾ ਕੇਸ ਇਹ ਹੈਗਾ ਸੈਕਸ਼ਨ 42 ਦੇ ਵਿੱਚ ਵੀ ਬਗੈਰ ਕਿਸੇ ਕੋਰਟ ਦੀ ਡਿਗਰੀ ਤੋਂ, ਬਗੈਰ ਕਿਸੇ ਕੋਰਟ ਦੇ ਆਰਡਰ ਤੋਂ, ਠੀਕ ਹੈ, ਕਿਸੇ ਵੀ ਟੇਨੈਂਟ ਨੂੰ ਜਿਹੜਾ ਹੈਗਾ ਜਿਹੜਾ ਮਾਲਕ ਵੱਲੋਂ ਬੇਦਖਲ ਨਹੀਂ ਕੀਤਾ ਜਾ ਸਕਦਾ। ਪਰ ਬੇਦਖਲ ਕੀਤਾ ਜਾ ਸਕਦਾ ਹੈ, ਕਦੋਂ ਕੀਤਾ ਜਾ ਸਕਦਾ ਹੈ? ਡਿਗਰੀ ਮੀਨਸ ਅਨਸੈਟੀਸਫਾਈਡ, ਕੋਈ ਡਿਗਰੀ ਪਾਸ ਹੋਈ ਵੀ ਹੈ, ਠੀਕ ਹੈ, ਕੁਝ ਪੇਮੈਂਟ ਦੇਣੀ ਹੈ ਟੇਨੈਂਟ ਨੇ ਲੈਂਡਲੌਰਡ ਨੂੰ, ਮਤਲਬ 50,000 ਰੁਪਏ ਦੇਣਾ ਹੈਗਾ, ਲੈਂਡਲੌਰਡ ਨੇ ਪੇਮੈਂਟ ਲੈਣੀ ਹੈ, ਈਡੀਅਰ ਲੈਣੇ ਨੇ, ਲੈਂਡਲੌਰਡ ਕੋਲੇ ਡਿਗਰੀ ਪਾਸ ਹੋਈ ਵੀ ਹੈ, ਪਰ ਫਿਰ ਵੀ ਉਹ ਜਿਹੜਾ ਟੇਨੈਂਟ ਹੈਗਾ ਉਸ ਡਿਗਰੀ ਦੀ ਪਰਵਾਹ ਨਹੀਂ ਕਰਦਾ ਤੇ ਉਹ ਜਿਹੜੀ ਪੇਮੈਂਟ ਹੈ ਐਜ਼ ਪਰ ਡਿਗਰੀ ਐਜ਼ ਪਰ ਆਰਡਰ ਨਹੀਂ ਅਦਾ ਕਰਦਾ, ਫਿਰ ਉਸ ਨੂੰ ਕੀਤਾ ਜਾ ਸਕਦਾ, ਅਦਰਵਾਈਜ਼ ਉਸ ਨੂੰ ਐਜੈਕਟਮੈਂਟ ਉਹਦੀ ਨਹੀਂ ਕੀਤੀ ਜਾ ਸਕਦੀ। ਜਾਂ ਫਿਰ ਵੈਨ ਟੇਨੈਂਟ ਹੈਜ਼ ਨੋ ਰਾਈਟ ਆਫ ਆਕੂਪੈਂਸੀ, ਉਸ ਟੇਨੈਂਟ ਦੇ ਕੋਲੇ ਆਕੂਪੈਂਸੀ ਰਾਈਟਸ ਤਾਂ ਨਾ ਹੋਣ, ਡਜ਼ ਨਾਟ ਹੋਲਡ ਫਾਰ ਫਿਕਸਡ ਟਰਮ ਅੰਡਰ ਡਿਗਰੀ ਔਰ ਆਰਡਰ, ਫਿਕਸ ਟਰਮ ਦੇ ਲਈ ਵੀ ਉਹਦੇ ਕੋਲੇ ਜਿਹੜੀ ਟੈਨੈਂਸੀ ਨਾ ਹੋਵੇ। ਇਹ ਦੋ ਕਾਰਨ ਹੈਗੇ ਆ, ਠੀਕ ਹੈ, ਜਿਹਦੇ ਵਿੱਚ ਉਸ ਨੂੰ ਮਤਲਬ ਕਿ ਬਿਨਾਂ ਕੋਰਟ ਦੀ ਆਰਡਰ ਤੋਂ ਕਿਸੇ ਵਿਅਕਤੀ ਨੂੰ ਟਰਮੀਨੇਟ ਨਹੀਂ ਕੀਤਾ ਜਾ ਸਕਦਾ, ਸੌਰੀ ਟਰਮੀਨੇਟ ਨਹੀਂ, ਐਜੈਕਟਮੈਂਟ ਨਹੀਂ ਕੀਤੀ ਜਾ ਸਕਦੀ। ਇਹ ਸੈਕਸ਼ਨ 42 ਕਹਿੰਦਾ ਹੈ ਕਿਸੇ ਵੀ ਟੈਨੈਂਟ ਨੂੰ ਬੇਦਖਲ ਕਰਨ ਦੇ ਵਾਸਤੇ ਕੋਰਟ ਦੇ ਡਿਗਰੀ ਦੀ, ਕੋਰਟ ਦੇ ਆਰਡਰ ਦੀ ਜ਼ਰੂਰਤ ਪੈਂਦੀ ਹੈ। ਸੈਕਸ਼ਨ 43 ਚ ਕੀ ਹੈਗਾ? ਐਪਲੀਕੇਸ਼ਨ ਟੂ ਦਾ ਰੈਵਨਿਊ ਆਫੀਸਰ ਫਾਰ ਦਾ ਐਜੈਕਟਮੈਂਟ। ਸੈਕਸ਼ਨ 42 A ਤੇ B ਦੇ ਵਿੱਚ ਕੀ ਕਿਹਾ ਗਿਆ? ਇਹ ਚ ਕਿਹਾ ਗਿਆ ਜੇ ਡਿਗਰੀ ਸੈਟੀਸਫਾਈ ਨਾ ਕਰੇ ਉਹ ਵਾਲਾ ਜਿਹੜਾ ਟੈਨੈਂਟ ਹੈ, ਜਾਂ ਫਿਰ ਵੈਨ ਟੈਨੈਂਟ ਹੈਜ਼ ਨੋ ਰਾਈਟ ਆਫ ਆਕੂਪੈਂਸੀ, ਉਹਦੇ ਕੋਲੇ ਆਕੂਪੈਂਸੀ ਰਾਈਟਸ ਨਾ ਹੋਣ, ਠੀਕ ਹੈ, ਉਹਨੂੰ ਐਜੈਕਟਮੈਂਟ ਕੀਤੀ ਜਾ ਸਕਦੀ ਹੈ ਕੋਰਟ ਦੇ ਆਰਡਰ ਦੇ ਨਾਲ। ਲੈਂਡਲੌਰਡ ਮੇ ਅਪਲਾਈ ਟੂ ਦਾ ਰੈਵਨਿਊ ਆਫੀਸਰ, ਜਦੋਂ ਐਜੈਕਟਮੈਂਟ ਕਰਵਾਉਣੀ ਚਾਹੁੰਦਾ ਹੈ ਜਿਹੜਾ ਲੈਂਡਲੌਰਡ ਹੈਗਾ, ਐਜੈਕਟਮੈਂਟ ਕਰਾਉਣੀ ਚਾਹੁੰਦਾ ਕਿਸੇ ਟੈਨੈਂਟ ਦੀ, ਤਾਂ ਕੀ ਕਰੇਗਾ ਉਹ? ਐਪਲੀਕੇਸ਼ਨ ਟੂ ਦਾ ਰੈਵਨਿਊ ਆਫੀਸਰ ਫਾਰ ਦਾ ਐਜੈਕਟਮੈਂਟ, ठीक है जी। लैंडलॉर्ड में अप्लाई टू द रेवेन्यू ऑफिसर फॉर द एडजस्टमेंट ऑफ टेनेंट अंडर सेक्शन 42(2) may apply for notice to the tenant, ਤੇ ਨੋਟਿਸ ਭੇਜਿਆ ਜਾਵੇਗਾ। ठीक है जी। ਉੱਪਰਲੇ ਜਿਹੜੇ ਉੱਪਰਲੇ ਸੈਕਸ਼ਨ 42 ਦੇ ਜਿਹੜੇ ਦੋ ਕੇਸ ਹੈਗੇ ਆ, ਉਹਨਾਂ ਕੇਸਾਂ ਦੇ ਵਿੱਚ ਜੇਕਰ ਕੋਈ ਜਿਹੜਾ ਮਾਲਕ ਹੈਗਾ ਕਿਸੇ ਟੈਨੈਂਟ ਨੂੰ ਐਡਜਸਟਮੈਂਟ ਕਰਾਉਣੀ ਚਾਹੁੰਦਾ ਤਾਂ ਉਹ ਰੈਵਨਿਊ ਆਫਿਸਰ ਨੂੰ ਅਪਲਾਈ ਕਰੇਗਾ, ਨੋਟਿਸ ਦੇ ਦੇਗਾ। ਅਪਲਾਈ ਕਰੇਗਾ ਤਾਂ ਰੈਵਨਿਊ ਆਫਿਸਰ ਵੱਲੋਂ ਵੀ ਅੱਗੇ ਫਰਦਰ ਜਿਹੜਾ ਹੈਗਾ ਟੈਨੈਂਟ ਨੂੰ ਨੋਟਿਸ ਭੇਜਿਆ ਜਾਵੇਗਾ ਸੈਕਸ਼ਨ 42 ਦੇ ਤਹਿਤ।
नेक्स्ट है सेक्शन 44 एडजस्टमेंट फॉर फेलर टू सैटिस्फाई डिक्री फॉर एरियर ऑफ रेंट। ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ 42 ਦੇ ਵਿੱਚ ਇਹੀ ਗੱਲ ਕਹੀ ਗਈ ਹੈ ਜਦੋਂ ਕੋਈ ਡਿਗਰੀ ਪਾਸ ਹੋਈ ਵੀ ਹੈ ਕਿਸੇ ਟੈਨੈਂਟ ਦੇ ਅਗੇਂਸਟ, ਕਿਸੇ ਓਨਰ ਨੇ, ਕਿਸੇ ਲੈਂਡ ਓਨਰ ਨੇ ਕੋਈ ਰੈਂਟ ਲੈਣੇ ਸੀ ਔਰ ਰੈਂਟ ਦੇ ਜਿਹੜੇ ਏਰੀਅਰ ਸੀਗੇ ਉਹ ਉਹਦੇ ਵੱਲ ਬਕਾਇਆ ਸੀਗੇ, ਉਹਦੇ ਅਗੇਂਸਟ ਕੋਈ ਡਿਗਰੀ ਪਾਸ ਕਰਵਾ ਲਈ, ਕੋਈ ਡਿਗਰੀ ਲੈ ਲਈ, ਕਿਸੇ ਵੀ ਕਾਰਨ ਤੇ ਡਿਗਰੀ ਲੈ ਲਈ। ਰੋਜ਼ 2-3-4 ਰੀਜ਼ਨ ਉੱਪਰ ਅਸੀਂ ਹੋਰ ਵੀ ਦੇਖੇ ਸੀਗੇ, ਕੋਈ ਲੈਂਡ ਅਨਫਿਟ ਕਰ ਦਿੱਤੀ, ਠੀਕ ਹੈ, ਖੇਤੀ ਸਹੀ ਤਰੀਕੇ ਨਾਲ ਖੇਤੀ ਨਹੀਂ ਕਰ ਰਿਹਾ, ਤਾਂ ਜਾਂ ਕੋਈ ਡਿਗਰੀ ਪਾਸ ਹੋਈ ਵੀ ਹੈ ਉਹ ਡਿਗਰੀ ਸੈਟੀਸਫਾਈ ਨਹੀਂ ਕਰਵਾ ਰਿਹਾ। ਐਜੈਕਟਮੈਂਟ ਫਾਰ ਦਾ ਫੇਲਰ ਟੂ ਸੈਟੀਸਫਾਈ ਡਿਗਰੀ, ਇਹ ਡਿਗਰੀ ਦੀ ਗੱਲ ਕੀਤੀ ਗਈ ਹੈ। ਐਜੈਕਟਮੈਂਟ ਫਾਰ ਦਾ ਫੇਲਰ ਟੂ ਸੈਟੀਸਫਾਈ ਡਿਗਰੀ ਫਾਰ ਦਾ ਏਰੀਅਰ ਆਫ ਰੈਂਟ। ਸੈਕਸ਼ਨ 44 ਦੇ ਵਿੱਚ ਔਨ ਰਿਸੀਵਿੰਗ ਐਪਲੀਕੇਸ਼ਨ ਅੰਡਰ ਸੈਕਸ਼ਨ 42, ਜਦੋਂ ਰੈਵਨਿਊ ਆਫਿਸਰ ਕੋਲੇ ਕੋਈ ਅਰਜ਼ੀ ਆ ਜਾਂਦੀ ਹੈ, ਅਰਜ਼ੀ ਸੈਕਸ਼ਨ 43 ਚ ਦਿੰਦਾ ਹੈਗਾ, ਗਰਾਊਂਡਸ ਕਿਹੜੀਆਂ ਲੈਂਦਾ ਹੈ 42 ਸੈਕਸ਼ਨ ਦੀਆਂ, ਠੀਕ ਹੈ। ਦਾ ਰੈਵਨਿਊ ਆਫਿਸਰ ਆਫਟਰ ਇਨਕੁਆਇਰੀ ਆਫ ਦਾ ਏਰੀਅਰਸ ਇਸ਼ੂ ਨੋਟਿਸ ਟੂ ਦਾ ਟੈਨੈਂਟ। ਪਹਿਲਾਂ ਉਹਦੀ ਜਿਹੜੀ ਐਪਲੀਕੇਸ਼ਨ ਹੈ ਉਹ ਦੇਖੇਗਾ, ਉਹਨੂੰ ਵਾਚ ਕਰੇਗਾ ਵੀ ਵਾਕਈ ਇਹਦੇ ਵੱਲ ਜਿਹੜੀ ਕੋਈ ਸੈਟੀਸਫੈਕਸ਼ਨ ਹੈ, ਜਿਹੜੀ ਡਿਗਰੀ ਦੇ ਕੋਲ ਪਾਸ ਹੋਈ ਵੀ ਹੈਗੀ ਹੈ, ਰੈਂਟ ਉਹਨੇ ਅਦਾ ਨਹੀਂ ਕੀਤੇ ਹੈਗੇ, ਤਾਂ ਉਸ ਤੋਂ ਬਾਅਦ ਸੈਟੀਸਫਾਈ ਹੋ ਕੇ ਫਿਰ ਨੋਟਿਸ ਭੇਜਿਆ ਜਾਵੇਗਾ ਟੈਨੈਂਟ ਰੈਵਨਿਊ ਆਫਿਸਰ ਵੱਲ। ਨੋਟਿਸ ਭੇਜ ਕੇ ਕੋਈ ਡੇਟ, ਕੋਈ ਸਮਾਂ ਨਿਯਤ ਕੀਤਾ ਜਾਵੇਗਾ, ਸਟੇਟਿੰਗ ਡੇਟ ਆਫ ਡਿਗਰੀ ਐਂਡ ਅਮਾਊਂਟ ਡਿਊ। ਉਹਦੇ ਵਿੱਚ ਲਿਖਿਆ ਜਾਵੇਗਾ ਵੀ ਤੇਰੇ ਅੰਗੇਂਸਟ ਇਹ ਡਿਗਰੀ ਪਾਸ ਹੋਈ ਵੀ ਹੈ ਤੇ any amount ਦੀ ਡਿਗਰੀ ਪਾਸ ਹੋਈ ਹੈ, ਇਨਫੋਰਮਿੰਗ ਹਿਮ that if he does not pay amount to the revenue officer, ਜੋ ਰੈਵਨਿਊ ਆਫਿਸਰ ਕੋਲ ਆ ਕੇ ਇਹ ਡਿਗਰੀ ਦੇ ਅਕੋਰਡਿੰਗ ਜਿਹੜੀ ਅਮਾਊਂਟ ਹੈਗਾ ਜਮ੍ਹਾਂ ਨਹੀਂ ਕਰਾਂਦਾ within 15 days from the receipt notice, he will be ejected, ਠੀਕ ਹੈ। ਤਾਂ ਉਸਨੂੰ ਐਜੈਕਟਮੈਂਟ ਉਹਦੀ ਕਰ ਦਿੱਤੀ ਜਾਵੇਗੀ, ਬੇਦਖਲੀ ਕਰ ਦਿੱਤੀ ਜਾਵੇਗੀ, ਕਿਉਂਕਿ ਉਹਦੇ ਪਾਸ ਜਿਹੜੀ ਡਿਗਰੀ ਹੈਗੀ ਹੈ, ਲੈਂਡਲੋਰਡ ਨੇ ਉਹਦੇ ਅਗੇਂਸਟ ਡਿਗਰੀ ਲਈ ਵੀ ਹੈ, ਉਹ ਡਿਗਰੀ ਦੇ ਮੁਤਾਬਕ ਜਿਹੜੀ ਪੇਮੈਂਟ ਹੈਗੀ ਹੈ, ਜਿਵੇਂ ਕਿ ਡਿਗਰੀ ਦੀ ਐਗਜ਼ੀਕਿਊਸ਼ਨ ਦੀ ਗੱਲ ਕਰਦੇ ਆਪਾਂ ਇੱਥੇ। ਜੋ ਡਿਗਰੀ ਦੇ ਮੁਤਾਬਕ ਪੇਮੈਂਟ ਨਹੀਂ ਦਿੰਦਾ ਤਾਂ ਉਸਨੂੰ ਬੇਦਖਲ ਕੀਤਾ ਜਾ ਸਕਦਾ ਹੈ। ਇਫ ਅਮਾਊਂਟ ਇਜ਼ ਨਾਟ ਸੋ ਪੇਡ, the revenue officer order the ejectment of the tenant unless good cause is shown। ਜੇਕਰ ਉਹ ਨੋਟਿਸ ਭੇਜਣ ਦੇ ਬਾਵਜੂਦ ਵੀ ਜਿਹੜਾ ਟੈਨੈਂਟ ਹੈਗਾ ਰਕਮ ਅਦਾ ਨਹੀਂ ਕਰਦਾ ਹੈਗਾ, ਠੀਕ ਹੈ, ਤਾਂ ਉਸਨੂੰ ਜਿਹੜੀ ਹੈਗੀ ਬੇਦਖਲ ਕੀਤੀ ਜਾ ਸਕਦੀ ਹੈ, ਸ਼ਰਤੇ ਕਿ ਉਹਦੇ ਕੋਲੇ ਕੋਈ ਜਿਹੜਾ ਸਪੈਸੀਫਿਕ ਕੋਈ ਐਸਾ ਰੀਜ਼ਨ ਨਾ ਹੋਵੇ ਜਿਸ ਤੋਂ ਰੈਵਨਿਊ ਆਫਿਸਰ ਸੈਟੀਸਫਾਈ ਹੁੰਦਾ ਹੋਵੇ ਵੀ ਹਾਂ ਬਾਕੀ ਠੀਕ ਹੈ, ਇਹ ਜਿਹੜੀ ਡਿਗਰੀ ਹੈ ਇਹਦੀ ਐਜੈਕਟਮੈਂਟ ਕਰਤੀ ਜਾਣੀ ਨਹੀਂ ਬਣਦੀ ਹੈਗੀ। ਨੈਕਸਟ ਹੈ ਸੈਕਸ਼ਨ 45 ਐਜੈਕਟਮੈਂਟ ਆਫ ਟੈਨੈਂਟ from year to year by notice, revenue officer after receiving, ਜਿਵੇਂ ਈਅਰ ਟੂ ਈਅਰ ਕੋਈ ਜਿਹੜਾ ਟੈਨੈਂਟ ਹੈਗਾ, ਠੀਕ ਹੈ, ਉਹਦੀ ਐਜੈਕਟਮੈਂਟ ਦੀ ਖਾਤਰ ਜਿਹੜਾ ਰੈਵਨਿਊ ਆਫਿਸਰ ਕੋਲੇ ਕੋਈ ਮਾਲਕ ਅਰਜ਼ੀ ਦਿੰਦਾ ਹੈ, ਐਪਲੀਕੇਸ਼ਨ ਦਿੰਦਾ ਹੈਗਾ, ਐਪਲੀਕੇਸ਼ਨ ਆਫ ਦਾ ਲੈਂਡਲੋਰਡ ਟੂ ਰੈਵਨਿਊ ਆਫਿਸਰ, ਵੀ ਟੈਨੈਂਟ ਨੂੰ ਜਿਹੜਾ ਹੈਗਾ ਨੋਟਿਸ ਭੇਜਿਆ ਜਾਵੇ ਬਿਫੋਰ 15 ਨਵੰਬਰ। 15 ਨਵੰਬਰ ਤੋਂ ਪਹਿਲਾਂ ਅਰਜ਼ੀ ਦੇਵੇਗਾ ਜਿਹੜਾ ਲੈਂਡਲੋਰਡ ਹੋਏਗਾ। ਨਵੰਬਰ ਤੋਂ ਪਹਿਲਾਂ ਜਿਹੜਾ ਨੋਟਿਸ ਹੈ ਉਹ ਜਾਣਾ ਚਾਹੀਦਾ ਹੈ ਟੈਨੈਂਟ ਕੋਲੇ, ਠੀਕ ਹੈ ਜੀ। ਵੇਕੈਂਟ ਲੈਂਡ ਬਿਫੋਰ 1 ਮਈ, ਉਸਨੂੰ ਜਿਹੜਾ ਨੋਟਿਸ ਭੇਜਿਆ ਜਾਵੇਗਾ ਉਹਦੇ ਵਿੱਚ ਲਿਖਿਆ ਜਾਵੇਗਾ ਵੀ ਤੂੰ 1 ਮਈ ਤੋਂ ਪਹਿਲਾਂ ਵੇਕੈਂਟ ਲੈਂਡ ਬਿਫੋਰ 1 ਮਈ, ਵੀ 1 ਮਈ ਤੋਂ ਪਹਿਲਾਂ ਜਿਹੜੀ ਲੈਂਡ ਹੈਗੀ ਹੈ ਇਹਨੇ ਖਾਲੀ ਕਰਨੀ ਹੈ। ਯਾਨੀ ਕਿ ਐਗਰੀਕਲਚਰ ਜਿਹੜਾ ਐਂਡ ਹੈ, ਐਗਰੀਕਲਚਰ ਜਿਹੜਾ ਈਅਰ ਹੈਗਾ, ਠੀਕ ਹੈ, ਉਹ ਮਈ ਜੂਨ ਦੇ ਵਿੱਚ ਨਵੀਂ ਫਸਲ ਜਿਹੜੀ ਸੋਣੀ ਦੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਇਸ ਕਰਕੇ ਕਿਹਾ ਗਿਆ ਵੀ 1 ਮਈ ਤੋਂ ਪਹਿਲਾਂ ਜਿਉਂ ਹੀ ਹੜ੍ਹ ਦੀ ਫਸਲ ਮਾਰਚ ਦੇ ਮਹੀਨੇ 'ਚ ਖਤਮ ਹੁੰਦੀ ਹੈ, ਅਪ੍ਰੈਲ ਦੇ ਮਹੀਨੇ 'ਚ ਕੱਟੀ ਜਾਂਦੀ ਹੈ, ਠੀਕ ਹੈ। ਪੁਰਾਣਾ ਜ਼ਮਾਨਾ ਸੀ ਜਦੋਂ 13 ਅਪ੍ਰੈਲ ਨੂੰ ਕਣਕਾਂ ਜਿਹੜਾ ਹੜ੍ਹ ਦੀ ਫਸਲ ਕੱਟਣੀ ਸ਼ੁਰੂ ਹੁੰਦੀ ਸੀਗੀ, ਹੜ੍ਹ ਦੀ ਫਸਲ ਕੱਟਣ ਤੋਂ ਬਾਅਦ ਤੁਰੰਤ 1 ਮਈ ਤੋਂ ਪਹਿਲਾਂ ਜਿਹੜੀ ਹੈਗੀ ਵੀ ਲੈਂਡ ਹੈ ਤੁਸੀਂ ਵੇਕੈਂਟ ਕਰ ਦਿੱਤੀ ਜਾਵੇ, ਠੀਕ ਹੈ। ਔਰ ਇੰਸਟੀਟਿਊਟ ਸੂਟ ਵਿਦਿਨ 2 months from date service of notice, that is before 15 ਜਨਵਰੀ। ਜਦੋਂ ਉਹਨੂੰ ਨਵੰਬਰ 'ਚ ਨੋਟਿਸ ਭੇਜ ਦਿੱਤਾ, ਠੀਕ ਹੈ, ਤਾਂ ਉਹਨੂੰ ਦੇ ਦਿੱਤਾ ਟਾਈਮ ਵੀ ਤੂੰ ਜਿਹੜੀ ਹੈਗੀ ਹੈ ਆਪਦੀ ਜਿਹੜੀ ਲੈਂਡ ਹੈਗੀ ਹੈ, ਇਹ ਟੈਨੈਂਸੀ ਹੈਗੀ ਹੈ, 1 ਮਈ ਤੋਂ ਪਹਿਲਾਂ ਤਾਂ ਖਾਲੀ ਕਰਨੀ ਹੈ।
जेकर तू इस लैंड ਨੂੰ ਖਾਲੀ नहीं करना चाहता, तेरा कोई क्लेम बनता, तू कुछ होर कहना चाहना है, तेरा राइट, तू कहना मेरा राइट है, मैं ਇੰਨੀ ਜਲਦੀ ਇਸ ਨੂੰ ਖਾਲੀ नहीं कर सकता, ਰੀਜ਼ਨ ਆਪਾਂ ਅੱਗੇ ਦੇਖਾਂਗੇ ਕੀ ਹੋ ਸਕਦੇ ਨੇ। ਤਾਂ ਤੂੰ ਜਿਹੜਾ ਇਹ ਤੈਨੂੰ ਨੋਟਿਸ ਭੇਜਿਆ ਗਿਆ 15 ਨਵੰਬਰ ਦਾ, ਤੈਨੂੰ 2 ਮਿੰਟ ਦਾ ਟਾਈਮ ਦਿੱਤਾ ਗਿਆ ਕਿ 2 ਮਿੰਟ ਦੇ ਅੰਦਰ ਅੰਦਰ ਨੋਟਿਸ ਮਿਲਣ ਤੋਂ ਬਾਅਦ ਇੰਸਟੀਚਿਊਟ ਅ ਸੂਟ within 2 months from the date of service of notice, that is before 15 ਜਨਵਰੀ। ਵੀ 15 ਜਨਵਰੀ ਤੋਂ ਪਹਿਲਾਂ ਤੂੰ ਕੋਰਟ ਦੇ ਵਿੱਚ ਆਪਦਾ ਦਾਅਵਾ ਦਾਇਰ ਕਰ ਸਕਦਾ ਹੈ। ਕਾਹਦੇ ਲਈ? ਉਹਦਾ ਕੋਈ ਕੰਪਨਸੇਸ਼ਨ ਵੀ ਹੋ ਸਕਦਾ ਹੈ, ਮੇਬੀ ਉਹਨੇ ਕੋਈ ਜ਼ਮੀਨ ਨੂੰ ਵਾਹ ਕੇ ਸਵਾਰ ਕੇ ਕਰਾਹ ਲਗਾ ਕੇ ਉੱਚੀ ਨੀਵੀਂ ਨੂੰ ਠੀਕ ਕਰਕੇ ਪੱਧਰ ਕਰਕੇ ਉਹਨੂੰ ਸਵਾਰਿਆ ਹੋਵੇ ਤੇ ਮਾਲਕ ਕਹਦੇ ਕਿ ਜ਼ਮੀਨ ਖਾਲੀ ਕਰ ਦੇ, ਠੀਕ ਹੈ ਜੀ। ਅਗਲੇ ਨੇ ਕਿਰਾਇਆ ਲਾਇਆ ਹੋਵੇ, ਲੱਖਾਂ ਰੁਪਏ ਖਰਚ ਕਰ ਦਿੱਤੇ ਹੋਣ ਤੇ ਹੁਣ ਮਾਲਕ ਕਹਿੰਦੇ ਜ਼ਮੀਨ ਖਾਲੀ ਕਰ ਦੇ, ਮੇਰਾ ਤਾਂ ਕਿਰਾਇਆ ਵੱਧ ਗਿਆ, ਮੈਂ ਤਾਂ ਕਿਸੇ ਹੋਰ ਨੂੰ ਦੇਵਾਂਗਾ, ਠੀਕ ਹੈ। ਜਿਹੜਾ ਟੈਨੈਂਟ ਹੈ ਜ਼ਮੀਨ ਨੂੰ ਖਾਲੀ ਕਰਨੀ ਨਾ ਚਾਹੁੰਦਾ ਹੋਵੇ, ਉਹਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ। ਨੋਟਿਸ ਦੇ ਵਿੱਚ ਹੀ ਕਿਹਾ ਜਾਂਦਾ ਹੈ ਵੀ ਤੂੰ 15 ਜਨਵਰੀ ਤੋਂ ਪਹਿਲਾਂ ਆਪਦਾ ਕੰਪਲੇਂਟ ਕੋਰਟ ਦੇ ਵਿੱਚ, ਯਾਨੀ ਕਿ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਦਾਅਵਾ ਦਾਇਰ ਕਰ ਸਕਦਾ ਹੈ। ਕਾਹਦੇ ਲਈ ਕਰ ਸਕਦਾ ਹੈ? ਕੰਪਨਸੇਸ਼ਨ ਲਈ ਕਰ ਸਕਦਾ ਹੈ। ਸਬਸੈਕਸ਼ਨ 4 ਕਿਹਾ ਗਿਆ ਹੈ ਕੰਪਨਸੇਸ਼ਨ ਇਫ ਟੈਨੈਂਟ ਨਾਟ ਕੰਟੈਸਟ ਹਿਸ ਐਜੈਕਟਮੈਂਟ, जो एजेक्टमेंट ਨੂੰ ਕੰਟੈਸਟ ਨਹੀਂ ਕਰਦਾ, ਠੀਕ ਹੈ, ਕਹਿੰਦਾ ਮੈਂ ਖਾਲੀ ਕਰ ਦਾਂਗਾ, ਠੀਕ ਹੈ, ਮੈਂ ਖਾਲੀ ਕਰ ਦਾਂਗਾ, ਤਾਂ ਉਹ ਆਪਦੀ ਕੰਪਨਸੇਸ਼ਨ ਹੈ, ਉਹਨੇ ਕੋਈ ਖਰਚ ਕੀਤਾ ਹੈ, ਉਹਨੇ ਕੋਈ ਕੋਠਾ ਬਣਵਾਤਾ ਖੇਤ ਦੇ ਵਿੱਚ, ਉਹਨੇ ਕੋਈ ਇਰੀਗੇਸ਼ਨ ਦੇ ਸੋਰਸਸ ਪੱਕੇ ਖਾਲੇ ਬਣਵਾਤੇ, ਉਹਨੇ ਕੋਈ ਟਿਊਬਵੈਲ ਲਗਵਾਇਆ ਹੈਗਾ, ਜਾਂ ਉਹਨੇ ਜ਼ਮੀਨ ਪੱਧਰ ਕੀਤੀ ਹੈਗੀ ਹੈ, ਉਹਦੇ ਕਹਿੰਦਾ ਮੈਨੂੰ ਖਰਚੇ ਦਵਾ ਦਿਓ, ਮੇਰੀ ਇੰਨੀ ਪੇਮੈਂਟ ਬਣਦੀ ਹੈ, ਕੰਪਨਸੇਸ਼ਨ ਮੇਰਾ ਬਣਦਾ ਹੈ, ਕੰਪਨਸੇਸ਼ਨ ਕੀਤਾ ਜਾਵੇ ਮੈਨੂੰ ਤੇ ਮੈਂ ਜ਼ਮੀਨ ਨੂੰ ਖਾਲੀ ਕਰਨ ਨੂੰ ਤਿਆਰ, ਠੀਕ ਹੈ। ਤਾਂ ਉਹ ਕੰਪਨਸੇਸ਼ਨ ਕਲੇਮ ਕਰ ਸਕਦਾ ਸਬਸੈਕਸ਼ਨ 4 ਦੇ ਵਿੱਚ। ਇਫ ਟੈਨੈਂਟ ਨਾਟ ਕੰਟੈਸਟ ਹਿਸ ਐਜੈਕਟਮੈਂਟ ਕੈਨ ਕਲੇਮ ਹਿਸ ਕੰਪਨਸੇਸ਼ਨ ਵਿਦਨ 2 months ਫਰੋਮ ਦਾ ਨੋਟਿਸ। ਤਾਂ ਨੋਟਿਸ ਤੋਂ ਮਿਲਣ ਤੋਂ ਬਾਅਦ 2 ਮਹੀਨੇ ਦੇ ਅੰਦਰ ਅੰਦਰ ਉਹ ਅੱਗੇ ਆਪਦਾ ਕੰਪਨਸੇਸ਼ਨ ਦਾ ਜਿਹੜਾ ਕਲੇਮ ਹੈ ਉਹ ਰੈਵਨਿਊ ਕੋਰਟ ਦੇ ਵਿੱਚ, ਜਿਸ ਕੋਰਟ ਨੇ ਉਸਨੂੰ ਨੋਟਿਸ ਭੇਜਿਆ ਸੀਗਾ, ਉੱਥੇ ਆ ਕੇ ਐਪਲੀਕੇਸ਼ਨ ਦੇ ਸਕਦਾ ਵੀ ਮੇਰੇ ਇੰਨੇ ਪੈਸੇ ਬਕਾਇਆ ਹੈਗੇ ਆ, ਠੀਕ ਹੈ, ਮੈਨੂੰ ਇਹ ਅਦਾ ਕਰਵਾ ਦਿੱਤੇ ਜਾਣ, ਪੇਮੈਂਟ ਕਰਵਾ ਦਿੱਤੀ ਜਾਵੇ ਤੇ ਮੈਂ ਜ਼ਮੀਨ ਖਾਲੀ ਕਰਨ ਨੂੰ ਤਿਆਰ ਹਾਂ, ਮੈਨੂੰ ਕੋਈ ਉਹ ਨਹੀਂ ਹੈਗਾ ਵੀ ਮੈਂ ਜ਼ਮੀਨ ਇਹ ਰੈਗੂਲਰ ਜਿਹੜੀ ਹੈਗੀ ਆ ਵਾਹੀ ਕਰਨੀ ਹੈ। ਜੇਕਰ ਇਫ ਵਿਦਿਨ 2 months ਫਰੋਮ ਦਾ ਨੋਟਿਸ, ਸਬਸੈਕਸ਼ਨ 5 ਕੀ ਕਹਿੰਦਾ ਹੈ? ਇਫ ਵਿਦਿਨ 2 months ਫਰੋਮ ਦਾ ਨੋਟਿਸ ਟੈਨੈਂਟ ਡਸ ਨਾਟ ਇੰਸਟੀਚਿਊਟ ਸੂਟ, ਉਹਨਾਂ ਨੂੰ ਨੋਟਿਸ ਭੇਜਿਆ ਸੀਗਾ, ਠੀਕ ਹੈ, ਵੀ ਜਾਂ ਤਾਂ 1 ਮਹੀਨੇ ਤੋਂ ਪਹਿਲਾਂ ਖਾਲੀ ਕਰ ਦੇ, ਜਾਂ ਫਿਰ ਤੂੰ 2 ਮਹੀਨੇ ਦੇ ਅੰਦਰ ਅੰਦਰ ਸੂਟ ਫਾਈਲ ਕਰ ਸਕਦਾ ਹੈ ਜਾਂ ਕੰਪਨਸੇਸ਼ਨ ਕਲੇਮ ਕਰ ਸਕਦਾ ਹੈ। If within 2 months from the notice tenant does not institute a suit, दावा दायर नहीं करता to contest his liability to ejectment, revenue officer on the application of landlord order the ejectment of the tenant, ना हो कंपनसेशन फाइल करता है ना हो सूट फाइल करता है ਜਿਹੜਾ ਟੈਨੈਂਟ ਹੈਗਾ, ਠੀਕ ਹੈ। 2 ਮਹੀਨੇ ਬੀਤ ਜਾਂਦੇ ਆ, ਨਵੰਬਰ, ਦਸੰਬਰ, ਜਨਵਰੀ ਦਾ ਮਹੀਨਾ ਨਿਕਲ ਜਾਂਦਾ ਹੈ। ਫਿਰ ਜਿਹੜਾ ਲੈਂਡਲੋਰਡ ਹੈਗਾ ਵੀ ਦੇਖੋ ਜੀ, ਉਸ ਨੂੰ ਤੁਸੀਂ ਨੋਟਿਸ ਭੇਜਿਆ ਸੀਗਾ, ਉਹਨੇ ਨਾ ਤਾਂ ਸੂਟ ਫਾਈਲ ਕੀਤਾ ਕੋਈ, ਨਾ ਕੰਪਨਸੇਸ਼ਨ ਫਾਈਲ ਕੀਤਾ, ਉਹਦੀ ਇਨਫੋਰਮੇਸ਼ਨ ਜਾ ਕੇ ਜਿਹੜਾ ਰੈਵਨਿਊ ਆਫੀਸਰ ਹੈ, ਜਿਹੜਾ ਲੈਂਡਲੋਰਡ ਹੈ, ਦੁਬਾਰਾ ਰੈਵਨਿਊ ਆਫੀਸਰ ਨੂੰ ਕਹਿ ਸਕਦਾ ਹੈ ਵੀ ਤੁਸੀਂ ਹੁਣ ਇਹਦਾ ਜਿਹੜਾ ਹੈਗਾ ਐਜੈਕਟਮੈਂਟ ਦਾ ਆਰਡਰ ਪਾਸ ਕੀਤਾ ਜਾਵੇ। ਇਫ ਵਿਦਿਨ 2 months from the notice tenant does not institute suit to contest his liability of the ejectment, revenue officer on the application of the landlord order the ejectment of the tenant, tenant ਦੀ ejectment ਦੇ ਲਈ ਜਿਹੜਾ ਹੈਗਾ ਰੈਵਨਿਊ ਆਫੀਸਰ ਆਰਡਰ ਪਾਸ ਕਰ ਸਕਦਾ ਹੈ। ਬਟ ਸਬਸੈਕਸ਼ਨ 6 ਦੇ ਵਿੱਚ ਬਿਲਕੁਲ ਟੋਟਲੀ ਉਲਟ ਕਿਹਾ ਗਿਆ, ਪਰ ਜੇਕਰ ਇਫ ਟੈਨੈਂਟ ਇੰਸਟੀਚਿਊਟ ਸੂਟ ਵਿਦਿਨ 2 months, ਜੇ ਉਹ 15 ਜਨਵਰੀ ਤੋਂ ਪਹਿਲਾਂ ਜਿਹੜਾ ਟੈਨੈਂਟ ਹੈਗਾ ਦਾਵਾ ਦਾਇਰ ਕਰ ਦਿੰਦਾ ਹੈ, ਕੰਟੈਸਟ ਕਰਦਾ ਐਜੈਕਟਮੈਂਟ ਨੂੰ ਵੀ ਨਹੀਂ ਮੇਰੀ ਐਜੈਕਟਮੈਂਟ ਨਹੀਂ ਹੋਣੀ ਚਾਹੀਦੀ, ਠੀਕ ਹੈ, ਪਰ ਕੀ ਹੁੰਦਾ ਹੈ, ਸੂਟ ਫੇਲ ਹੋ ਜਾਂਦਾ, ਉਹਦਾ ਫੇਲਸ ਇਨ ਦਾ ਸੂਟ, ਦਾ ਕੋਰਟ ਡਿਟੈਕਟ ਦਾ ਐਜੈਕਟਮੈਂਟ ਬਾਈ ਪਾਸਿੰਗ ਡਿਗਰੀ, ਤਾਂ ਜਿਹੜੀ ਕੋਰਟ ਹੈਗੀ ਹੈ ਡਿਗਰੀ ਪਾਸ ਕਰ ਦੇਗੀ, ਬੇਦਖਲੀ ਦੀ ਡਿਗਰੀ ਪਾਸ ਕਰ ਦੇਗੀ, ਐਜੈਕਟਮੈਂਟ ਦੀ ਜਿਹੜੀ ਡਿਗਰੀ ਹੈ ਉਹ ਪਾਸ ਕਰ ਦਿੱਤੀ ਜਾਵੇਗੀ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਸੈਕਸ਼ਨ 45 ਦੇ ਵਿੱਚ ਫੁੱਲ ਓਪਰਚੁਨਿਟੀ ਦਿੱਤੀ ਗਈ ਹੈ, ਫੁੱਲ ਓਪਰਚੁਨਿਟੀ ਟੂ ਦਾ ਟੈਨੈਂਟ ਦਿੱਤੀ ਗਈ ਹੈਗੀ ਹੈ ਵੀ ਟੈਨੈਂਟ ਨੂੰ ਹਰ ਗੱਲ ਉਹਦੀ ਸੁਣ ਕੇ ਹੀ ਜਿਹੜੀ ਹੈਗੀ ਹੈ, ਜੋ ਗੱਲ ਆਪਣੇ ਉਹਨੂੰ ਮੌਕਾ ਦੇਣ ਦੇ ਬਾਵਜੂਦ ਵੀ ਆਪਦੀ ਕੋਈ ਕੰਟੈਸਟ ਨਹੀਂ ਕਰਦਾ, ਕੋਈ ਕਲੇਮ ਨਹੀਂ ਕਰਦਾ, ਫਿਰ ਉਹਦੀ ਐਜੈਕਟਮੈਂਟ ਕੀਤੀ ਜਾਂਦੀ ਹੈ, ਅਦਰਵਾਈਜ਼ ਨਹੀਂ ਕੀਤੀ ਜਾਂਦੀ। ਜੇ ਉਹ ਆਪਦਾ ਟਾਈਮ ਵੀ ਗਵਾ ਲੈਂਦਾ, ਸਮਾਂ ਵੀ ਗਵਾ ਲੈਂਦਾ 2 ਮਹੀਨੇ ਦਾ
ठीक है, फिर भी वो अपनी कोई कार्रवाई नहीं करता, इट मीनस ਉਹਦੇ ਕੋਲ ਕਹਿਣ ਨੂੰ ਕੁਝ ਨਹੀਂ ਹੈਗਾ, ਤਾਂ ਫਿਰ ਉਹਦੀ ਜਿਹੜੀ ਐਜੈਕਟਮੈਂਟ ਦੇ ਜਿਹੜੇ ਆਰਡਰ ਹੈ ਕਰ ਦਿੱਤੇ ਜਾਂਦੇ ਆ ਕੋਰਟ। ਕਿਉਂਕਿ ਇੱਥੇ ਕੋਰਟ ਦਾ ਜਿਹੜਾ ਆਪਾਂ ਗੱਲ ਕਰਦੇ ਆ ਰੈਵਨਿਊ ਕੋਰਟਾਂ ਹੁੰਦੀਆਂ ਨੇ, ਦੂਜੀਆਂ ਸਿਵਲ ਕੋਰਟਾਂ ਨੂੰ ਇੱਥੇ ਇਹ ਜਿਹੜਾ ਹੈਗਾ ਰਾਈਟ ਨਹੀਂ ਕੋਈ ਹੁੰਦਾ, ਓਨਲੀ ਰੈਵਨਿਊ ਕੋਰਟਸ ਜਿਹੜੇ ਹੈਗੇ ਇਹ ਆਰਡਰ ਪਾਸ ਕਰਦੇ। ਨੈਕਸਟ ਹੈ ਸੈਕਸ਼ਨ 46 ਪਾਵਰ ਟੂ ਮੇਕ ਰੂਲਸ। Power to make rules, FCR may make rules from forum language applications, notice ਕਿੱਦਾਂ ਦਾ ਹੋਣਾ ਚਾਹੀਦਾ ਹੈ, ਫਾਰਮ ਦੀ ਕੀ ਲੈਂਗੁਏਜ ਹੋਣੀ ਚਾਹੀਦੀ ਹੈ, ਫਾਰਮ ਦੇ ਕਿਹੜੇ ਕਾਲਮ ਹੋਣੇ ਚਾਹੀਦੇ, ਅਰਜੀ ਕਿੱਦਾਂ ਦੀ ਸ਼ੇਪ 'ਚ ਹੋਣੀ ਚਾਹੀਦੀ ਹੈ, ਕੀ ਅਰਜੀ 'ਚ ਕੀ ਲਿਖਿਆ ਹੋਣਾ ਚਾਹੀਦਾ ਹੈਗਾ, ਇਸ ਸੰਬੰਧੀ ਐਜੈਕਟਮੈਂਟ ਦੇ ਕਿਹੜੇ ਪਰਫਾਰਮੇ ਹੁੰਦੇ ਆ, ਉਹਦੀ ਕੀ ਲੈਂਗੁਏਜ ਹੋਏਗੀ, ਮੈਨਰ ਇਨ ਵਿਚ ਐਪਲੀਕੇਸ਼ਨ ਸਾਈਨਡ, ਅਟੈਸਟਡ ਕਿਵੇਂ ਸਾਰੀ ਜਿਹੜੀ ਕਾਰਵਾਈ ਹੈਗੀ ਚੱਲੇਗੀ, ਇਹਦੇ ਸੰਬੰਧੀ ਜਿਹੜੇ ਰੂਲਸ ਹੈਗੇ ਆ ਸਮੇਂ-ਸਮੇਂ ਤੇ FCR ਵੱਲੋਂ बनाए जाते हैं। फिर क्या 47 है टाइम फॉर द एडजस्टमेंट, इट इज वेरी इंपॉर्टेंट है जी, ठीक है, बहुत इंपॉर्टेंट है कि क्वेश्चन आम तौर पर आंदा रहता है। 1 मई तो लैके 15 जून ਜਿਹੜਾ ਐਡਜਸਟਮੈਂਟ ਦਾ ਟਾਈਮ ਹੈਗਾ, ਮਤਲਬ ਡਿਗਰੀ ਪਾਸ ਹੋ ਗਈ ਤੁਹਾਡੇ ਕੋਲੇ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਜਾਂ 15 ਜਨਵਰੀ ਤੋਂ ਬਾਅਦ, ਇਹ ਕਹਿ ਲਈਏ 15 ਜਨਵਰੀ ਦਾ ਟਾਈਮ ਦਿੱਤਾ ਸੀ, 15 ਨਵੰਬਰ ਨੂੰ ਨੋਟਿਸ ਭੇਜਿਆ ਸੀਗਾ ਤਹਿਸੀਲਦਾਰ ਨੇ ਟੈਨੈਂਟ ਨੂੰ, 15 ਜਨਵਰੀ ਤੱਕ ਦਾ ਜਿਹੜਾ ਟਾਈਮ ਸੀ 2 ਮਹੀਨੇ ਦਾ ਨਿਕਲ ਚੁੱਕਿਆ। 15 ਜਨਵਰੀ ਤੋਂ ਬਾਅਦ ਕਿਸੇ ਵੀ ਸਮੇਂ ਜਿਹੜੀ ਹੈਗੀ ਐਡਜਸਟਮੈਂਟ ਦਾ ਆਰਡਰ ਹੋ ਸਕਦਾ ਹੈ, ਬਟ ਜਿਹੜਾ ਆਰਡਰ ਹੈ ਉਸ ਨੂੰ ਐਗਜ਼ੀਕਿਊਟ ਕਰਨਾ ਜਿਹੜਾ ਹੈਗਾ, ਉਹਨੂੰ ਲਾਗੂ ਕਰਨਾ ਹੈਗਾ, ਉਹ ਜਿਹੜਾ ਸਮਾਂ ਹੈਗਾ ਉਹ ਨਿਯਤ ਕੀਤਾ ਗਿਆ ਸੈਕਸ਼ਨ 47 ਦੇ ਵਿੱਚ, ਠੀਕ ਹੈ। ਆਰਡਰ ਬੇਸ਼ੱਕ ਪਹਿਲਾਂ ਹੋ ਗਿਆ ਹੋਵੇ ਤਾਂ ਉਸ ਆਰਡਰ ਨੂੰ ਜਿਹੜਾ ਲਾਗੂ ਕੀਤਾ ਜਾਣਾ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਲਾਗੂ ਕੀਤਾ ਜਾਣਾ ਹੈ। ਅੱਜ ਵੀ ਹੁਣ ਵੀ ਅਸੀਂ ਦੇਖਦੇ ਹਾਂ, ਅਸੀਂ ਕੋਈ ਕਿਸੇ ਨੂੰ ਪੋਜੈਸ਼ਨ ਦੀ ਕੋਈ ਕਬਜ਼ਾ ਕਾਰਵਾਈ ਕੋਈ ਕਰਨੀ ਹੁੰਦੀ ਹੈ, ਸਾਨੂੰ ਜਿਹੜਾ ਇਹ ਵਾਲਾ ਜਿਹੜਾ ਸਮਾਂ ਹੈਗਾ ਇਹ ਜਿਹੜਾ ਚੂਜ਼ ਕਰਨਾ ਚਾਹੀਦਾ ਹੁੰਦਾ ਹੈ ਇਨ ਰੂਟੀਨ, ਠੀਕ ਹੈ। ਇਨ ਰੂਟੀਨ ਵੀ ਸਾਨੂੰ ਇਹ ਵਾਲਾ ਸਮੇਂ ਦੇ ਵਿੱਚ ਹੀ ਜਿਹੜੀ ਐਡਜਸਟਮੈਂਟ ਹੈ ਕਰਵਾਉਣੀ ਚਾਹੀਦੀ ਹੈ, ਕਿਸੇ ਨੂੰ ਕਿਸ ਦਾ ਕਬਜ਼ਾ ਕਾਰਵਾਈ ਕਰਵਾਉਣੀ ਚਾਹੀਦੀ ਹੈ। ਇਹ ਜਿਹੜਾ ਸਮਾਂ ਹੈਗਾ ਇਹ ਸੂਟੇਬਲ ਹੁੰਦਾ ਹੈ, ਲਾਅ ਦੇ ਵਿੱਚ ਵੀ ਕਿਹਾ ਗਿਆ। ਅਦਰਵਾਈਜ਼ ਜੇ ਕੋਈ ਕੋਰਟ ਨੂੰ ਅਟਰੈਕਟ ਕਰਦੀ ਹੈ ਗੱਲ ਵੱਖਰੀ ਹੈ, ਠੀਕ ਹੈ, ਬਟ ਅਸੀਂ ਜਨਰਲੀ ਜਿਹੜਾ ਹੈਗਾ ਇਹ ਸਮਾਂ ਯੂਜ਼ ਕਰਨਾ ਚਾਹੀਦਾ ਸਾਨੂੰ, ਅਨਲੈਸ ਕੋਰਟ ਮੇਕਿੰਗ ਡਿਗਰੀ, ਜਾਂ ਫਿਰ ਕੋਰਟ ਕੋਈ ਸਮਾਂ ਨਿਯਤ ਕਰ ਦੇਵੇ ਨਹੀਂ ਇਸ ਤਰੀਕ ਨੂੰ ਤੋਂ ਪਹਿਲਾਂ ਜਿਹੜਾ ਹੈਗਾ ਕਬਜ਼ਾ ਕਾਰਵਾਈ ਹੋਣੀ ਚਾਹੀਦੀ ਹੈ, ਉਹ ਗੱਲ ਵੱਖਰੀ ਹੈ। ਅਦਰਵਾਈਜ਼ ਇਹ ਜਿਹੜਾ ਸਮਾਂ ਹੈਗਾ ਇਹ ਨਿਯਤ ਕੀਤਾ ਗਿਆ ਕੋਰਟ ਦੇ ਇਹਦੇ ਵਿੱਚ, ਲਾਅ ਦੇ ਵਿੱਚ। ਸੈਕਸ਼ਨ 48 ਹੈ ਰਿਲੀਫ ਅਗੇਂਸਟ ਫॉरफीचर। ਰਿਲੀਫ ਅਗੇਂਸਟ ਦਾ ਫॉरफीचर, ਜੇ ਕੋਈ ਗਲਤ ਹੁੰਦਾ ਹੈਗਾ, ਕਿਸੇ ਆਰਡਰ ਦੀ ਕੋਈ ਉਲੰਘਣਾ ਹੁੰਦੀ ਹੈ, ਇਫ ਸੂਟ ਫਾਰ ਦਾ ਐਡਜਸਟਮੈਂਟ ਆਫ ਅ ਟੈਨੈਂਟ ਬਾਈ ਦਾ ਲੈਂਡਲॉर्ड, ਕੋਈ ਦਾਵਾ ਪਾਇਆ ਸੀਗਾ ਲੈਂਡਲॉर्ड ਨੇ ਟੈਨੈਂਟ ਦੇ ਖਿਲਾਫ ਔਨ ਦਾ ਗਰਾਊਂਡ, ਕਿਹੜੀਆਂ ਗਰਾਊਂਡ ਸੀਗੀਆਂ 39 ਸੈਕਸ਼ਨ ਦੀਆਂ। 39 ਚ ਕੀ ਸੀਗਾ ਆਪਾਂ ਪੜ੍ਹ ਕੇ ਗਏ ਪਿੱਛੇ, ਵੀ ਖੇਤੀਬਾੜੀ ਜ਼ਮੀਨ ਨੂੰ ਅਨਫਿਟ ਕਰ ਦਿੰਦਾ ਹੈ, ਖੇਤੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ, ਠੀਕ ਹੈ। ਇਹ ਸੈਕਸ਼ਨ 39 ਦੀਆਂ ਸੀਗੀਆਂ ਗਰਾਊਂਡਸ ਆਫ ਦਾ ਐਡਜਸਟਮੈਂਟ ਆਫ ਟੈਨੈਂਟ ਫਿਕਸ ਜਾਂ ਫਿਕਸ ਟਰਮ ਦੀ ਗੱਲ ਕੀਤੀ ਗਈ, ਸੈਕਸ਼ਨ 40 ਚ ਕੀਤੀ ਗਈ ਹੈ। ਇਟ ਅਪੀਅਰਸ ਟੂ ਦਾ ਕੋਰਟ ਦੈਟ ਇੰਜਰੀ ਕਾਸਡ ਬਾਈ ਐਕਟ ਔਰ ਕਮਿਸ਼ਨ, ਵੀ ਕੋਈ ਨੁਕਸਾਨ ਹੋਇਆ ਹੈ, ਇੰਜਰੀ ਕਾਸਡ ਬਾਈ ਐਕਟ ਔਰ ਕਮਿਸ਼ਨ, ਕੋਈ ਕੰਮ ਕਰਨ ਦੇ ਨਾਲ ਜਾਂ ਕੋਈ ਕੰਮ ਨਾ ਕਰਨ ਦੇ ਨਾਲ ਕੋਈ ਲਾਸ ਹੋਇਆ ਹੈਗਾ, ਔਨ ਵਿਚ suit is based, capable of being remedied, award compensation is sufficient for the satisfaction to the landlord। ਲੈਂਡਲॉर्ड ਨੂੰ ਕੋਈ ਲਾਸ ਹੋਇਆ ਹੈਗਾ, ਠੀਕ ਹੈ, ਕੋਈ ਐਕਟ ਕਰਨਾ ਸੀਗਾ ਉਹ ਨਹੀਂ ਕੀਤਾ, ਕੋਈ ਹਮੇਸ਼ਾ ਕੋਈ ਕੰਮ ਜਾਂ ਕੋਈ ਗਲਤ ਕੰਮ ਹੋ ਗਿਆ, on which suit is based, capable of being remedied, award of compensation is sufficient for the satisfaction to the landlord,
the court may instead making decree of ejectment of tenant order him to pay to landlord within period fixed in the order or order such period such compensation court may deem fit। ਜਿਹੜੀ ਕੋਰਟ ਹੈਗੀ ਹੈ ਜਦੋਂ ਕੰਪਨਸੇਸ਼ਨ ਦੀ ਗੱਲ ਕੀਤੀ ਗਈ ਹੈ ਤਾਂ ਕੋਰਟ ਜਿਹੜੀ ਹੈਗੀ ਹੈ ਜੇ ਇੱਕ ਗਲਤ ਕੰਪਨਸੇਸ਼ਨ ਦਿੱਤਾ ਕੋਰਟ ਕੰਪਨਸੇਸ਼ਨ ਦਵਾ ਵੀ ਸਕਦੀ ਹੈ ਲੈਂਡਲॉर्ड ਉਸ ਨੂੰ ਲੈਂਡਲॉर्ड ਨੂੰ ਵੀ ਕਿਹਾ ਜਾ ਸਕਦਾ ਹੈ ਮੈਨੂੰ ਲੈਂਡਲॉर्ड ਨੂੰ ਵੀ ਕਿਹਾ ਜਾ ਸਕਦਾ ਹੈ ਵੀ ਜਿਹੜਾ ਟੈਨੈਂਟ ਹੈਗਾ ਉਸ ਨੂੰ ਕੰਪਨਸੇਟ ਕੀਤਾ ਜਾਵੇ ਜਿੰਨਾ ਉਹਨੇ ਕੋਈ ਖਰਚਾ ਕੀਤਾ ਸੀਗਾ ਵੀ ਉਹ ਜਿਹੜਾ ਖਰਚਾ ਕੀਤਾ ਸੀਗਾ ਉਹ ਕੋਰਟ ਜਿਹੜੀ ਡਿਟਰਮਿਨ ਕਰੇਗੀ ਵੀ ਲੈਂਡਲॉर्ड ਨੂੰ ਕਹੇਗੀ ਵੀ ਤੂੰ ਜਿਹੜਾ ਖਰਚਾ ਹੈਗਾ ਇਹ ਕੋਰਟ ਦੇ ਵਿੱਚ ਜਮ੍ਹਾਂ ਕਰਵਾਓ ਤਾਂ ਕਿ ਅਸੀਂ ਟੈਨੈਂਟ ਨੂੰ ਦੇਖ ਕੇ ਤੁਹਾਡੀ ਜਿਹੜੀ ਡਿਗਰੀ ਹੈ ਉਹ ਪਾਸ ਕਰ ਦਿੱਤੀ ਜਾਵੇ ਜਿਹੜੀ ਐਗਜ਼ੈਕਟਮੈਂਟ ਦੀ ਡਿਗਰੀ ਹੈਗੀ ਪਾਸ ਕਰ ਦਿੱਤੀ ਜਾਵੇ। Then section 49 rights of the ejected tenant in respect of the crops and land prepared for sowing। कुछ राइट्स ਦਿੱਤੇ ਗਏ ਨੇ ਟੈਨੈਂਟ ਨੂੰ ਕਾਹਦੇ ਦਿੱਤੇ ਗਏ ਨੇ in respect of the crops ਕੋਈ ਫਸਲ ਹੈਗੀ ਖੜੀ ਹੈ ਖੇਤ ਦੇ ਵਿੱਚ ਜਿਹਦੀ ਬੇਦਖਲੀ ਕਰਨੀ ਹੈ। ਦੇਖੋ ਜਨਰਲੀ ਤੌਰ ਤੇ ਆਪਾਂ ਗੱਲ ਕਰਕੇ ਆਏ ਹਾਂ ਵੀ ਜਿਹੜੀ ਉਸ ਨੂੰ ਜਿਹੜੀ ਐਜੈਕਟਮੈਂਟ ਹੈ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਹੋਣੀ ਚਾਹੀਦੀ ਹੈ ਵੀ ਇਹ ਪ੍ਰਜੂਮ ਕੀਤਾ ਜਾਂਦਾ ਵੀ ਉਸ ਸਮੇਂ ਦੇ ਵਿੱਚ ਕੋਈ ਫਸਲ ਨਹੀਂ ਖੜੀ ਠੀਕ ਹੈ ਫਸਲ ਖਾਲੀ ਜ਼ਮੀਨ ਖਾਲੀ ਹੈਗੀ ਹੈ ਪਰ ਫਿਰ ਵੀ ਕੋਈ ਰੀਜ਼ਨ ਕੋਈ ਫਸਲ ਇਦਾਂ ਦੀ ਹੋਣੀ ਚਾਹੀਦੀ ਹੋ ਸਕਦੀ ਹੈ ਜਿਵੇਂ ਕਿ ਜੱਦੀ ਜਾਇਦ ਹੋਵੇ ਜਾਇਦ ਦੀ ਕੋਈ ਫਸਲ ਹੋਵੇ ਠੀਕ ਹੈ ਜਾਇਦ ਰੱਬੀ ਹੋਵੇ ਕੋਈ ਜਾਂ ਪਹਿਲਾਂ ਪਿੱਛੋਂ ਕੋਈ ਹੋਰ ਫਸਲ ਬੀਜੀ ਗਈ ਹੋਵੇ ਫਸਲ ਮੌਕੇ ਤੇ ਜਾਣ ਦੀ ਕੱਟੀ ਨਾ ਗਈ ਹੋਵੇ ਫਸਲ ਖੜੀ ਹੋਵੇ ਕੋਈ ਰੀਜ਼ਨ ਹੋ ਸਕਦਾ ਸਟੈਂਡਿੰਗ ਕ੍ਰੌਪ ਜੇ ਟੈਨੈਂਟ ਨੂੰ ਬੇਦਖਲ ਕਰਨਾ ਹੈ ਪਰ ਉਹ ਖੇਤ ਕੋਈ ਫਸਲ ਖੜੀ ਹੈ ਜਾਂ ਫਿਰ ਉਸਨੇ ਆਪਣੇ ਖੇਤ ਨੂੰ ਵਾਹ ਬੀਜ ਕੇ ਸਵਾਰ ਕੇ ਪੱਧਰ ਕਰਕੇ ਠੀਕ ਹੈ ਕਰਾਰ ਨੂੰ ਲਗਾ ਕੇ ਤਿਆਰ ਕੀਤਾ ਹੋਇਆ ਹੈਗਾ ਉਹਦਾ ਕੁਝ ਪੈਸਾ ਖਰਚ ਹੋਇਆ ਹੈ ਠੀਕ ਹੈ ਜੀ ਤੇ ਸਟੈਂਡਿੰਗ ਕ੍ਰੌਪ ਹੈਗੀ ਹੈ not ejected until stifled and allowed reasonable time to harvest। ਉਸ ਨੂੰ eject ਨਹੀਂ ਕੀਤਾ ਜਾ ਸਕਦਾ ਜਾਂ ਤਾਂ ਉਸ ਨੂੰ ਰੀਜ਼ਨੇਬਲ ਟਾਈਮ ਦਿੱਤਾ ਜਾਵੇਗਾ ਵੀ ਜਿਹੜੀ ਮੇਰੀ ਖੜੀ ਫਸਲ ਹੈ ਇਸ ਨੂੰ 5 ਦਿਨ ਦੇ ਹਫ਼ਤੇ ਵਿੱਚ 10 ਦਿਨ ਦੇ ਵਿੱਚ ਤੂੰ ਕੱਟ ਲੈ ਜਾਂ ਫਿਰ ਜੇ ਉਸਨੇ ਉਹਦੀ ਕੁਝ ਪੇਮੈਂਟ ਦਿੱਤੀ ਜਾ ਸਕਦੀ ਹੈ ਖੜੀ ਫਸਲ ਦੀ ਪੇਮੈਂਟ ਦਿੱਤੀ ਜਾ ਸਕਦੀ ਹੈ ਯਾਨੀ ਕਿ ਸਟਾਈਫੰਡ ਦਿੱਤਾ ਜਾ ਸਕਦਾ ਹੈ ਜੇ ਉਹਨੇ ਖੇਤ ਤਿਆਰ ਕੀਤਾ ਹੈ ਸੌਰੀ ਇਹਦਾ ਕੱਲੀ ਗੱਲ ਫਸਲ ਦੀ ਹੈਗੀ ਆ ਫਸਲ ਨੂੰ ਕੱਟਣ ਦੇ ਲਈ ਸਮਾਂ ਦਿੱਤਾ ਜਾ ਸਕਦਾ ਹੈ ਜਾਂ ਫਿਰ ਫਸਲ ਦੀ ਪੇਮੈਂਟ ਜਿਹਨੂੰ ਕਿ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਰੈਵਨਿਊ ਆਫਿਸਰ ਡਾਇਰੈਕਟ ਟੈਨੈਂਟ ਟੂ ਪੇ for time extended period determine the value of the tenant's uncut crop deposit by the landlord in the revenue officer ਉਹਨੂੰ ਟਾਈਮ ਦੇ ਸਕਦਾ ਹੈ ਟੈਨੈਂਟ ਨੂੰ ਫਸਲ ਕੱਟਣ ਦੇ ਲਈ ਜੇਕਰ ਜ਼ਰੂਰਤ ਪਵੇ ਤਾਂ ਉਹਦਾ ਉਹ ਜਿਹੜਾ ਟਾਈਮ ਹੈਗਾ ਉਹਦਾ ਉਹ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ ਲੋੜ ਦੇ ਮੁਤਾਬਕ ਜਾਂ ਫਿਰ ਡਿਟਰਮਿਨ ਕਰ ਸਕਦਾ ਵੈਲਿਊ ਯਾਨੀ ਕਿ ਮੁਆਵਜ਼ਾ ਫਿਕਸ ਕੀਤਾ ਜਾ ਸਕਦਾ ਹੈ ਉਸ ਖੜੀ ਫਸਲ ਦਾ ताकि वो रेवेन्यू कोर्ट जाके जमा करवा देवे जो लैंडलॉर्ड है वो लैंडलॉर्ड जमा कराएगा ठीक है ताकि रेवेन्यू ऑफिसर टेनेंट ਨੂੰ ਜਿਹੜੀ ਫਸਲ ਹੈ ਮਤਲਬ ਕਿ ਕੱਟਣ ਦੇ ਇਵਜ਼ ਦੇ ਵਿੱਚ ਜਿਹੜੀ ਪੇਮੈਂਟ ਹੈ ਉਹ ਦਿੱਤੀ ਜਾਵੇ ਤੇ ਜਿਹੜਾ ਉਹਦੀ ਐਜੈਕਟਮੈਂਟ ਜਿਹੜੀ ਟੈਨੈਂਟ ਹੈ ਕੀਤੀ ਜਾ ਸਕਦੀ ਹੈ। ਸਬਸੈਕਸ਼ਨ 3 ਦੇ ਵਿੱਚ ਕੀ ਹੈਗਾ ਵੈਨ ਟੈਨੈਂਟ ਪ੍ਰਪੇਅਰਡ ਲੈਂਡ ਫਾਰ ਸੋਇੰਗ ਉਹਨੇ ਜ਼ਮੀਨ ਤਿਆਰ ਕਰ ਲਈ ਬੀਜਣ ਦੇ ਖਾਤਰ ਠੀਕ ਹੈ ਪਰ ਫਸਲ ਨਹੀਂ ਬੀਜੀ ਸੀਗੀ ਨਾਟ ਸੋਨ ਕ੍ਰੌਪ ਔਨ ਦਾ ਲੈਂਡ ਹੀ ਸ਼ੈਲ ਬੀ ਇੰਟਾਈਟਲਡ ਟੂ ਰਿਸੀਵ ਦਾ from the landlord ਉਹ ਲੈਂਡਲॉर्ड ਤੋਂ ਉਹਦੀ ਕੁਝ ਪੇਮੈਂਟ ਲੈ ਸਕਦਾ ਹੈ ਜਿਹੜਾ ਜਿੰਨਾ ਉਹਦਾ ਖਰਚਾ ਹੋਇਆ ਹੋਵੇ ਠੀਕ ਹੈ ਬਿਫੋਰ ਐਜੈਕਟਮੈਂਟ ਫੇਅਰ ਪ੍ਰਾਈਸ ਆਫ ਦਾ ਮਨੀ ਐਕਸਪੈਂਡਡ ਜਿੰਨੀ ਉਹਦੀ ਉਹਨੇ ਖਰਚ ਕੀਤਾ ਉਹਦੀ ਜਿਹੜੀ ਫੇਅਰ ਪ੍ਰਾਈਸ ਹੈਗੀ ਹੈ ਉਹ ਕੌਣ ਡਿਟਰਮਿਨ ਕਰੇਗਾ ਰੈਵਨਿਊ ਆਫਿਸਰ ਡਿਟਰਮਿਨ ਦਾ ਅਮਾਉਂਟ ਡੈਟ ਦਾ ਲੈਂਡਲॉर्ड ਟੂ ਪੇ ਦਾ ਟੂ ਟੈਨੈਂਟ ਰੈਵਨਿਊ ਆਫਿਸਰ ਵੱਲੋਂ ਕਿਹਾ ਜਾਏਗਾ ਲੈਂਡਲॉर्ड ਨੂੰ ਵੀ ਮੇਰੀ ਕੋਰਟ ਜਮ੍ਹਾਂ ਕਰਾਓ ਇੰਨੇ ਪੈਸੇ ਤਾਂ ਕਿ ਜਿਹੜੀ ਪੇਮੈਂਟ ਹੈ ਇਹ ਉਸ ਨੂੰ ਦਿੱਤੀ ਜਾ ਸਕੇ ਉਨੀ ਦੇਰ ਤੱਕ ਦੇ ਜਿੰਨੀ ਦੇਰ ਤੱਕ ਉਹ ਜਿਹੜੀ ਪੇਮੈਂਟ ਹੈ ਕੋਰਟ ਜਮ੍ਹਾਂ ਨਹੀਂ ਕਰਾਂਦਾ ਤਾਂ ਉਨੀ ਦੇਰ ਤੱਕ ਜਿਹੜਾ ਇਹ ਐਜੈਕਟਮੈਂਟ ਦਾ ਜਿਹੜਾ ਆਰਡਰ ਹੈ ਉਹਦੇ ਤੇ ਸਟੇ ਕੀਤੀ ਜਾ ਸਕਦੀ ਹੈ ਸਟੇ ਐਜੈਕਟਮੈਂਟ ਅੰਟਿਲ ਦ ਸਮ ਪੇਡ ਬਾਈ ਦਾ ਲੈਂਡਲॉर्ड। ਨੈਕਸਟ ਆ ਗਿਆ ਰਿਲੀਫ ਫਾਰ ਦਾ ਰੌਂਗਫੁਲ ਡਿਸਪੋਜੀਸ਼ਨ ਕਿਸੇ ਵਿਅਕਤੀ ਦੀ ਨੂੰ ਡਿਸਪੋਜ਼ ਕਰ ਦਿੱਤਾ ਕਿਸੇ ਆਰਡਰ ਦੇ ਤਹਿਤ ਕਰ ਦਿੱਤਾ ਪਰ ਆਰਡਰ ਇੰਪਲੀਮੈਂਟ ਕਰਦੇ ਕਰਦੇ ਕੋਈ ਗਲਤੀ ਹੋ ਗਈ ਠੀਕ ਹੈ
ਰਿਲੀਫ ਫਾਰ ਦਾ ਰੌਂਗਫੁਲ ਡਿਸਪੋਜੈਸ਼ਨ, ਉਹਨੂੰ ਡਿਸਪੋਜੈਸ ਕਰਨਾ ਨਹੀਂ ਸੀ ਬੰਦਾ ਪਰ ਕਰ ਦਿੱਤਾ ਗਿਆ। ਤਾਂ ਉਹਨੂੰ ਕੀ ਰਿਲੀਫ ਦੇਣੀ ਹੈ? ਰਿਲੀਫ ਕਿਉਂ ਦੇਣੀ ਹੈ? ਮਤਲਬ ਟੇਨੈਂਟ ਨੂੰ ਦੇਣੀ ਹੈ। ਸੈਕਸ਼ਨ 50 ਚ ਕਿਹਾ ਗਿਆ ਰਿਲੀਫ ਫਾਰ ਦਾ wrongful disposition or ejectment either of the cases namely। ਕਿਹੜੇ ਕੇਸ ਹੋ ਸਕਦੇ ਨੇ ਇਦਾਂ ਦੇ ਜਿਹਦੇ ਚ ਰਿਲੀਫ ਦੇਣੀ ਬਣਦੀ ਹੈਗੀ ਹੈ? if a tenant has been dispossessed without his consent, without any decree or order under section 44-45, ਨਾ ਕੋਈ ਡਿਗਰੀ ਸੀ ਨਾ ਕੋਈ ਆਰਡਰ ਸੀਗਾ, ਠੀਕ ਹੈ, ਉਹਨੂੰ ਟੈਨੈਂਟ ਨੂੰ ਡਿਸਪੋਸੈਸ ਕਰ ਦਿੱਤਾ, ਨਾ ਹੀ ਉਹਦੀ ਕੋਈ ਵਿਲ ਸੀਗੀ, ਠੀਕ ਹੈ। ਜਾਂ ਫਿਰ if the tenant who not institute a suit under section 45 has been ejected, denies his liability to be ejected, ਉਹਨੂੰ eject ਕਰ ਦਿੱਤਾ, ਆਪਦੀ ਜਿਹੜੀ ਲਾਇਬਿਲਿਟੀ ਹੈ ਉਹ ਡਿਨਾਈ ਕਰਦਾ ਹੈ। the tenant may within 1 year from date of dispossession, ਤਾਂ ਸਮਾਂ ਦਿੱਤਾ ਗਿਆ ਉਹਨੂੰ, ਪਹਿਲਾਂ 2 ਸਾਲ ਦਾ 2 ਮਹੀਨੇ ਦਾ ਸਮਾਂ ਦਿੱਤਾ ਸੀਗਾ, ਉਹਨੇ ਯੂਟਿਲਾਈਜ਼ ਨਹੀਂ ਕੀਤਾ, ਠੀਕ ਹੈ। ਫਿਰ ਵੀ ਜੇਕਰ ਉਹ ਸਮੇਂ ਤੇ ਕੋਈ ਜਿਹੜਾ ਹੈਗਾ ਫੈਸਲਾ ਨਹੀਂ ਲੈ ਸਕਿਆ ਸੀ, ਉਹਦੀ ejectment ਹੋ ਗਈ, ਉਹਨੂੰ ਬਾਅਦ 'ਚ ਧਿਆਨ ਆਇਆ ਵੀ ਨਹੀਂ ਮੇਰੀ ejectment ਨਹੀਂ ਸੀ ਹੋਣੀ ਚਾਹੀਦੀ, ਤਾਂ ਫਿਰ ਕੀ ਹੈਗਾ 1 ਸਾਲ ਦਾ ਸਮਾਂ ਹੋਰ ਦਿੱਤਾ ਗਿਆ ejectment ਦੇ ਆਰਡਰ ਹੋਣ ਤੋਂ ਬਾਅਦ, ਠੀਕ ਹੈ। 1 ਸਾਲ ਦਾ ਸਮਾਂ ਦਿੱਤਾ ਗਿਆ from the date of the dispossession, institute a suit for the recovery of possession or occupancy or compensation or both। डिस्पोजेशन हो गई ਉਹਦੀ, ठीक है भी, किसी भी कारण हो गई, ਉਹਨੂੰ ਲੱਗਦਾ ਹੈ ਵੀ ਉਸ ਵੇਲੇ ਉਹ ਜਿਹੜਾ ਆਪਦਾ ਕੋਈ ਬੈਨੀਫਿਟ ਨਹੀਂ ਸੀ ਲੈ ਸਕਿਆ, ਨਾ ਉਹ ਸੂਟ ਫਾਈਲ ਕਰ ਸਕਿਆ, ਨਾ ਉਹ ਕੋਈ ਕੰਪਨਸੇਸ਼ਨ ਲੈ ਸਕਿਆ, ਪਰ ਉਹਨੂੰ ਲੱਗਦਾ ਸੀ ਵੀ ਮੈਨੇ ਹੁਣ ਉਹਨੂੰ ਬਾਅਦ ਧਿਆਨ ਆਇਆ ਵੀ ਨਹੀਂ, ਮੈਨੂੰ ਗਲਤ ਡਿਸਪੋਜੈਸ ਕੀਤਾ ਗਿਆ। 1 ਸਾਲ ਦੇ ਸਮੇਂ ਦੇ ਅੰਦਰ ਉਹ ਜਾਂ ਤਾਂ ਫਿਰ ਉਹ ਪੋਜੈਸ਼ਨ ਵਾਪਸੀ ਲੈਣ ਦਾ ਦਾਅਵਾ ਦਾਇਰ ਕਰ ਸਕਦਾ ਹੈ, ਜਾਂ ਐਜ਼ ਏ ਆਕੂਪੈਂਸੀ ਰਾਈਟਸ ਕਲੇਮ ਕਰ ਸਕਦਾ ਹੈ, ਜਾਂ ਫਿਰ ਉਹ ਕੰਪਨਸੇਸ਼ਨ ਮੰਗ ਸਕਦਾ ਵੀ ਮੇਰਾ ਇਸ ਜ਼ਮੀਨ ਤੇ ਇੰਨਾ ਖਰਚਾ ਆਇਆ ਸੀਗਾ, ਜਾਂ ਦੋਨੋਂ ਚੀਜ਼ਾਂ ਵੀ ਮੰਗ ਸਕਦਾ ਹੈ। ਕਿੰਨਾ ਸੈਕਸ਼ਨ ਹੋ ਗਿਆ 50। ਠੀਕ ਹੈ ਜੀ। ਇਹ ਕਿਹੜਾ ਇੱਕ ਸੈਕਸ਼ਨ ਹੈਗਾ ਸੀ ਬਾਰ ਟੂ ਸਿਵਲ ਸੂਟ, ਇਹ ਦਿਖਾ ਦਿਓ ਇੱਕ ਵਾਰੀ ਥੋੜਾ ਇੱਕ ਸੈਕਸ਼ਨ। Next is section 50A, bar to civil suit. No person whose ejectment has been ordered by the revenue court। ਜਦੋਂ ਸੈਕਸ਼ਨ 45 ਦੇ ਵਿੱਚ ਕਿਸੇ ਜਿਹੜਾ ਟੈਨੈਂਟ ਹੈਗਾ ਉਹਦੀ ejectment ਹੋ ਜਾਂਦੀ ਹੈ, ਠੀਕ ਹੈ, ਉਹ ਸਿਵਲ ਸੂਟ ਦੇ ਵਿੱਚ ਦਾਅਵਾ ਨਹੀਂ ਦਾਇਰ ਕਰ ਸਕਦਾ। ਜਿਹੜਾ ਸੂਟ ਹੈਗਾ ਦਾਇਰ ਕਰਨਾ ਹੈ ਉਹ ਵੀ ਰੈਵਨਿਊ ਕੋਰਟ ਦੇ ਵਿੱਚ ਹੀ ਹੁੰਦਾ ਹੈ। ਔਰ whose suit has been dismissed under section 50 may not institute a civil suit for the recovery of the possession or the compensation। ਜੋ ਵੀ ਸੂਟ ਫਾਈਲ ਕੀਤਾ ਜਾਣਾ ਹੈ ਉਹ ਰੈਵਨਿਊ ਕੋਰਟ ਦੇ ਵਿੱਚ ਫਾਈਲ ਕੀਤਾ ਜਾਣਾ ਹੈ, ਤਾਂ ਕਿਸੇ ਵੀ ਸਿਵਲ ਕੋਰਟ ਦੇ ਵਿੱਚ ਜਾ ਕੇ ਕੋਈ ਵੀ ਸੂਟ ਜਿਹੜਾ ਹੈਗਾ ਇਸ ਦੇ ਰਿਗਾਰਡਿੰਗ ਫਾਈਲ ਨਹੀਂ ਕੀਤਾ ਜਾ ਸਕਦਾ। ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਾਂਗੇ ਜੀ। ਕਿਸ ਦਾ ਕੋਈ ਕੁਐਸਚਨ ਹੈ ਕਿ ਕੋਈ ਹੈਗਾ? ਇਹ ਥੋੜਾ ਜਿਹਾ ਬਹੁਤ ਟੈਕਨੀਕਲ ਜਿਹਾ ਸਬਜੈਕਟ ਹੈਗਾ, ਇੱਕ ਲਾਈਨ ਜਿਹੜੀ ਹੈਗੀ ਹੈ ਉਹ ਜਿਹੜੀ ਤੁਹਾਡਾ ਕੁਐਸਚਨ ਹੈਗਾ ਇੱਕ ਲਾਈਨ ਤੇ ਬੇਸਡ ਵੀ ਹੁੰਦਾ ਹੈ। ਇੱਕ ਸੈਕਸ਼ਨ ਦੇ ਵਿੱਚ 4 ਪੁਆਇੰਟਸ ਨੇ, ਜਿਹੜਾ ਤੁਹਾਡਾ ਆਨਸਰ ਹੈ ਮੇ ਵੀ ਕਿਸੇ ਸਿੰਗਲ ਜਿਹੜਾ ਲਾਈਨ ਦੇ ਨਾਲ ਸੰਬੰਧਿਤ ਹੋਵੇ, A B C D ਮੇ ਵੀ ਤੁਹਾਡਾ ਕਿਸੇ ਇੱਕ ਦੇ ਨਾਲ ਸੰਬੰਧਿਤ ਹੋਵੇ, ਤੁਸੀਂ ਉਹਨਾਂ ਕੇ ਆਨਸਰ ਦੇਣਾ ਹੈਗਾ ਜਿੰਨਾ ਕਿ ਤੁਹਾਨੂੰ ਕੁਐਸਚਨ ਪੁੱਛਿਆ ਗਿਆ। ਜ਼ਿਆਦਾ ਲੰਮਾ ਚੌੜਾ ਲਿਖਣ ਦੀ ਲੋੜ ਨਹੀਂ ਹੁੰਦੀ, ਜ਼ਿਆਦਾ ਲੰਮਾ ਚੌੜਾ ਲਿਖੋਗੇ ਜਾਂ ਕੁਐਸਚਨ ਪੇਪਰ ਹੈ ਅਟੈਂਪਟ ਨਹੀਂ ਪ੍ਰੋਪਰ ਹੁੰਦਾ ਤੇ ਸਮਾਂ ਜਿਹੜਾ ਹੈਗਾ ਉਹ ਨਿਕਲ ਜਾਂਦਾ ਹੈ ਤੇ ਅਸੀਂ ਪ੍ਰੋਪਰ ਜਿਹੜਾ ਕੁਐਸਚਨ ਪੇਪਰ ਅਟੈਂਪਟ ਨਹੀਂ ਕਰ ਪਾਉਂਦੇ। ਇਸ ਕਰਕੇ ਉਨਾ ਹੀ ਆਨਸਰ ਦਿਓ ਜਿੰਨਾ ਕਿ ਪੁੱਛਿਆ ਗਿਆ ਹੈ। ठीक है जी, एनी क्वेश्चन, एनी प्रॉब्लम? आज तो छुट्टी है सारे मेरे ख्याल है। छुट्टी है। ठीक है। चलो फिर भी आप टाइम हैगा तो ज्यादा फिर थोड़ा मुश्किल है सर प्लीज अपने सेक्शन 45 ਦੇ ਇੱਕ ਮਿੰਟ ਮਾੜਾ ਜਿਹਾ ਦੱਸ ਦਿਓ ਕਲੀਅਰ ਕਰਕੇ ਵੀ ਈਅਰ ਟੂ ਈਅਰ ਜਿਹੜਾ ਟੈਨੈਂਟ ਆ ਉਹ ਤੋਂ ਕੀ ਮਤਲਬ ਹੈ ਜੀ? पेमेंट from year to year ਇੱਕ ਸਾਲ ਦੇ ਲਈ, ਇੱਕ ਸਾਲ ਦੇ ਲਈ ਜਿਹਨੂੰ ਆਪਾਂ ਦਿੰਦੇ ਆ ਜ਼ਮੀਨ ਠੇਕੇ ਤੇ, ਜਿਵੇਂ ਅੱਜ ਚੱਲ ਰਿਹਾ, ਅੱਜ ਦੇ ਜ਼ਮਾਨੇ ਚੱਲ ਰਿਹਾ ਹੈਗਾ। ਠੀਕ ਹੈ ਸਰ, ਓਕੇ। ਅੱਜ ਦੇ ਜ਼ਮਾਨੇ ਚੱਲ ਰਿਹਾ ਹੈ, ਬਸ ਇੱਕ ਸਾਲ ਖਤਮ ਹੋਇਆ, ਅਗਲੇ ਵਾਰੀ ਕੰਸੈਂਟ ਬਣਦੀ ਹੈ ਤਾਂ ਦੇ ਦਿਓ, ਨਹੀਂ ਕੰਸੈਂਟ ਬਣਦੀ ਤਾਂ ਨਾ ਦਿਓ। ਥੈਂਕ ਯੂ ਸਰ। ਹਰ ਸਾਲ ਤੇ ਜਾ ਕੇ ਖਤਮ ਹੋ ਜਾਂਦੀ ਹੈ ਐਗਰੀਮੈਂਟ।
हम्म। हाँ जी रघुवीर जी ठीक ठाक, प्रॉब्लम तो नहीं कोई रघुवीर सिंह जी? हाँ जी सर ठीक है, ओके ठीक है जी, किसी की कोई प्रॉब्लम तो नहीं है जी? ठीक है सर, कुछ समझ आ रहा है जी? ठीक है सर। ओके ओके ठीक है जी, देन ओके, क्लास इज ओवर, थैंक यू वेरी मच।